ਇੱਥੇ ਜੀ ਆਇਆਂ ਨੂੰ ਕਹਿੰਦਾ ਸਨਸ਼ਾਈਨ ਯੂਥ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਮੇਰੇ ਸਾਥੀ ਇੱਥੇ ਪਹੁੰਚੇ ਹੈ, ਅਰਸ਼ਦੀਪ, ਸਾਹਿਬ ਸਿੰਘ, ਸਾਹਿਲ ਤੇ ਕਰਨਵੀਰ ਸਿੰਘ, ਪੂਰੀ ਟੀਮ, ਤੇ ਉਹਨਾਂ ਦਾ ਧੰਨਵਾਦ ਵੀ ਹੈ ਕਿ ਉਹ ਸਾਡੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਵਿਖੇ ਆਏ ਤੇ ਉਹਨਾਂ ਨੇ ਇਹ ਯੋਗ ਸਮਝਿਆ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਅੱਜ ਤੇ ਘਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਅਰਸ਼ਦੀਪ ਦਾ ਸੁਪਨਾ ਹੈ ਕਿ ਇਹ ਜਿਹੜਾ ਸਾਰੇ ਪ੍ਰੋਜੈਕਟ ਹੈ, ਇਹ ਪੜ੍ਹਦਾ ਪੰਜਾਬ ਜਿਹੜਾ ਪ੍ਰੋਜੈਕਟ ਚਲਾ ਰਹੇ ਹਾਂ ਉਸ ਦੇ ਤਹਿਤ ਹਰ ਘਰ ਦੇ ਵਿੱਚ ਵਿਗਿਆਨ ਪਹੁੰਚੇ, ਕਿਉਂਕਿ ਹਰ ਘਰ ਦੇ ਵਿੱਚ ਵਿਗਿਆਨ ਤੇ ਗਣਿਤ ਮੌਜੂਦ ਹੈ, ਲੇਕਿਨ ਉਸ ਵਿਗਿਆਨ ਤੇ ਗਣਿਤ ਨੂੰ ਅਸੀਂ ਮਤਲਬ ਵੀ ਕਿਉਂ ਨਹੀਂ ਪਹੁੰਚਾ ਸਕੇ ਅੱਜ ਤੱਕ? ਕਿਉਂ ਸਾਡੇ ਬੱਚੇ ਅੱਜ ਵੀ ਡਰਦੇ ਆ ਕਿ ਨਹੀਂ, ਮੈਂ ਐਡਮਿਸ਼ਨ ਵੇਲੇ ਕਹਿੰਦੇ ਨਹੀਂ ਮੈਂ ਸਾਇੰਸ ਨਹੀਂ ਲੈਣੀ ਹੈ, ਆਰਟਸ ਦੇ ਦਿਓ ਮੈਨੂੰ। ਕਿਉਂ ਬਈ ਸਾਇੰਸ ਕਿਉਂ ਨਹੀਂ ਪੜ੍ਹਨੀ, ਤੂੰ ਮੈਥ ਕਿਉਂ ਨਹੀਂ ਪੜ੍ਹਨਾ? ਕਿਉਂ? ਕਿਉਂਕਿ ਉਸ ਨੂੰ ਇੱਕ ਡਰ ਹੈ ਉਹਦੇ ਮਨ ਦੇ ਵਿੱਚ ਵੀ ਸ਼ਾਇਦ ਵਿਗਿਆਨ ਤੇ ਗਣਿਤ ਵਿਸ਼ਾ ਕੋਈ ਬਹੁਤ ਔਖਾ ਵਿਸ਼ਾ ਹੈ। ਮਤਲਬ ਕਿਸੇ ਚੀਜ਼ ਨੂੰ ਅਸੀਂ ਕਹਿੰਦੇ ਨਾ ਵੀ ਪ੍ਰੈਜੈਂਟੇਸ਼ਨ ਤੁਹਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਸੇ ਚੀਜ਼ ਨੂੰ ਅਸੀਂ ਪਰੋਸਣਾ ਕਿਹੋ ਜਿਹਾ, ਤਾਂ ਉਸ ਨੂੰ ਪਰੋਸਿਆ ਇਸ ਤਰ੍ਹਾਂ ਗਿਆ ਸਮਿਆਂ ਦੇ ਮੁਤਾਬਕ ਕਿ ਔਖਾ ਵਿਸ਼ਾ ਕਰਕੇ ਪਰੋਸਿਆ ਗਿਆ ਔਰ ਇਸ ਨੂੰ ਐਂ ਕਹਿ ਦਿੱਤਾ ਗਿਆ ਵੀ ਇਹ ਸਭ ਤੋਂ ਆਲਾ ਵਿਸ਼ਾ ਹੈ ਤੇ ਕਾਫੀ ਔਖਾ ਵਿਸ਼ਾ ਨਹੀਂ। ਅੱਜ ਤੁਸੀਂ ਦੇਖੋਗੇ, ਤੁਸੀਂ ਸਮਝੋਗੇ ਕਿ ਅੱਛਾ ਇੰਨਾ ਆਸਾਨ ਸੀ, ਤੇ ਇਹ ਅਸੀਂ ਪਹਿਲਾਂ ਇਸ ਦੇ ਨਾਲ ਵਾਕਫ ਕਿਉਂ ਨਹੀਂ ਹੋ ਪਾਏ। ਤਾਂ ਆਪਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਘਰ ਘਰ ਤੱਕ, ਹਰ ਬੱਚੇ ਤੱਕ, ਚਾਹੇ ਉਹ ਛੋਟਾ ਬੱਚਾ ਹੈ, ਚਾਹੇ ਉਹ ਵੱਡਾ ਬੱਚਾ ਹੈ, ਚਾਹੇ ਉਹ ਯੂਨੀਵਰਸਿਟੀ ਚਲਾ ਗਿਆ, ਚਾਹੇ ਉਹ ਵੱਡਾ ਹੋ ਚੁੱਕਿਆ ਹੈ, ਗਰੋਨ ਅਪ ਹੈ, ਚਾਹੇ ਉਹ 55 ਸਾਲ ਜਿਹਨੂੰ ਅਸੀਂ ਸੀਨੀਅਰ ਸਿਟੀਜ਼ਨ ਕਹਿੰਦੇ, ਚਾਹੇ ਉਹ ਹੈ, ਲੇਕਿਨ ਉਸ ਤੱਕ ਵੀ ਗਣਿਤ ਤੇ ਵਿਗਿਆਨ ਹੈ, ਜਿਹੜਾ ਗਣਿਤ ਤੇ ਵਿਗਿਆਨ ਹੈ ਸਾਡਾ ਪਹੁੰਚਣਾ ਚਾਹੀਦਾ। ਲੇਕਿਨ ਅਸੀਂ ਕੀ ਹੈ, ਉਸ ਨੂੰ ਪਹੁੰਚਾਉਣ ਦੇ ਵਿੱਚ ਸਫਲ ਨਹੀਂ ਰਹੇ। ਤਾਂ ਕਿਤੇ ਨਾ ਕਿਤੇ ਮੈਂ ਇਸ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣਾ। ਮੈਂ ਅਧਿਆਪਕ ਹਾਂ ਤੇ ਮੈਂ ਸਮਝਦਾ ਕਿ ਅਧਿਆਪਕ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਸਮਾਜ ਦੇ ਵਿੱਚ ਜਿਹੜਾ ਇਹ ਗਿਆਨ ਹੈ, ਅੱਖਰ ਗਿਆਨ ਹੈ, ਉਸ ਨੂੰ ਪਹੁੰਚਾਏ। ਤੇ ਉਹ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈ? ਕਿਉਂਕਿ ਹਰ ਇੱਕ ਚੀਜ਼ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਬੋਲ ਕੇ ਸਮਝਾਉਣਾ ਬੜਾ ਸੌਖਾ ਹੋਇਆ ਕਰਦਾ ਹੈ, ਪਰ ਉਸ ਨੂੰ ਦੂਸਰੇ ਦੀ ਮਾਤ ਭਾਸ਼ਾ ਦੇ ਵਿੱਚ ਸਮਝਾਉਣ ਦੇ ਲਈ ਸਾਨੂੰ ਥੋੜ੍ਹਾ ਜਿਹਾ ਤਰੱਦਦ ਤਾਂ ਜ਼ਰੂਰ ਕਰਨਾ ਪੈਂਦਾ। ਲੇਕਿਨ ਉਸ ਤਰੱਦਦ ਦੇ ਤਹਿਤ ਅੱਜ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਿਸ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡਾ ਜਿਹੜਾ ਮੈਥਮੈਟਿਕਸ ਹੈ ਉਹ ਇੰਨਾ ਜ਼ਿਆਦਾ ਆਸਾਨ ਸੀ, ਲੇਕਿਨ ਇਸ ਨੂੰ ਕਿਉਂ ਮੁਸ਼ਕਿਲ ਬਣਾ ਦਿੱਤਾ ਗਿਆ। ਆਓ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਜਿੱਥੇ ਅਸੀਂ ਮੈਥਮੈਟਿਕਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਮੈਥਮੈਟਿਕਸ ਦੀ ਗੱਲ ਕਰਨ ਲੱਗੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਨੰਬਰਾਂ ਦੀ, ਤਾਂ ਨੰਬਰ ਕੀ ਹੈ? ਨੰਬਰ ਜਿਹੜੇ ਹੈਗੇ ਆ ਉਹ ਸਾਡੇ ਕਿਉਂ ਉਹਨਾਂ ਨੂੰ 1 2 3 4 5 6 7 8 9 ਕਿਹਾ ਗਿਆ? ਉਹਨਾਂ ਨੰਬਰਾਂ ਦੇ ਵਿੱਚ ਇੱਕ ਨੰਬਰ ਆਉਂਦਾ 37, ਜਿਸ ਨੂੰ ਕਿ ਅਸੀਂ ਮੈਜਿਕ ਨੰਬਰ ਦਾ ਨਾਮ ਦਿੰਦੇ ਹਾਂ। ਪਰ ਮੈਂ ਬੱਚਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਗਣਿਤ ਔਰ ਵਿਗਿਆਨ ਦੇ ਵਿੱਚ ਕੋਈ ਮੈਜਿਕ ਨਹੀਂ ਹੋਇਆ ਕਰਦਾ। ਇੱਥੇ ਸਿਰਫ ਤੇ ਸਿਰਫ ਲੌਜਿਕ ਦੀ ਗੱਲ ਹੈ। ਲੌਜਿਕ ਨਾਲ ਚੱਲਾਂਗੇ ਸਾਰੀ ਗੱਲ ਸਮਝ ਆਏਗੀ, ਮੈਜਿਕ ਬਣਾ ਕੇ ਚੱਲਾਂਗੇ ਤਾਂ ਅਦਭੁਤ ਜਿਹਾ ਲੱਗੇਗਾ, ਉਹਦੇ ਤਹਿ ਤੱਕ ਨਹੀਂ ਜਾਓਗੇ ਤੁਸੀਂ। ਤਾਂ 37 ਜਿਹੜਾ ਨੰਬਰ ਹੈ ਉਹ ਮੈਜਿਕ ਨੰਬਰ ਲਿਖਿਆ ਗਿਆ ਬੁੱਕਸ ਦੇ ਵਿੱਚ, ਲੇਕਿਨ ਇਹਦੇ ਪਿੱਛੇ ਲੌਜਿਕ ਕੀ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ। ਜਦੋਂ ਅਸੀਂ ਕੋਈ ਵੀ 3 ਡਿਜਿਟ ਨੰਬਰ ਲਿਖਦੇ ਹਾਂ, ਆਇਡੈਂਟੀਕਲ 3 ਡਿਜਿਟ ਨੰਬਰ, ਸਪੋਜ਼ ਅਸੀਂ 7 ਨੂੰ ਡਿਵਾਈਡ ਕਰਦੇ ਹਾਂ, ਡਿਵਾਈਡ ਕਿਸ ਦੇ ਨਾਲ ਕਰਨਾ ਹੈ? ਇਹਨਾਂ ਦੇ ਡਿਜਿਟਸ ਦੇ ਸਮ ਦੇ ਨਾਲ। 2 + 2 4, 4 + 2 6, 6 ਨਾਲ ਕਰਨਾ ਹੈ। 7 + 7 14, 14 + 7 21, ਇਸ ਨੂੰ 21 ਨਾਲ ਡਿਵਾਈਡ ਕਰਨਾ। ਤਾਂ ਡਿਵਾਈਡ ਕਰਕੇ ਦੇਖੋ, ਇਹ ਹੁਣ ਅਸੀਂ ਪਲੱਸ ਹਟਾ ਦਿੰਦੇ ਹਾਂ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ। ਤਾਂ ਇਹ 222 ਹੈ, ਇਹ 777 ਹੈ, ਇਹਨੂੰ 6 ਨਾਲ ਕਰ ਰਹੇ ਹਾਂ ਕਿਉਂਕਿ ਇਹਨਾਂ ਦਾ ਜੋੜ 6 ਬਣਦਾ ਹੈ, ਇਹਨੂੰ 21 ਨਾਲ ਕਰ ਰਹੇ ਹਾਂ ਕਿਉਂਕਿ ਇਹਨਾਂ ਦਾ ਜੋੜ 21 ਬਣਦਾ ਹੈ। ਤਾਂ ਇਸ ਨੂੰ ਡਿਵਾਈਡ ਕਰੋ, 6 3 18, 4 ਉੱਪਰੋਂ 2, 6 7 42। ਤਾਂ ਆਨਸਰ ਸਾਡੇ ਕੋਲ ਕਿੰਨਾ ਆਇਆ? 37। ਨਾਓ 21 3 7, ਅਗੇਨ ਆਨਸਰ ਇਜ਼ 37। ਤਾਂ ਕੋਈ ਵੀ ਆਇਡੈਂਟੀਕਲ ਨੰਬਰ ਤੁਸੀਂ ਚੱਕੋ, 333, 111, 999, every time you will get this 37 as an answer. That means 37 is considered as a logic number. From today onwards you will call it logic number, not magic number. ਤਾਂ ਇਦਾਂ ਦੀ ਗੱਲ ਤੁਹਾਡੇ ਨਾਲ ਇੱਕ ਹੋਰ ਮੈਂ ਸ਼ੇਅਰ ਕਰਦਾ ਕਿ ਇਸ ਦੇ ਨੰਬਰ ਦੇ ਵਿੱਚ ਜਿਹੜੀ ਮਜ਼ੇਦਾਰ ਗੱਲ ਹੈ ਸਾਡੇ ਕੋਲ ਉਹ ਕੀ ਹੈ ਕਿ ਨੰਬਰਸ ਪਲੇ ਆ ਇੰਪੋਰਟੈਂਟ ਰੋਲ ਇਨ ਆਵਰ ਡੇਲੀ ਲਾਈਫ। ਜਿੱਥੇ ਅਸੀਂ ਨੰਬਰ ਦੀ ਗੱਲ ਕਰਦੇ ਸੀਗੇ ਤਾਂ ਉਸ ਨੰਬਰ ਦੇ ਵਿੱਚ ਸਾਡੇ ਕੋਲ ਇੱਕ ਲੌਜਿਕ ਇੱਥੇ ਵੀ ਦੇਖਣਾ ਪਸੰਦ ਕਰਾਂਗੇ ਅਸੀਂ ਕਿ ਨੰਬਰ ਲਿਖੇ ਹੋਏ ਆ 1 2 3 4 5 6 7 8 9 10
11 12 13 14 15 एंड 16। हुण इस दे पिछे लॉजिक की है साडा, असीं ये समझण की कोशिश करनी है कि इस नूं भी बुक्स दे विच लिखिया गया मैजिक स्क्वेयर, पर मैं तुहानूं दस्सिया कि मैजिक नहीं है। इस दे पिछे की है कि इन्हां दा सम है जिहड़ा वो कितना आंदा 10, लेकिन इत्थे इन्हां नूं ऐड करिए तो कुछ होर ही बन जूगा क्योंकि 13 बड़ा नंबर पे है। पर गल यह है कि जिस तो जदों असीं इस दी डेफिनेशन पढ़ते हैं तो आइदर यू ऐड हॉरिजेंटली और यू ऐड वर्टिकली और यू ऐड डायगनली और यू ऐड कॉर्नर नंबर्स, देन द सम विल रिमेन द सेम। जोड़ उन्ना ही आना चाहिए, पर वो जोड़ उन्ना ही किवें आऊगा, ਉਹਦੇ ਪਿੱਛੇ ਇੱਕ लॉजिक है, मैजिक नहीं है, लॉजिक है। लॉजिक की है कि ਅਸੀਂ डिजिट्स ट्रांसफर करते हैं, इंस्टेड ऑफ 3 वी विल राइट 14 एंड 3 ਇਹਦੀ प्लेस ਤੇ ਲੈ ਆਉਂਦੇ हैं, इंस्टेड ऑफ 15 राइट ओवर हियर ਇਸ ਨੂੰ ਇੱਥੇ ਲੈ ਆਉਂਦੇ हैं। ਤੇ ਹੁਣ ਤੁਸੀਂ ਐਡ ਕਰਕੇ ਦੇਖੋ 15 ਤੇ 16 ਤੇ 14 30 ਤੇ 4 34, 16 ਤੋਂ 18 ਤੇ 21 ਤੇ 13 34। मतलब जस्ट थोड़ी जी एडजस्टमेंट के नाल ही है जिहड़ा ये डेवलप हो गया होया लॉजिक। हुण तुसीं इहनूं मैजिक कहना कही चलो, लेकिन इहदे पिछे लॉजिक सीगा। की लॉजिक सीगा कि सारे उपर नंबर छोटे सीगे, थल्ले सारे नंबर वड्डे सीगे, पर उन्हां दे विचों असीं बैलेंस करता, 2 नंबर छोटे 2 वड्डे। यही तो जिंदगी है, जिंदगी नूं बैलेंस करना सीखो कि किस तरह दे नाल असीं अपनी जिंदगी नूं भी बैलेंस कर सकते। बस वड्डियां दा रिस्पैक्ट, योर एल्डर्स आ रिस्पैक्ट ही दित्ती है ना, रिस्पैक्ट करो तो तुहाडी एडजस्टमेंट होगी लाइफ दे विच। देखो बैलेंस हो गया 34 34, बट हाले इत्थे नहीं हो रहा, मीन्स इट आल्सो रिक्वायर्स एन एडजस्टमेंट। तो फॉर दिस विल डू द एडजस्टमेंट ओवर हियर आल्सो एंड यू विल सी द लॉजिक। 12 6 18 7 25 ते 9, 8 10 18 ते 5 23 ते 11, 9 4 13 ते 5 18 ते 16, 11 2 13 7 20 ते 14, 10 3 13 6 19 ते 15, 13 ते 8 21 ते 12 33 ते 1, 13 10 23 ते 7 30 ते 4, 16 ते 11 27 6 33 ते 1, 1 ते 4 5 ते 16 21 ते 13, 6 ते 7 13 ते 11 24 ते 10, 1 ते 15 16 ते 6 22 ते 12, 14 ते 4 18 ते 7 25 ते 9, 8 ते 10 18 ते 21 ते 13, 11 ते 5 16 तो 18 ते 16। Every time you are getting 34. What a logic! सिर्फ एक थोड़ी जी एडजस्टमेंट के नाल मतलब भी साडा सारा सिस्टम ही बदल गया होया है ना। कितने असी इनबैलेंस जे सीगे कि नहीं जी किधर इधर डावाडोल जो हो रहे सी, पर ये हुण बैलेंस हो गया। सब पासे जिहड़ा मर्जी नंबर चक्को, पूरे दे पूरे स्क्वायर दे नंबर चक के देख ले असी, एवरी टाइम इट इज कमिंग 34 34 34। तुहाडा क्वेश्चन हो सकदा है यस कि सर कोई होर भी है या कल्ला 34 वाला ही मैजिक है? नहीं नहीं, सल्यूट टू श्रीनिवासन रामानुजन, द ग्रेट मैथमेटिशियन ऑफ द वर्ल्ड नाउ यू कैन से। बट श्रीनिवासन रामानुजन वाज एन इंडियन। उन्हां दा जन्म हुंदा है 22 12 1887 ਨੂੰ। 22 12 1887, 22 ਦਸੰਬਰ 1887 ਦੇ ਵਿੱਚ ਦੁਨੀਆ ਦਾ ਮਹਾਨ ਗਣਿਤ ਸ਼ਾਸਤਰੀ जन्म लैंदा इस संसार में। लेकिन वो जिंदा रहता सिर्फ 32 साल, 32 ईयर्स। और 32 ईयर दे विच पूरे विश्व नूं हिला के चला जांदा। तो असीं की करना है, कदे सोचिया? ते असीं कर की रहे हैं, कदे सोचिया? यही तो है कि असीं भी सोचिए कि उस गणित शास्त्री ने इस अपनी जन्म तारीख नूं मैजिक स्क्वायर च कन्वर्ट करता है ना। कमाल। जिस तरह असीं 34 वाला बनाया सी ना, तो उस इंसान ने अपनी डेट ऑफ बर्थ नूं ही चेंज करता होया है। हुण जदों इस तरह असीं सम देखदे हां तो 139 बनदा है। तो एवरी टाइम आइदर यू एड हॉरिजेंटली वर्टिकली डायगोनली कॉर्नर्स, एवरी टाइम यू आर गेटिंग 139। तो फिर सल्यूट करना तो बनता है जिस गणित शास्त्रियों नूं। ते उस नूं मान देण दे लई साडी गवर्नमेंट ऑफ इंडिया ने की कीता कि उन्हां दे इस जन्म तारीख नूं जिहड़ी 22 दसंबर है हर साल कोशिश की। ते अजकल असीं उहदे मतलब फ्रूट्स लै रहे हैं कि हर साल नैशनल मैथमैटिक्स डे सैलीब्रेट किया जाए। सानूं जदों किते जो इंटरव्यू च पूछ लिया जांदा है वैन द नैशनल मैथमैटिक्स डे सैलीब्रेटेड इन इंडिया, सानूं याद ही नहीं हुंदा क्योंकि असीं रामानुजन नूं पढ़िया ही नहीं है।
ਅਸੀਂ ਤਾਂ ਇਹਨਾਂ ਨੂੰ ਪੜ੍ਹਨਾ, ਨਾ ਕਿ ਅਸੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ मतलब ਵੀ ਉਹਨਾਂ ਨੂੰ ਹੋਰ ਅੱਗੇ ਲਿਜਾਣਾ। ਅਸੀਂ ਤਾਂ ਭੁੱਲ ਹੀ ਗਏ। ਚਾਹੀਦਾ ਇਹ ਸੀ ਕਿ ਇੱਥੇ ਤੱਕ ਤਾਂ ਉਹ ਕਰ ਗਏ, ਇਸ ਤੋਂ ਅੱਗੇ ਅਸੀਂ ਕੀ ਕੀਤਾ, ਨੈਕਸਟ ਸਟੈਪ ਸਾਡਾ ਕੀ ਹੋਵੇ, ਅਸੀਂ ਕੀ ਕਰੀਏ, ਉੱਥੇ ਤੱਕ ਆਪਾਂ ਪਹੁੰਚੇ ਨਹੀਂ ਹਾਂ। तो इसलिए 22 ਦਸੰਬਰ ਨੂੰ हर साल नैशनल मैथमेटिक्स डे सैलीब्रेट किया जाता है। रिमेंबर दिस थिंग, राइट। तो ये 139 जिस तरह असीं 34 बनाया सी, इसी तरह ही इसनूं तुसीं डिवेलप करने की कोशिश करनी है। हुण देखो भी मैं इत्थे गल करना कि जिन्ने नंबर हैं ये सब नंबर गेम है। नंबरां दे नाल खेडना, नंबरां दे बारे गल करनी, नंबरां दे बारे जानू होना। प्रोफैसर हार्डी उन्होंने मैंटर इंग्लैंड तो आते हैं कि रामानुजन हाउ आर यू फीलिंग वेल और नॉट। नहीं इदा नहीं पूछते, वो कहते रामानुजन यार जी कार दे विच मैं आया कार का नंबर बड़ा बोरिंग है। हाय हाय हाय, रामानुजन कहना तू कार का नंबर तो दस। ये बंदा वही कह सकता ना जिहदे अंदर कॉन्फिडेंस होगा। तो कहता तू अपनी कार का नंबर दस। तो हार्डी दसते हैं भी जी कार दे विच मैं आया उस कार का नंबर है 1729। तो उस कार का नंबर सी 1729 ते वो कहता बड़ा बोरिंग है। प्रोफैसर हार्डी कहता रामानुजन कहता ये नाल दा इंटरेस्टिंग नंबर ही नहीं है और कोई। कहता किवें, कहता दिस इज द ओनली लीस्ट नंबर विच कैन बी रिटन एज 12 क्यूब प्लस 1 क्यूब। लो जी इमीडिएटली आंसर देता उन्हें कि ये नंबर है जिसनों असीं 12 का क्यूब ते 1 का क्यूब लिख सकते हैं। तो 12 क्यूब मीन्स 12 into 12 into 12 1728 प्लस 1 into 1 into 1 1, तो बन गया 1729। and the other combination is 10 cube plus 9 cube, that is 1000 plus 729, that will also 17। पर इत्थे गल ये है कि उसने दसता, लेकिन मजेदार गल उदों आई सामने जदों कि मैं किसी बच्चे नूं पढ़ा के ते उस तो बाद वो बच्चे का मैनूं फोन आया, सर तुहाडी गड्डी का नंबर भी बहुत इंटरेस्टिंग है। मैं कहा वाह, तू किवें लभ लिया? मैं कहा दस मेरी कार का नंबर की है। कहना सर तुहाडी कार का नंबर है जी 6 स्क्वायर माइनस 1 7 स्क्वायर माइनस 1। ओ दैट्स ग्रेट, वाकई मेरी कार का नंबर 3548 सी। मैं हैरान होया भी इस बच्चे ने घट्टो घट जो मैं उसनूं एक एग्जाम्पल दी पढ़ाया तो उसने अप्लाई किया। तो बेटे असी जिहड़ी नॉलेज है उसनूं अप्लाई नहीं करते हाँ, जे अप्लाई करन लग जाइए ना तो टैक्नोलॉजी बन जाती है। बस वो टैक्नोलॉजी फिर वर्ल्ड दे विच फेमस हो जाती है। तो ये जिहड़ियां चीज़ां हैगियां ये साडा अध्यापकां दा फर्ज है कि असीं तुहाडे सामने लैके आइए, तुहाडे रूबरू करिए, तुहानूं दसीए कि इन्हां विषयां दी इंपॉर्टेंस की है, ये इन्ने आसान क्यों है। अज दा बच्चा कहता जी मैनूं तां 29 तक दे पहाड़े आंदे, मैं कहना करोड़ां तक दे पहाड़े 1 मिनट च सिखा दिंदा तुहानूं मैं। तुसीं अज तो बाद कहोगे भी मैनूं तां करोड़ां तक दे पहाड़े आंदे, किवें सिखाना मैं? बड़ा सिंपल जिहा एक मैथड मैं लभ्या होया, क्योंकि अजकल मोबाइल का जमाना है तो बच्चों को डिजिट्स हैं जिहड़े वो बड़े अच्छे लगते हैं कि 10 डिजिट नंबर है, मेरा मोबाइल का नंबर ये होवे, लेकिन उस दे विच 86420 तुसीं याद रखना, 86420 याद रखना, तो 10 डिजिट्स बन गए 86420 86420। ये असल दे विच 8 का पहाड़ा है। देखो 0 1 2 3 4 4 ते रुक गए, 4 तो स्टार्ट कर लो, 4 5 6 7 8। लो जी दिस इज द टेबल ऑफ 8। तो असीं तो रट्टे लगाते रह गए 1 8 8 2 8 16 3 8 24। चलो जी सारी क्लास बोलो, कोई टेक्नोलॉजी अडॉप्ट करो यार, टेक्नोलॉजी नूं अडॉप्ट करो। देखो ये पीछे की है, हर बारी 86420 86420 क्यों आ रहा है। 8 का टेबल बन गया। हुण तुसीं छोटे बच्चे नूं जद कहोगे ना 10 अपने बच्चे साथियों नूं दसूगा, क्यों? क्योंकि उहदे विच एक क्यूरियोसिटी पैदा होगी कि मैनूं आंदा होर शायद किसी नूं नहीं आंदा होगा, तो वो दसूगा, तो उहदे नाल की है ज्ञान है जिहड़ा साडा जगह जगह ते पहुंचूगा। तो हुण 8 के पहाड़े तो 18 का, 18 तो 118 का, 118 तो करोड़ों तक तुहानूं लैके चलिया। आओ इस सफर नूं आपां तय करिए। 8 16 24 32 एंड सो ऑन। मैं इसनूं 1 2 3 4 तक लिखिया, बाकी तुसीं आप ट्राई करना। तो हुण इन्हां डिजिट्स नूं असीं दोबारा लिख लैंदे 8 6 4 2। चलो जी 18 का बनाना है, 1 + 0 18, 2 + 1 3, 3 + 2 5, 4 + 3 7। लो जी 18 का टेबल रेडी होना शुरू हो गया। 18 1 * 18, 18 2 * 36, 18 3 18 4 18 5 एंड सो ऑन। यू कैन कैरी ऑन। आया ना मजा?
ਇਹ ਬੜੀ ਆਸਾਨ ਚੀਜ਼ਾਂ ਹੈਗੀਆਂ, ਪਰ ਤੁਸੀਂ ਇੱਧਰ ਸੋਚਿਆ ਨਹੀਂ। ਤੁਸੀਂ ਤਾਂ ਉੱਥੇ ਕਲਾਸ ਦੇ ਵਿੱਚ ਦੇਖ ਲਿਆ ਵੀ ਸਾਰੇ ਬੱਚੇ ਬੋਲ ਰਹੇ ਆ 18 1 ਦਾ 18, 18 2 ਦਾ 36। ਵਾਈ ਨਾਟ, ਘਰੇ ਜਾ ਕੇ ਕੁਝ ਨਵਾਂ ਵੀ ਕਰਿਆ ਕਰੋ, ਠੀਕ ਹੈ। ਤਾਂ ਆਓ ਫਿਰ 118 ਦਾ ਹੀ ਬਣਾ ਦਈਏ। ਬੜਾ ਔਖਾ ਹੈ ਨਾ? नहीं नहीं नहीं, बड़ा आसान है। आ देखो, आ लो 118 पढ़ा बन गया। ओए सर, इट्स टू इजी। इज इट सो? यस। कैलकुलेटर ते करके देख लो तुसी। 118 1 118 118 ਨਾਲ 236 118 ਤੇ ਆਤੇ। अरे वाह, चा आजा फिर हुन तू बना ना 1118 ਦਾ बना। एकदम बच्चे आएंगे ਤੁਹਾਡੇ ਕੋਲ। लो सर 1118 ਦਾ पढ़ा ਤਿਆਰ। वो 11,118 का तैयार हो चुका है। 1,11,118 का, 1,11,11,118 का पढ़ा तैयार हो चुका है। लो चेक करो। तो बच्चे कॉन्फिडेंस लेवल कितना इंक्रीज करूगा, ये सोचने की गल है। इंटरस्ट डिवेलप करना सी असी उसने एक मोटी जी किताब दिखा के कि मैथमेटिक्स की एड्डी मोटी बुक है, हो जा तैयार पढ़न लई। वो बुक नूं सिट के भज लैंदा कि एड्डी मोटी फिजिक्स, एड्डी मोटी केमिस्ट्री, एड्डी मोटा मैथमेटिक्स, और मेरे तो नहीं होना जी ये। भाई उसनूं कंसैप्ट नाल जोड़ो। तुसीं जोड़दे हो बुक नाल ना जोड़ो, कंसैप्ट लियाओ उहदे कोल। एक कंसैप्ट तो पूरा थीसिस तैयार करूगा, रिसर्च तैयार करूगा, वो तो साइंटिस्ट बन गया, वो मैथमेटिशियन बन गया। लेकिन असीं की कहने नहीं, तैनूं सारी किताब पढ़नी है। ओके, तो ये जिहड़ियां चीज़ां हैगियां, इस दे नाल ये जिहड़े नंबर हैं, असीं इन्हां दी इंपोर्टेंस जानन दे विच कामयाब होए हैं। नंबर जिहड़े हैगे हैं वो किस तरह दे नाल साडी लाइफ दे विच ਜਿਹੜਾ बड़ा ही इंपोर्टेंट रोल प्ले करते हैं। अज बच्चे ने पूछा जाता है भी तेरी एज कितनी है, वो कहता जी मैं 16 साल का हो गया। वो ये क्यों नहीं कहता मैं 16 साल 8 महीने 3 दिन का हो गया, 16 साल 4 महीने 25 दिन का हो गया? क्यों नहीं कहता? क्योंकि उसने दसिया नहीं, असी उसनों रटाता होया भी तेरा इन्ने साल च जन्म होया, इन्ने साल तू हो गया, राइट। तो हुण तुसीं ये देखो कि आपां करदे हां। अज दी तुहाडी डेट ऑफ बर्थ बोलो। 7 दिसंबर 93। 7 दिसंबर 1993। ਤਾਂ ਅੱਜ ਤੱਕ ਅੱਜ ਦੀ ਡੇਟ ਹੈ ਜਿਹੜੀ, ਅੱਜ ਦੀ ਡੇਟ ਕਿੰਨੀ ਹੈ ਸਾਡੇ ਕੋਲ? 29 ਅਪ੍ਰੈਲ 2021। ਤਾਂ ਹੁਣੇ ਦੱਸਾਂਗੇ ਤੁਹਾਨੂੰ ਅਸੀਂ ਅਰਸ਼ਦੀਪ ਜੀ ਵੀ ਤੁਸੀਂ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ ਦੇ ਹੋਗੇ। ਇਹ ਈਅਰ ਹੈ, ਇਹ ਸਾਡੇ ਕੋਲ ਮੰਥ ਹੈ, ਇਹ ਸਾਡੇ ਕੋਲ ਡੇਜ਼ ਹੈ। 29 ਚੋਂ 7 ਘਟਾ ਦਿਓ, ਕਿੰਨੇ ਬਣ ਗਏ? तो 22 डेज आ गए ਤੁਹਾਡੇ। ਹੁਣ 4 ਚੋਂ 12 ਸਬਟ੍ਰੈਕਟ ਨਹੀਂ ਹੁੰਦਾ ਤਾਂ ਕੀ ਕਰੀਏ? ਕੈਰੀ ਕਰ ਲਓ। ਇੱਥੇ ਕਿੰਨਾ ਰਹਿ ਗਿਆ? 2020। ਇੱਕ ਕੈਰੀ ਕੀਤਾ, ਬਟ ਇੱਕ ਸਾਲ ਕੈਰੀ ਕੀਤਾ। ਇੱਕ ਸਾਲ ਕੈਰੀ ਕਰਨ ਦਾ ਮਤਲਬ 12 ਮੰਥਸ ਕੈਰੀ ਕੀਤੇ। 12 ਮੰਥ ਮੀਨਸ 12 + 4 16 ਹੋ ਗਏ। 16 ਚੋਂ 12 ਘਟਾਓ, ਹੁਣ ਇਹਦੇ ਚੋਂ ਇਹਨੂੰ ਘਟਾ ਲਓ। So this is your exact age, 27 years 4 months and 22 days। पर इत्थे मजे की गल यह है कि जो स्टूडेंट को मैं ये पूछदा कि ये तेरी एज आ गई, ठीक है, वो भी करते हैं, पर उस दे विच की है कि स्टूडेंट है जिहड़ा वो फिर सोचता है तो फिर मैनूं पुछदा है कि सर की इस तरह नहीं हो सकता कि तुसी ईयर मंथ्स डेज दसते तो हुण घंटे मिनट सकिंट भी दस दो, मैं किन्ने घंटे किन्ने मिनट ते किन्ने सकिंट दा हो गया है। इट्स वेरी ईजी। तो इस दे अगे असीं आवर, मिनट्स, ਸਕਿੰਟ ਤੱਕ ਉਸ ਨੂੰ ਲੈ ਜਾਂਦੇ ਆ। ਤੇ ਇੱਕ ਕਲਾਸ ਦੇ ਵਿੱਚ ਕੁਐਸਚਨ ਇੱਕ ਬੱਚੇ ਦੁਆਰਾ ਕੀਤਾ ਗਿਆ ਤੇ ਦੇਖੋ ਇੱਥੋਂ ਤੱਕ ਡਿਵੈਲਪਮੈਂਟਸ ਹੁੰਦੀਆਂ ਜਦੋਂ ਇਹ ਗੱਲਾਂ ਅਸੀਂ ਕਰਦੇ ਆ, ਬੱਚਿਆਂ ਨਾਲ ਸ਼ੇਅਰ ਕਰਦੇ ਆ, ਠੀਕ ਹੈ। ਤਾਂ ਹੁਣ ਆਓ ਥੋੜਾ ਜਿਹਾ ਆਪਾਂ ਜਿਹੜਾ ਹੋਰ ਟੈਕਨੋਲੋਜੀ ਨੂੰ ਯੂਜ਼ ਕਰੀਏ ਕਿ ਉਸ ਦੇ ਬਾਰੇ ਵੀ ਆਪਾਂ ਗੱਲਾਂ ਕਰਦੇ ਹਾਂ। ਦਿਸ ਡੂ ਫੇਕ ਉਹ ਦੱਸਦੇ ਆ ਵੀ ਚਾਰजेस ਜਿਹੜੇ ਆ ਦੋ ਤਰ੍ਹਾਂ ਦੇ। फ्रैंकलिन दसते हैं कि चार्जेस पॉजिटिव ते नैगेटिव भी होंगे। मतलब ये जिहड़े साइंटिस्ट है उन्होंने की जनून सी, उन्होंने किस तरह लभ्या। एक साइंटिस्ट है न्यूटन, सब ने नाम सुनिया न्यूटन, सर इसैक न्यूटन। लेकिन उसने बंदे ने इस जो लाइट साडे कोल सन तो आ रही है उस दे विच 7 रंग लभ ले। मेरे ख्याल सानू तो हाले तक प्रकाश ही नहीं दिसिया होना कि वाकई आ भी रहा कि नहीं आ रहा, पर उसने उस प्रकाश दे विच 7 रंग लभ के दिखाते सन। ਇਹ ਹੈ ਨਾ, ਇਹ ਹੈ ਰਿਸਰਚ। ਇੱਥੇ ਤੱਕ ਕਿਵੇਂ ਪਹੁੰਚਣਾ ਆਪਾਂ ਨੇ। ਤਾਂ ਆਓ ਆਪਾਂ ਹੁਣ ਗੱਲ ਕਰਦੇ ਹਾਂ ਕਿ ਚਾਰजेस ਆਰ ਆਫ 2 ਟਾਈਪਸ। ਲੇਕਿਨ ਇਹ ਚਾਰजेस ਕਿਸ ਤਰ੍ਹਾਂ ਕੰਮ ਕਰਦੇ ਆ ਔਰ ਕੀ ਹੁੰਦੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਇਸ ਦੇ ਵਿੱਚ ਅਸੀਂ ਇੱਕ ਬੈਲੂਨ ਲੈਂਦੇ ਆ
ਉਹ ਉਸ ਬੈਲੂਨ ਨੂੰ ਅਸੀਂ ਰੱਬ ਕਰਦੇ ਹਾਂ ਤੇ ਰੱਬ ਕਰਨ ਦੇ ਨਾਲ ਉਸ ਤੇ ਚਾਰਜ ਆ ਜਾਂਦਾ, ਰਾਈਟ। ਕਿਉਂ ਨਹੀਂ ਕੀਤੀ? ਮੂੰਹ ਨਾਲ ਵੀ ਕੀਤੀ ਜਾ ਸਕਦੀ ਹੈ। ਪੰਪ ਦਾ ਮੈਕੈਨਿਜ਼ਮ ਹੈ ਜਿਹੜਾ, ਉਹ ਕਿਸ ਤਰ੍ਹਾਂ ਬਣਿਆ ਉਸ ਨੂੰ ਸਮਝਣਾ ਹੈ। ਮੂੰਹ ਦੇ ਵਿੱਚੋਂ ਹਵਾ ਕਿਵੇਂ ਆ ਰਹੀ ਹੈ, ਕੀ ਜਾ ਰਿਹਾ ਸਾਡੇ ਅੰਦਰ, ਫਿਰ 에ਅਰ ਜਾ ਰਹੀ ਹੈ, 에ਅਰ ਦੇ ਵਿੱਚ ਕਿਹੜੀਆਂ ਕਿਹੜੀਆਂ ਗੈਸਿਸ ਹੈ, ਉਹਨਾਂ ਦੀ ਕੀ ਕੰਪੋਜੀਸ਼ਨ ਹੈ, ਉਹ ਕਿਸ ਤਰ੍ਹਾਂ ਬਾਹਰ ਆ ਰਹੀਆਂ, ਫਿਰ ਇਸ ਦੇ ਵਿੱਚ 에ਅਰ ਕਿਵੇਂ ਆ ਰਹੀ ਹੈ ਬਾਹਰ, ਉਸ ਨੂੰ ਸਮਝਣਾ। ਤਾਂ ਹੁਣ ਇਸ ਦੇ ਵਿੱਚ ਅਸੀਂ 에ਅਰ ਨੂੰ ਰੱਖ ਲਿਆ ਹੋਇਆ, ਤਾਂ ਤੁਸੀਂ ਦੇਖੋ ਕਿ ਇਸ ਦੇ ਵਿੱਚ ਜਿਹੜੀ ਮੈਂ 에ਅਰ ਰੱਖੀ ਹੈ ਤੇ ਇਸ ਨੂੰ ਮੈਂ ਹੱਥ ਦੇ ਨਾਲ ਕੋਸ਼ਿਸ਼ ਕਰਦਾ ਵੀ ਇਹ ਸਟਿਕ ਕਰ ਜੇ, ਪਰ ਨਹੀਂ ਕਰ ਰਿਹਾ। ਦੇਖਿਆ ਨਾ ਤੁਸੀਂ, ਨਹੀਂ ਕਰ ਰਿਹਾ। ਹੁਣ ਇਹੀ ਬੈਲੂਨ ਹੈ ਜਿਹੜਾ ਇਹ ਸਟਿਕ ਕਰੂਗਾ ਮੇਰੇ ਹੱਥ ਦੇ ਨਾਲ। ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਇਹਦੇ ਨਾਲ ਕੋਈ ਗੂੰਦ ਨਹੀਂ ਲਗਾਈ ਹੈ, ਗਮ ਨਹੀਂ ਲਗਾਈ ਹੈ ਆਪਣੇ ਹੱਥ ਦੇ ਨਾਲ, ਠੀਕ ਹੈ। ਤਾਂ ਹੁਣ ਤੁਸੀਂ ਦੇਖੋਗੇ ਮੈਂ ਇਸ ਨੂੰ ਸਿਰਫ ਤੇ ਸਿਰਫ ਰੱਬ ਕਰ ਰਿਹਾ, ਸਿੰਪਲੀ ਜੈਂਟਲੀ ਰਬਿੰਗ। ਨਾਓ ਯੂ ਵਿਲ ਸੀ ਵਾਟ ਇਜ਼ ਹੈਪਨਿੰਗ ਓਵਰ ਹੇਅਰ। ਨਾ ਦੇਖ ਲਓ ਤੁਹਾਡੇ ਸਾਹਮਣੇ। ਹੁਣ ਉਹੀ ਬੈਲੂਨ ਹੈ ਜਿਹੜਾ ਕਿ ਸਟਿਕ ਨਹੀਂ ਕਰ ਰਿਹਾ ਸੀ ਮੇਰੇ ਹੈਂਡ ਦੇ ਨਾਲ, ਤੇ ਉਸ ਨੂੰ ਮੈਂ ਸਿਰਫ ਬੁੱਕ ਦੇ ਵਿੱਚ ਪੜ੍ਹਿਆ ਕਿ ਬੁੱਕ 'ਚ ਲਿਖਿਆ ਹੋਇਆ ਸੀਗਾ ਬਾਈ ਰਬਿੰਗ ਦਾ ਚਾਰਜਿਸ ਅਪੀਅਰਸ ਐਂਡ ਚਾਰਜ ਆਲਵੇਜ਼ ਰਿਜ਼ਾਈਡਸ ਔਨ ਦਾ ਸਰਫੇਸ ਸੀਗਾ ਚਾਰਜ, ਤੇ ਚਾਰਜ ਇਸ ਦੇ ਵਿੱਚ ਆ ਗਿਆ ਹੋਇਆ। ਤੇ ਤੁਸੀਂ ਦੇਖ ਲਓ ਕਿੰਨਾ ਆਸਾਨ ਜਿਹਾ ਐਕਸਪੈਰੀਮੈਂਟ ਹੈ, ਪਰ ਇਹ ਅਟਰੈਕਟ ਕਰ ਰਹੇ ਹੈ। ਅਟਰੈਕਟ ਕਰ ਰਹੇ ਮੀਨਸ ਦੋ ਚਾਰਜ ਹੈਗੇ ਹੈ, ਲੇਕਿਨ ਦੋਨੋਂ ਜਿਹੜੇ ਹੈ ਅਨਲਾਈਕ ਹੈ। ਅਨਲਾਈਕ ਦਾ ਮਤਲਬ ਇੱਕ ਪॉजिटिव है, एक नेगेटिव है। फिर ਇਹ ਅਟਰੈਕਸ਼ਨ ਹੈ। ਸਰ ਕੀ ਤੁਸੀਂ ਰਿਪਲਸ਼ਨ ਵੀ ਦਿਖਾਓਗੇ? ਯੈਸ, ਆਈ ਵਿਲ ਸ਼ੋ ਯੂ ਦਾ ਰਿਪਲਸ਼ਨ ਵਿਦ ਅ ਸਿੰਪਲ ਐਕਸਪੈਰੀਮੈਂਟ। ਤਾਂ ਮੈਂ ਇੱਕ ਸੈਟਅਪ ਤਿਆਰ ਕੀਤਾ। ਮੈਂ ਕੀ ਕਰਦਾ, ਇੱਕ ਯੂਜ਼ਡ ਰਿਫਿਲ ਲੈਣਾ। ਸਿੱਟੀ ਦੀ ਨਹੀਂ ਹੁੰਦੀ ਕੋਈ ਵੀ ਚੀਜ਼, ਵਿਗਿਆਨੀ ਬੰਦੇ ਕੋਈ ਵੀ ਚੀਜ਼ ਨੂੰ ਸਿੱਟਦੇ ਨਹੀਂ ਹੈਗੇ, ਉਹ ਤੋਂ ਕੰਮ ਲੈ ਲੈਂਦੇ। ਆ ਸਿੱਕਾ ਅਸੀਂ ਯੂਜ਼ ਕਰ ਲਿਆ ਬॉल पेन ਦਾ ਰਿਫਿਲ, ਚਲੋ ਜੀ ਇਸ ਨੂੰ ਅਸੀਂ ਯੂਜ਼ ਕਰਦੇ ਹਾਂ ਐਜ਼ ਏ ਸਾਇੰਟੀਫਿਕ ਡਿਵਾਈਸ ਆਪਰੇਟਸ। ਇਹ ਸਟ੍ਰॉ ਹੈ, ਇੱਕ ਸਿੰਪਲ ਸਟ੍ਰॉ ਜਿਸ ਦੇ ਨਾਲ ਕੋਲਡ ਡਰਿੰਕ ਸਕ ਕਰਦੇ ਹਾਂ, ਜਾਂ ਕੁਛ ਵੀ ਚੀਜ਼ ਆਪਾਂ ਸਕ ਕਰ ਸਕਦੇ ਹਾਂ। ਜ਼ਰੂਰੀ ਨਹੀਂ ਵੀ ਕੋਲਡ ਡਰਿੰਕ ਹੀ ਸਕ ਕਰਨਾ ਹੁੰਦਾ, ਹੋਰ ਵੀ ਚੀਜ਼ਾਂ ਬਹੁਤ ਹੋ ਸਕਦੀਆਂ, ਮਿਲਕ ਸ਼ੇਕ ਹੋਰ ਵੀ ਤੁਸੀਂ ਕਰ ਸਕਦੇ ਹੋ। ਨਾਓ ਇਸ ਨੂੰ ਇਸ ਦੇ ਉੱਪਰ ਰੱਖ ਲਿਆ ਮੈਂ, ਰਾਈਟ। ਨਾਓ ਯੂ ਵਿਲ ਸੀ ਕਿ ਵਾਟ ਇਜ਼ ਹੈਪਨਿੰਗ ਓਵਰ ਹੇਅਰ। ਮੈਂ ਤੁਹਾਨੂੰ ਦਿਖਾਊਂਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਇਹ ਅਟਰੈਕਸ਼ਨ ਸੀ ਨਾ, ਤਾਂ ਹੁਣ ਤੁਹਾਨੂੰ ਰਿਪਲਸ਼ਨ ਦਿਖਾਈ ਜਾਊਗੀ ਇੱਥੇ। ਐਨੀਵੇ ਯੂ ਵਿਲ ਸੀ ਓਵਰ ਹੇਅਰ ਦਾ ਰਿਪਲਸ਼ਨ। ਤਾਂ ਤੁਹਾਨੂੰ ਤਾਂ ਇਹ ਲੱਗ ਰਿਹਾ ਵੀ ਪਤਾ ਨਹੀਂ ਜਾਦੂਗਰ ਆ ਗਿਆ, ਪਰ ਨਹੀਂ ਭਾਈ, ਮੈਂ ਤਾਂ ਇੱਕ ਸਿੰਪਲ ਅਧਿਆਪਕ ਹਾਂ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵੀ ਕੀ ਵਿਗਿਆਨੀਆਂ ਨੇ ਕਿਹੇ ਜਿਹੇ ਕਾਰਨਾਮੇ ਕੀਤੇ। ਉਸ ਵਕਤ ਉਸਦੇ ਕੋਲ ਐਕਸਪੈਰੀਮੈਂਟ ਨਹੀਂ ਸੀਗਾ ਬਣਿਆ ਹੋਇਆ, ਉਹਦੀ ਇਮੈਜੀਨੇਸ਼ਨ ਇੰਨੀ ਜ਼ਬਰਦਸਤ ਸੀ ਕਿ ਹਾਂ ਇਸ ਤਰ੍ਹਾਂ ਹੋ ਸਕਦਾ ਹੈ, ਹੁੰਦਾ ਹੈ। ਅੱਜ ਕੱਲ੍ਹ ਸਾਰੇ ਕਹਿੰਦੇ ਜੀ ਮੈਨੂੰ ਵੀ ਕਰੰਟ ਲੱਗ ਰਿਹਾ, ਜੀ ਮੈਨੂੰ ਵੀ ਕਰੰਟ ਲੱਗ ਰਿਹਾ, ਮੈਂ ਉੱਥੇ ਹੱਥ ਲਗਾਉਣਾ ਕਰੰਟ ਲੱਗ ਜਾਂਦਾ। ਲੇਕਿਨ ਇਸ ਦੇ ਪਿੱਛੇ ਰਾਜ ਕੀ ਹੈ ਉਹ ਤਾਂ ਲੱਭੋ। ਕਰੰਟ ਤਾਂ ਸਾਰਿਆਂ ਨੂੰ ਲੱਗ ਰਿਹਾ, ਪਰ ਉਹਦਾ ਰਾਜ ਲੱਭਣਾ ਉਸ ਨੂੰ ਵਿਗਿਆਨੀ ਕਿਹਾ ਜਾਊਗਾ, ਰਾਈਟ। ਤਾਂ ਵਿਗਿਆਨ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੋਇਆ ਕਿ ਐਕਚੁਅਲ ਦੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਇਹ ਗੱਲ, ਤੇ ਤੁਹਾਨੂੰ ਦੱਸ ਰਿਹਾ ਸੀਗਾ ਬਾਈ ਰਬਿੰਗ, ਤਾਂ ਤੁਸੀਂ ਕਹੋ ਜੀ ਅਸੀਂ ਤਾਂ ਇੱਥੇ ਫਿਰ ਰਹੇ ਹਾਂ, ਅਸੀਂ ਕਿਹਦੇ ਨਾਲ ਰੱਬ ਹੋ ਗਏ? ਅਸੀਂ ਰੱਬ ਹੋ ਗਏ 에ਅਰ ਦੇ ਨਾਲ। 에ਅਰ ਇਜ਼ ਅ ਮੀਡੀਅਮ ਓਵਰ ਹੇਅਰ ਐਂਡ 에ਅਰ ਮੋਰ ਓਵਰ 에ਅਰ ਇਜ਼ ਡਰਾਈ 에ਅਰ। ਹਿਊਮਿਡਿਟੀ ਜਦੋਂ ਘਟਦੀ ਹੈ ਨਾ ਉਸ ਦੇ ਵਿੱਚ, ਤਾਂ ਉਸ ਨੂੰ ਡਰਾਈ ਮੰਨਿਆ ਜਾਂਦਾ, ਅਦਰਵਾਈਜ਼ ਉਹਦੇ 'ਚ ਵਾਟਰ ਡ੍ਰੌਪਸ ਹੁੰਦੇ ਆ 에ਅਰ ਦੇ ਵਿੱਚ। ਤਾਂ ਹੁਣ ਉਹਦੀ ਕੰਪੋਜੀਸ਼ਨ ਨੂੰ ਸਮਝਦੇ ਹੋਏ ਜਦੋਂ ਅਸੀਂ ਦੇਖਦੇ ਹਾਂ ਕਿ 에ਅਰ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਸਾਡੇ ਜਿਹੜੇ ਕੱਪੜੇ ਆ ਜਿਨ੍ਹਾਂ ਨੇ ਜ਼ਿਆਦਾ ਸਿੰਥੈਟਿਕ ਪਾਏ ਹੋਏ ਹੋਣਗੇ ਉਹਨਾਂ ਨੂੰ ਜ਼ਿਆਦਾ ਕਰੰਟ ਜਿਹੜਾ ਹੈ ਮਹਿਸੂਸ ਹੋਊਗਾ, ਤੇ ਜਿਨ੍ਹਾਂ ਦੇ ਸੂਤੀ ਹੋਣਗੇ ਉਹਨਾਂ ਨੂੰ ਘੱਟ, ਰਾਈਟ। ਤੁਸੀਂ ਕਰਕੇ ਦੇਖ ਲਓ। ਤਾਂ ਤੁਸੀਂ ਜਦੋਂ ਵੀ ਕਿਸੇ ਕੰਡਕਟਰ ਨੂੰ ਛੂ ਲਓਗੇ, ਕੰਡਕਟਰ ਮੀਨਸ ਜਿਸ ਚੋਂ ਅੱਗੇ ਕਰੰਟ ਹੈ ਜਿਹੜਾ ਅਰਥ ਦੇ ਵਿੱਚ ਜਾ ਸਕਦਾ ਹੈ, ਤਾਂ ਜਦੋਂ ਹੀ ਉਸ ਨੂੰ ਤੁਸੀਂ ਟੱਚ ਕਰੋਗੇ ਤਾਂ ਤੁਹਾਨੂੰ ਉਹ ਝਟਕਾ ਜਿਹਾ ਲੱਗੂਗਾ। ਝਟਕੇ ਦਾ ਮਤਲਬ ਕੀ ਹੈ? ਝਟਕੇ ਦਾ ਮਤਲਬ ਹੈ ਵੀ ਉੱਥੇ ਸਾਰੀ ਬਾਡੀ ਦੇ ਉੱਤੇ ਤੁਹਾਡੇ ਇਲੈਕਟ੍ਰੋਨ ਇਕੱਠੇ ਹੋਏ ਸੀਗੇ, ਉਹ ਨਾਲ ਦੀ ਨਾਲ ਇਕੱਠੇ ਦੇ ਇਕੱਠੇ ਟ੍ਰਾਂਸਫਰ ਹੋ ਰਹੇ ਹੈ, ਤਾਂ ਤੁਹਾਨੂੰ ਝਟਕਾ ਲੱਗਦਾ, ਰਾਈਟ। ਤਾਂ ਤੁਸੀਂ ਦੇਖਿਆ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ, ਤੇ ਇੱਕ ਪਾਸੇ ਇਹ ਸੇਮ ਚੀਜ਼ਾਂ ਆ ਗਈਆਂ, ਲਾਈਕ ਚਾਰजेस ਰਿਪੈਲ ਈਚ ਅਦਰ ਐਂਡ ਅਨਲਾਈਕ ਚਾਰजेस ਅਟਰੈਕਟ। ਪ੍ਰੂਫ ਹੋ ਗਿਆ, ਜੋ ਬੁੱਕਸ ਦੇ ਵਿੱਚ ਲਿਖਿਆ ਸੀ ਪ੍ਰੂਫ ਕਰਨ ਦੇ ਵਿੱਚ ਸਫਲ ਹੋ ਗਿਆ, ਰਾਈਟ। ਮਤਲਬ ਬੜੀ ਸਿੰਪਲ ਜੀ ਗੱਲ ਹੈ। ਹੁਣ ਇਸ ਚਾਰਜ ਨੂੰ ਅਸੀਂ ਡਿਟੈਕਟ ਕਿਵੇਂ ਕਰਦੇ ਹਾਂ? with the help of gold leaf electroscope. This is a simple device which is known as a gold leaf electroscope. ਤਾਂ ਇਸ ਦੇ ਵਿੱਚ ਸਾਡੇ ਕੋਲ ਇੱਥੇ ਸੋਨੇ ਦੇ ਪੱਤੇ ਲੱਗੇ ਹੋਏ ਆ। ਤੁਸੀਂ ਕਹੋ ਜੀ ਸੋਨੇ ਦੇ ਪੱਤਿਆਂ ਵਾਲਾ ਇੰਸਟਰੂਮੈਂਟ ਸਰ ਕੋਲ ਹੈ,
बन गई गल, सोना तो महंगा ही बहुत है। ओए डोंट वरी, ये तो सिर्फ 150 रुपीज़ कॉस्ट करता है, मतलब एक लेयर लगाई है ਅਸੀਂ छोटी जी विच, बस होर कुछ नहीं है। तुसीं कागज़ लगा के भी कर सकते हो, डोंट वरी। तो हुण इस दे विच की है कि तुसीं ये देखना कि जिवें मैं कोई चीज़ इस दे नेड़े लेके जाना तो इस दे उत्ते की हुंदा। देखो ये चीज़ मैं लेके जा रहा इहदे कोल, हुण मैं चार्ज बैलून लेके जा रहा इस दे कोल, ये देखो। आई होप सो कि यू आर वाचिंग दिस मूवमेंट। दोबारा रब करते हैं इसनू। बाय रबिंग द चार्जेस अपीयर्स, चार्ज आ गया इस बैलून के उत्ते। तो हुण तुसीं देखदे हो कि जिवें मैं बैलून नूं इस दे नेड़े लेके जाना तो लीव्स ओपन होने शुरू हो गए। देखो ओपन हो गए ना, ओ वाओ, फिर तुहाडे दिमाग 'च आ गया ट्रांसफर हो गया दोनों लीव्स नूं, ते दोनों लीव्स दे विच सेम चार्ज आ गया, लाइक चार्जेस रिपेल ईच अदर, ते उन्होंने एक दूसरे नूं रिपेल कर दिता, राइट। यू गॉट। ਤਾਂ ਅਸੀਂ ਦੇਖਿਆ ਕਿ ਰਬ ਕਰਨ ਦੇ ਉੱਤੇ ਚਾਰਜ ਆ ਗਿਆ ਸੀਗਾ, ਚਾਰਜ ਫਿਰ ਪੋਜ਼ਿਟਿਵ ਨੈਗੇਟਿਵ ਐਂਡ ਸੋ ਔਨ। ਤਾਂ ਹੁਣ ਤੁਹਾਨੂੰ ਅਸੀਂ ਸਾਹਿਲ ਦੇ ਨਾਲ ਲੈ ਕੇ ਚੱਲਦੇ ਹਾਂ ਕਿ ਉਸ ਨੂੰ ਦਿਖਾਉਂਦੇ ਕਿ ਸਾਡੀ ਬੋਡੀ ਜਿਸ ਤਰ੍ਹਾਂ ਸਾਹਿਲ ਦੀ ਬੋਡੀ ਉਸ ਤਰ੍ਹਾਂ ਹੀ ਸਾਡੀ ਬੋਡੀ ਹੈ, ਹਿਊਮਨ ਬੋਡੀ। ਗੱਲ ਤਾਂ ਹਿਊਮਨ ਬੋਡੀ ਦੀ ਕਰਨੀ ਸੀ ਕਿ ਹਿਊਮਨ ਬੋਡੀ ਦੇ ਵਿੱਚ ਜਿਹੜਾ ਚਾਰਜ ਹੁੰਦਾ ਤੇ ਉਹ ਚਾਰਜ ਨੂੰ ਅਸੀਂ ਬਾਹਰ ਕਿਵੇਂ ਕੱਢਣਾ, ਉਹ ਚਾਰਜ ਕੰਡਕਟ ਵੀ ਹੋ ਸਕਦਾ ਹੈ, ਇਸ ਲਈ ਸਾਨੂੰ ਕਰੰਟ ਲੱਗਦਾ। ਅਸੀਂ ਕਰੰਟ ਦੀਆਂ ਗੱਲਾਂ ਕਰ ਰਹੇ ਸੀਗੇ, ਹੈ ਨਾ। करंट एक्चुअल ਹੁੰਦਾ ਕੀ ਹੈ ਕਿ ਜਦੋਂ ਇਹ ਚਾਰਜ ਫਲੋ ਕਰਨ ਲੱਗ ਜਾਂਦਾ ਤਾਂ ਉਸ ਨੂੰ ਕਰੰਟ ਕਿਹਾ ਜਾਂਦਾ, ਦਾ ਫਲੋ ਆਫ ਚਾਰਜ ਜਾਂ ਫਲੋ ਆਫ ਇਲੈਕਟ੍ਰੋਨਸ ਕਹਿ ਦਿੰਦੇ ਆ, ਕਿਉਂਕਿ ਇਲੈਕਟ੍ਰੋਨ ਟ੍ਰਾਂਸਫਰ ਹੁੰਦੇ ਆ ਕਿਸੇ ਚੀਜ਼ ਦੇ ਵਿੱਚ, ਤਾਂ ਇਲੈਕਟ੍ਰੋਨਸ ਇਕੱਠੇ ਹੁੰਦੇ ਆ, ਇਲੈਕਟ੍ਰੋਨਸ ਟ੍ਰਾਂਸਫਰ ਹੁੰਦੇ ਆ। ਤਾਂ ਸਾਹਿਲ ਨੂੰ ਮੈਂ ਰਿਕੁਐਸਟ ਕਰੂੰਗਾ, ਸਾਹਿਲ ਮੇਰੇ ਕੋਲ ਆਓ ਤੇ ਆਪਾਂ ਇਹ ਦੇਖਦੇ ਹਾਂ ਕਿ ਇਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਹੈ ਚਾਰਜ ਜਿਹੜਾ ਹੇਅਰ ਤੋਂ ਅਸੀਂ ਡਿਟੈਕਟ ਕਰਦੇ ਹਾਂ ਕਿ ਜਿਹੜੇ ਹੇਅਰਸ ਹੈ, ਦੇਖੋ ਇਹ ਹੇਅਰਸ ਡਰਾਈ ਹੈ, ਡਰਾਈ ਹੋਣੇ ਚਾਹੀਦੇ ਪਰ ਤੇਲ ਨਾ ਲੱਗਿਆ ਹੋਵੇ, ਇਸ ਲਈ ਤਾਂ ਮੈਂ ਸਾਹਿਲ ਨੂੰ ਚੁਣਿਆ ਇੱਥੇ। ਹੁਣ ਇਹ ਜਿਹੜੇ ਹੇਅਰਸ ਹੈ ਤਾਂ ਇਹਨਾਂ ਦੇ ਵਿੱਚ ਇਹ ਸਾਡੇ ਕੋਲ ਇੱਕ ਤਰ੍ਹਾਂ ਦਾ ਸਮਾਲ ਵੈਨ ਡੀ ਗ੍ਰਾਫ, ਇਹ ਤੁਸੀਂ ਦੇਖੋ, ਮਤਲਬ ਇਸ ਦੇ ਵਿੱਚ ਰਬਿੰਗ ਹੋ ਰਹੀ ਹੈ। ਰਬਿੰਗ ਹੋਣ ਦੇ ਨਾਲ ਕੀ ਹੈ, ਚਾਰਜ ਆ ਰਿਹਾ ਤੇ ਉਹ ਚਾਰਜ ਦੇ ਨਾਲ ਕੀ ਹੋ ਰਿਹਾ ਕਿ ਸਾਹਿਲ ਦੇ ਜਿਹੜੇ ਹੇਅਰ ਹੈ ਉਹ ਅਟਰੈਕਟ ਹੋ ਰਹੇ, ਦੇਖਿਆ। ਉਹ ਇਹ ਦਿਖਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਗਏ। ਇੱਕ ਵੈਨ ਡੀ ਗ੍ਰਾਫ ਦਾ ਅਸੀਂ ਐਕਸਪੈਰੀਮੈਂਟ ਦਿਖਾਉਂਦੇ ਹਾਂ ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਹੇਅਰਸ ਹੈ ਉਹਨੂੰ ਪੱਗ ਟੱਚ ਕਰਦੇ ਸਾਰੀ ਹੇਅਰਸ ਖੜੇ ਹੋ ਜਾਂਦੇ ਆ, ਠੀਕ ਹੈ ਨਾ। ਉਹਦਾ ਸੇਮ ਐਕਸਪੈਰੀਮੈਂਟ ਅਸੀਂ ਤੁਹਾਨੂੰ ਦਿਖਾਇਆ। ਤੇ ਹੁਣ ਇਹ ਜਿਹੜਾ ਚਾਰਜ ਹੈ ਜਦੋਂ ਫਲੋ ਕਰਦਾ ਹੈ ਬੋਡੀ ਦੇ ਵਿੱਚੋਂ ਤਾਂ ਕਰੰਟ ਵੱਜਦਾ। ਤਾਂ ਆਓ ਅਰਸ਼ਦੀਪ ਜੀ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ ਜਿਹੜਾ ਕਰੰਟ ਕਿਸ ਤਰ੍ਹਾਂ ਵੱਜਦਾ ਤੇ ਉਹ ਬੋਡੀ ਦੇ ਵਿੱਚੋਂ ਕਰੰਟ ਹੈ ਜਿਹੜਾ ਕਿਸ ਤਰ੍ਹਾਂ ਪਾਸ ਹੁੰਦਾ। ਤੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸ ਦੇਣਾ ਚਾਹੁੰਦਾ ਕਿ ਨੈਵਰ ਟਰਾਈ ਟੂ ਟੱਚ ਨੇਕਡ ਵਾਇਰਸ। ਤਾਂ ਤੁਸੀਂ ਕੁਐਸਚਨ ਵੀ ਕਰ ਸਕਦੇ ਹੋ ਮੈਨੂੰ ਕਿ ਸਰ ਤੁਸੀਂ ਸਾਡੇ ਸਾਹਮਣੇ ਨੇਕਡ ਵਾਇਰਸ ਨੂੰ ਪਕੜੀ ਜਾਂਦੇ ਹੋ, ਲੇਕਿਨ ਜਿਹੜਾ ਇੱਕ ਟੀਚਰ ਹੈ ਨਾ ਉਹ ਤੁਹਾਨੂੰ ਐਕਸਪਲੇਨ ਵੀ ਕਰਦਾ, ਨਾਲ ਐਕਸਪਲੇਨ ਕਰਦਾ। ਬਿਲਕੁਲ ਮੈਂ ਤੁਹਾਨੂੰ ਨੇਕਡ ਵਾਇਰਸ ਦਿਖਾ ਰਿਹਾ, ਲੇਕਿਨ ਇੱਥੇ ਮੈਂ ਸਿਰਫ ਤੇ ਸਿਰਫ 9 ਵੋਲਟ ਦੀ ਬੈਟਰੀ ਯੂਜ਼ ਕਰ ਰਿਹਾ ਜਿਹੜੀ ਕਿ ਮੈਨੂੰ ਹਾਰਮਫੁਲ ਨਹੀਂ ਹੋਊਗੀ ਮੇਰੀ ਬੋਡੀ ਦੇ ਲਈ। ਇਸ ਲਈ ਅਰਸ਼ਦੀਪ ਡਰਨ ਦੀ ਨਹੀਂ ਲੋੜ ਹੈ ਕਿਉਂਕਿ ਮੈਂ ਖੜਾ ਤੁਹਾਡੇ ਕੋਲ ਤੇ ਮੈਂ ਨਾ ਮਤਲਬ ਟੀਚਰ ਹੋਇਆ ਕਰਦਾ ਤੇ ਅਧਿਆਪਕ ਜਿੱਥੇ ਹੁੰਦਾ ਤੇ ਉੱਥੇ ਬੱਚੇ ਨੂੰ ਆਪਣੇ ਮਨ ਦੇ ਵਿੱਚੋਂ ਡਰ ਕੱਢ ਕੇ ਕਲਾਸ ਦੇ ਵਿੱਚ ਆਉਣਾ ਚਾਹੀਦਾ। ਤਾਂ ਇੱਕ ਨੇਕਡ ਵਾਇਰ ਮੈਂ ਪਕੜ ਲਈ ਤੇ ਇੱਕ ਨੇਕਡ ਵਾਇਰ ਤੁਸੀਂ ਪਕੜ ਲਓ। ਦੇਖੋ ਕੁਝ ਵੀ ਨਹੀਂ ਹੋਇਆ। ਹਾਂ ਹੋਊਗਾ, ਹਾਲੇ ਹੋਇਆ ਕੁਝ ਨਹੀਂ। ਹੋਊਗਾ ਕਦੋਂ ਹੋਊਗਾ? ਦਿਸ ਇਜ਼ ਐਨ ਓਪਨ ਸਰਕਟ। ਹਾਲੇ ਤਾਂ ਸਵਿਚ ਆਫ ਪਿਆ ਭਾਈ, ਔਨ ਕਰਨਾ ਹੈ ਤਾਂ ਸਵਿਚ ਆਫ ਤੇ ਔਨ ਦਾ ਸਿਸਟਮ ਇੱਥੋਂ ਸਮਝ ਆ ਜਾਣਾ ਚਾਹੀਦਾ ਹੈ ਕਿ ਜਦੋਂ ਸਵਿਚ ਔਨ ਕਰਦੇ ਆ ਮੀਨਸ ਅਸੀਂ ਕੰਟੈਕਟ ਦੇ ਵਿੱਚ ਆ ਜਾਂਦੇ ਆ, ਜੁੜ ਜਾਂਦੀਆਂ ਤਾਰਾਂ, ਤੇ ਆਫ ਦੇ ਵਿੱਚ ਕੱਟ ਜਾਂਦੀਆਂ। ਆ ਦੇਖੋ ਅਰਸ਼ਦੀਪ, ਮੈਂ ਤੁਹਾਨੂੰ ਕਹੂੰਗਾ ਵੀ ਆਪਣਾ ਹੱਥ ਉੱਪਰ ਕਰ ਲਓ ਤਾਂ ਕਿ ਸਾਰਿਆਂ ਨੂੰ ਦਿਸ ਜੇ। ਦਿਸ ਵੇ ਲਓ ਜੀ, ਪਕੜ ਕੇ ਰੱਖੋ। सुन रहे हो दोनों? देखो दिस इज नाउ क्लोज सर्किट, दिस इज ओपन सर्किट। पर अर्शदीप तो बच के रहना, तुसी इहदी पूरी बॉडी च इस वेले राइट। तो इस दे नाल मैं क्लोज सर्किट ओपन सर्किट किस तरह दे नाल साडी बॉडी एक बिहेव करती है ते ये तुहानूं दिखाउण दे विच सफल होया। तो हुण तुसी देखो कि इस नूं असी एज ए डिटेक्टर कि किहड़ा बंदा जवान है ते किहड़ा बुढ़ा है भी दस सकते हैं। अच्छा लै देखी आओ, लेट अस ट्राई। अर्श हुण तुसीं पहले एक तार पकड़ी सी ना, हुण अर्शदीप सिंह जी तुसीं दोनों तारां पकड़ लो। सुन रहे हो साउंड?
ਤਾਂ ਇਸ ਦਾ ਮਤਲਬ ਕੀ ਹੋਇਆ ਵੀ ਇਹਨਾਂ ਦੇ ਸੈੱਲ ਹਾਲੇ ਜਵਾਨ ਹੈ, ਕਿਉਂਕਿ ਸਾਡੀ ਬਾਡੀ ਸਾਰੀ ਸੈੱਲਾਂ ਤੇ ਕੰਮ ਕਰ ਰਹੀ ਹੈ। ਤਾਂ ਆਓ ਜਰਾ ਮੇਰੇ ਵੱਲ ਵੀ ਨਿਗਾਹ ਮਾਰ ਲਓ ਤੇ ਮੈਂ ਹੁਣ ਦੋਨੋਂ ਤਾਰਾਂ ਪਕੜਦਾ ਤੁਹਾਡੇ ਕੋਲ। ਸਰ ਜੀ ਬਸ ਹੁਣ ਤੁਸੀਂ ਤਿਆਰੀ ਕਰੋ ਆਪਣੀ, ਹੈ ਨਾ। ਤੇ ਤੁਸੀਂ ਬਜ਼ੁਰਗ ਹੋ ਗਏ ਹੋ? ਨਹੀਂ ਨਹੀਂ, ਬਜ਼ੁਰਗ ਆ ਮੈਂ, ਪਰ ਮੈਂ 55 ਸਾਲ ਦਾ ਜਵਾਨ ਹਾਂ। ਓਕੇ, ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਇਹ ਸਾਰਾ ਤੁਹਾਨੂੰ ਦਿਖਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਐਕਚੁਅਲੀ ਐਕਸਪੈਰੀਮੈਂਟ ਉਦੋਂ ਹੀ ਪਰਫਾਰਮ ਹੋਇਆ ਕਰਦਾ ਜਦੋਂ ਸਾਰੀਆਂ ਕੰਡੀਸ਼ਨਸ ਫੁੱਲਫਿਲ ਹੁੰਦੀਆਂ, ਤਾਂ ਜਿਵੇਂ ਹੀ ਕੰਡੀਸ਼ਨਸ ਫੁੱਲਫਿਲ ਹੋ ਜਾਂਦੀਆਂ ਤਾਂ ਹੁਣ ਤੁਹਾਨੂੰ ਦਿਖਾਉਣਾ ਕਿ ਜਿਸ ਦੇ ਪਿੱਛੇ ਸੰਸਾਰ ਨੇ ਇਹ ਸੋਚਿਆ ਕਿ ਇਹ ਸਾਰਾ ਮੈਜਿਕ ਹੈ, ਸਾਇੰਸ, ਨੋ 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 ਨੋ, ਇਹ ਇੱਕ ਇਨਵਰਟਰ ਬਲਬ ਬਣਾਇਆ ਗਿਆ। ਤੇ ਇਨਵਰਟਰ ਬਲਬ ਦੇ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੰਮ ਕਰਦਾ। ਤਾਂ ਕਰਨਵੀਰ ਤੁਸੀਂ ਆਓ ਮੇਰੇ ਕੋਲ, ਤੁਹਾਡੀਆਂ ਵੀ ਸੇਵਾਵਾਂ ਅਸੀਂ ਲਈਏ। ਕਿ ਜਦੋਂ ਸਟੂਡੈਂਟਸ ਆਪ ਪਰਫਾਰਮ ਕਰਦੇ ਨਾ ਕਲਾਸਰੂਮ ਦੇ ਵਿੱਚ ਆ ਕੇ, ਤਾਂ ਫਿਰ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਕਿ ਸਰ ਇਹ ਐਕਸਪੈਰੀਮੈਂਟ ਮੈਂ ਕੀਤਾ। ਤਾਂ ਦੇਖੋ ਕਰਨਵੀਰ, ਐਕਚੁਅਲ ਦੇ ਵਿੱਚ ਇਹ ਜਿਹੜਾ ਸਾਡੇ ਕੋਲ ਹੈਗਾ ਇਹ ਏਸੀ ਬਲਬ ਹੈ। ਮੈਂ ਤੁਹਾਨੂੰ ਦਿਖਾਉਂਦਾ ਹੁਣੇ ਕਿ ਇਹ ਮੇਰੇ ਕੋਲ ਹੋਲਡਰ ਹੈ, ਔਰ ਇਸ ਹੋਲਡਰ ਦੇ ਨਾਲ ਅਸੀਂ ਇਸ ਨੂੰ ਜਗਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਰਾਈਟ। ਪਕੜ ਲਓ ਇਸ, ਅਸੀਂ ਇਸ ਨੂੰ ਹੁਣ ਇਨਸਰਟ ਕਰ ਰਹੇ ਹਾਂ ਪਲੱਗ ਦੇ ਵਿੱਚ। ਤਾਂ ਦੇਖੋ ਗਲੋ ਹੋ ਗਿਆ ਹੈ। ਤਾਂ ਏਸੀ ਦੇ ਨਾਲ ਚੱਲਣ ਵਾਲਾ ਇਹ ਬਲਬ ਹੈ, ਰਾਈਟ। ਤਾਂ ਹੁਣ ਤੁਸੀਂ ਦੇਖੋਗੇ ਕਿ ਇਹੀ ਬਲਬ ਹੈ ਜਿਹੜਾ ਇਹ ਅਰਸ਼ਦੀਪ ਦੇ ਨਾਲ ਵੀ ਚੱਲ ਸਕਦਾ, ਔਰ ਇਹ ਸਾਹਿਲ ਦੇ ਨਾਲ ਵੀ ਚੱਲ ਸਕਦਾ, ਤੇ ਕਰਨਵੀਰ ਦੇ ਨਾਲ ਵੀ ਚੱਲ ਸਕਦਾ। ਕਰਨਵੀਰ ਦੇਖਿਓ ਜਰਾ, ਕਰਨਵੀਰ ਦੇ ਮੱਥੇ ਤੇ ਲਗਾ ਕੇ ਬਲਬ ਚਲਾਇਆ ਜਾ ਰਿਹਾ ਹੈ। ਤਾਂ ਤੁਹਾਨੂੰ ਤਾਂ ਜਾਦੂ ਲੱਗਣਾ ਹੀ ਹੈ ਨਾ। ਇਹ ਜਾਦੂ ਨਹੀਂ ਹੈ, ਇਹ ਸਾਡੇ ਵਿਗਿਆਨੀਆਂ ਦੀਆਂ ਖੋਜਾਂ ਜੋ ਸਾਨੂੰ ਮਜਬੂਰ ਕਰਦੀਆਂ ਕਿ ਆਹ ਸਾਇੰਸ ਪੜ੍ਹ, ਆਹ ਮੈਥਮੈਟਿਕਸ ਪੜ੍ਹ। ਕਿੱਥੇ ਅਸੀਂ ਚੰਦਰਮਾ ਤੇ ਪਹੁੰਚ ਗਏ, ਕਿੱਥੇ ਅਸੀਂ ਮਾਰਸ ਤੇ ਪਹੁੰਚ ਗਏ, ਤੇ ਤੂੰ ਅੱਜ ਇੱਕ ਸਾਇੰਸ ਤੇ ਮੈਥਮੈਟਿਕਸ ਦੀ ਕਿਤਾਬ ਤੋਂ ਡਰੀ ਜਾਂਦਾ। ਵਾਹ। ਤਾਂ ਇਹ ਇਨਸਾਨ ਹੈ ਜਿਹੜਾ ਆਪਣੇ ਬਾਡੀ ਦੇ ਨਾਲ ਜਿਹੜਾ ਹੈ ਇਸ ਨੂੰ ਗਲੋ ਕਰ ਸਕਦਾ। ਦੇਖੋ ਮੈਂ ਸਿਰਫ ਹੱਥ ਲਗਾਇਆ, ਅੰਗੂਠਾ ਲਗਾਇਆ ਇਸ ਦੇ ਪਿੱਛੇ, ਤੇ ਮੈਂ ਇਸ ਨੂੰ ਗਲੋ ਕਰਕੇ ਤੁਹਾਨੂੰ ਦਿਖਾ। ਤੋ ਦਿਸ ਵੇ ਦੇਖੋਗੇ ਕਿ ਇਹ ਮੇਰੇ ਕੋਲ ਸੈਂਸਰ ਲੱਗਿਆ ਹੋਇਆ, ਤੇ ਜਿਵੇਂ ਹੀ ਹਨੇਰਾ ਹੋਣਾ ਮੈਂ ਹਨੇਰਾ ਕਰਨ ਜਾ ਰਿਹਾ ਇਸ ਦੇ ਸੈਂਸਰ ਦੇ ਉੱਪਰ। ਦੇਖ ਲਿਆ ਤੁਸੀਂ, ਗਲੋ ਵੱਧ ਗਿਆ ਹੋਇਆ। ਜਿਸ ਤਰ੍ਹਾਂ ਹੀ ਮੈਂ ਸੈਂਸਰ ਦੇ ਉੱਤੇ ਲਾਈਟ ਆਣੀ ਸ਼ੁਰੂ ਹੋ ਗਈ ਹੈ, ਬਲਬ ਆਫ, ਨਾਓ ਬਲਬ ਔਨ। ਰਾਤ ਵੇਲੇ ਆਪਣੇ ਆਪ ਜਗ ਜਾਇਆ ਕਰਨਗੇ ਤੇ ਦਿਨ ਵੇਲੇ ਆਪਣੇ ਆਪ ਬੰਦ ਹੋ ਜਾਇਆ ਕਰਨਗੇ। ਤੇ ਇਹ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ ਉਸ ਨੂੰ ਅਸੀਂ ਯੂਜ਼ ਕਰਨਾ ਹੈ। ਇਹੀ ਸਾਇੰਸ ਹੈ, ਇਹੀ ਵਿਗਿਆਨ ਹੈ ਸਾਡਾ। ਇਸ ਤੋਂ ਵੱਧ ਫਾਇਦਾ ਉਠਾਈਏ। ਤਾਂ ਤੁਸੀਂ ਇਹ ਮੇਰੇ ਤੋਂ ਪੁੱਛ ਸਕਦੇ ਹੋ ਕਿ ਸਰ ਤੁਸੀਂ ਇਕੱਲੇ ਬੈਲੂਨ ਨਾਲ ਹੀ ਦਿਖਾਇਆ ਕਿ ਹੋਰ ਚੀਜ਼ਾਂ ਨੂੰ ਰਬ ਕਰਕੇ ਵੀ ਚਾਰਜ ਆ ਸਕਦਾ। ਯੈਸ, ਆਹ ਦੇਖੋ ਤੁਹਾਡੇ ਸਾਹਮਣੇ ਅਸੀਂ ਇੱਕ ਇਹ ਟੈਫਲਨ ਟੇਪ ਹੈ ਸਾਡੇ ਕੋਲ, ਇਸ ਦੇ ਨਾਲ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇਹ ਜਿਹੜੀ ਟੇਪ ਹੈ ਇਹ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ। ਪਲੰਬਰਸ ਕੋਲ ਹੁੰਦੀ ਹੈ, ਔਰ ਅਧਿਆਪਕ ਦਾ ਕੰਮ ਹੁੰਦਾ ਕਿ ਅਧਿਆਪਕ ਹਰ ਚੀਜ਼ ਐਕਸਪਲੇਨ ਕਰਦਾ ਹੈ, ਦੱਸਦਾ, ਲੁਕੋ ਕੇ ਨਹੀਂ ਰੱਖਦਾ। ਪਰ ਜਾਦੂਗਰ ਹਰ ਚੀਜ਼ ਲੁਕੋ ਕੇ ਰੱਖਦਾ, ਦੱਸਦਾ ਕੁਝ ਨਹੀਂ ਹੈ। ਰਿਮੈਂਬਰ ਦਿਸ ਥਿੰਗ। ਤਾਂ ਤੁਸੀਂ ਜਾਦੂਗਰ ਕੋਲ ਜਾਣਾ ਪਸੰਦ ਕਰਦੇ ਹੋ ਕਿ ਟੀਚਰ ਕੋਲੇ? ਬਸ ਇੱਥੇ ਹੀ ਫਰਕ ਹੈ। ਤਾਂ ਟੀਚਰ ਕੋਲੇ ਆਓਗੇ, ਐਕਸਪਲੇਨੇਸ਼ਨ ਉਹਨੂੰ ਮਿਲੂਗੀ, ਤੁਹਾਨੂੰ ਇੰਜੋਏ ਕਰੋਗੇ। ਆਹ ਦੇਖੋ ਹੁਣ ਇਹ ਮੇਰੇ ਹੱਥ ਦੇ ਨਾਲ ਸਟਿਕ ਨਹੀਂ ਕਰ ਰਹੀ ਟੇਪ। ਹੁਣ ਮੈਂ ਇਸ ਨੂੰ ਰੱਬ ਕਰੂੰਗਾ, ਉਸੇ ਟੇਪ ਨੂੰ ਮੈਂ ਰੱਬ ਕਰੂੰਗਾ ਤਾਂ ਤੁਸੀਂ ਦੇਖੋਗੇ ਇੱਕਦਮ ਮੇਰੇ ਹੱਥ ਵੱਲ ਖਿੱਚੀ ਆਊਗੀ। ਬਾਈ ਰਬਿੰਗ the charges appears। ਰੱਬ ਕਰਤਾ ਸੀ ਤਾਂ ਹੁਣ ਤੁਸੀਂ ਦੇਖੋ ਕੀ ਹੋ ਰਿਹਾ। ਉਹੀ ਜਿਹੜੀ ਟੈਫਲਨ ਟੇਪ ਹੈ ਹੁਣ ਤਾਂ ਦੂਰੇ ਭੱਜੀ ਆ ਰਹੀ ਹੈ ਨਾ। ਫਿਰ ਤੁਹਾਨੂੰ ਲੱਗਦਾ ਨਾ ਵੀ ਜਾਦੂ ਹੈ, ਪਰ ਨਹੀਂ ਨਹੀਂ ਨਹੀਂ, ਵਿਗਿਆਨ ਹੈ। ਵਿਗਿਆਨ ਦਿਮਾਗ 'ਚ ਬਿਠਾ ਲਓ, ਵਿਗਿਆਨ ਜਾਦੂ ਕੀ ਫਰਕ ਹੈ। ਤਾਂ ਹੁਣ ਤੁਹਾਨੂੰ ਅਸੀਂ ਇੱਕ ਬੜਾ ਹੀ ਇੰਟਰਸਟਿੰਗ ਐਕਸਪੈਰੀਮੈਂਟ ਕਰਕੇ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ ਕਿ ਉਸ ਦੇ ਵਿੱਚ ਇੱਕ ਜਿਹੜਾ ਬੈਲੂਨ ਹੈ ਉਸ ਨੂੰ ਅਸੀਂ ਇਨਫਲੇਟ ਕਰਦੇ ਹਾਂ। ਹੁਣ ਇਸ ਬੈਲੂਨ ਨੂੰ ਇਨਫਲੇਟ ਕੀਤਾ ਤਾਂ ਇਸ ਦੇ ਉੱਤੇ ਕੀ ਆ ਗਿਆ? ਚਾਰਜ ਆ ਗਿਆ। ਤੁਹਾਨੂੰ ਉਸ ਤਰ੍ਹਾਂ ਹੀ ਦਿਖਾਇਆ ਸੀ। ਹੁਣ ਇਸ ਤੇ ਚਾਰਜ ਆ ਗਿਆ, ਇਸ ਨੂੰ ਅਸੀਂ ਕੀਤਾ ਸੀਗਾ, ਇਸ ਤੇ ਵੀ ਚਾਰਜ ਹੈ। ਜਦੋਂ ਇਸ ਦੇ ਉੱਤੇ ਵੀ ਚਾਰਜ ਹੈ, ਬੈਲੂਨ ਦੇ ਉੱਤੇ ਵੀ ਚਾਰਜ ਹੈ, ਤਾਂ ਦੇਖਣਾ ਵੀ ਰਿਪਲਸ਼ਨ ਹੋ ਰਹੀ ਹੈ ਕਿ ਅਟਰੈਕਸ਼ਨ ਹੋ ਰਹੀ ਹੈ। ਜਸਟ ਹਾਂਜੀ ਕੀ ਹੋ ਰਿਹਾ देखो हो रही है ना रिपल्शन, क्योंकि टेफ्लॉन और बैलून
सेम मटेरियल, ਤਾਂ ਇਸ ਦੇ ਵਿੱਚ ਕੀ ਹੋ ਗਿਆ? ਰਿਪਲਸ਼ਨ। ਨਾਓ ਰਿਪਲਸ਼ਨ ਇਜ਼ देयर। ਇਫ ਰਿਪਲਸ਼ਨ ਇਜ਼ देयर, ਅਗਰ ਰਿਪਲਸ਼ਨ ਹੋ ਰਹੀ ਹੈ ਇਸ ਦੇ ਵਿੱਚ, ਤਾਂ ਦੂਸਰੇ ਪਾਸੇ ਜਦੋਂ ਤੁਸੀਂ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਅਟਰੈਕਸ਼ਨ ਵੀ ਹੋ ਰਹੀ ਹੈ ਇਸ ਦੇ ਵਿੱਚ। ਆ ਦੇਖੋ, ਇਹ ਜਿੱਥੇ ਰਿਪਲਸ਼ਨ ਹੋ ਰਹੀ ਹੈ ਉੱਥੇ ਹੁਣ ਦੂਸਰੀ ਸਾਈਡ ਤੋਂ ਅਟਰੈਕਸ਼ਨ ਹੋ ਰਹੀ ਹੈ। ਤਾਂ ਇਸ ਦਾ ਮਤਲਬ ਜਦੋਂ ਅਸੀਂ ਰਬ ਕਰਦੇ ਹਾਂ ਬੈਲੂਨ ਨੂੰ, ਤਾਂ ਉਸਦੇ ਇੱਕ ਪਾਸੇ ਜਿਹੜਾ ਚਾਰਜ ਆਉਂਦਾ ਹੈ ਤਾਂ ਉਸਦੇ ਦੂਸਰੇ ਪਾਸੇ ਦੂਸਰਾ ਚਾਰਜ ਆ ਜਾਂਦਾ ਹੈ। ਤਾਂ ਇਸ ਦਾ ਮਤਲਬ ਇਲੈਕਟ੍ਰੋਸਟੈਟਿਕਸ, ਚਾਰजेस ਐਟ ਰੈਸਟ। ਚਾਰजेस ਹੈ ਜਿਹੜੇ ਉਹ ਰੈਸਟ ਤੇ ਹੁੰਦੇ ਆ, ਰੈਸਟ ਤੇ ਹੋਣ ਕਰਕੇ ਉਹ ਇੱਕ ਪਾਸੇ ਹੀ ਚਾਰਜ ਰਹਿੰਦਾ ਔਰ ਦੂਸਰੇ ਪਾਸੇ ਡੈਫੀਸ਼ੀਐਂਸੀ ਕਰਕੇ ਦੂਸਰਾ ਚਾਰਜ ਹੋਇਆ ਕਰਦਾ ਹੈ। ਤਾਂ ਇਹ ਮੈਂ ਤੁਹਾਨੂੰ ਦਿਖਾਉਣ ਦੇ ਵਿੱਚ ਸਫਲ ਹੋ ਗਿਆ। ਜਿੱਥੇ ਅਸੀਂ ਹੁਣੇ ਗੱਲ ਕਰ ਰਹੇ ਸੀ ਨਾ ਚਾਰजेस ਦੀ, ਕਿ ਚਾਰजेस ਦੋ ਤਰ੍ਹਾਂ ਦੇ ਆ, ਕਿਸ ਤਰ੍ਹਾਂ ਉਹ ਚਾਰਜ ਫਲੋ ਕਰਦਾ, ਕਰੰਟ ਬਣ ਜਾਂਦਾ, ਕਿਸ ਤਰ੍ਹਾਂ ਕਰੰਟ ਦੇ ਨਾਲ ਹਿਊਮਨ ਬੋਡੀ ਇਜ਼ ਅ ਗੁੱਡ ਕੰਡਕਟਰ, ਹੈ ਨਾ। ਉਹ ਸਾਡੀ ਬੋਡੀ ਦੇ ਵਿੱਚੋਂ ਅਸੀਂ ਕਰੰਟ ਚਲਾ ਕੇ ਦਿਖਾਇਆ, ਤੇ ਫਿਰ ਅਸੀਂ ਆਪਣੀ ਬੋਡੀ ਦੇ ਨਾਲ ਹੀ ਬਲਬ ਜਗਾ ਕੇ ਦਿਖਾਇਆ ਤੁਹਾਨੂੰ ਹੁਣੇ। ਤੁਸੀਂ ਦੇਖਿਆ ਨਾ ਕਿੰਨਾ ਸੋਹਣੇ ਢੰਗ ਦੇ ਨਾਲ ਉਹ ਬਲਬ ਜਦੋਂ ਅਸੀਂ ਕਰਨਵੀਰ ਦੇ ਮੱਥੇ ਤੇ ਲਗਾਇਆ ਤੇ ਮੱਥੇ ਨਾਲ ਹੀ ਚੱਲ ਪਿਆ ਹੋਇਆ ਬਲਬ, ਹੈ ਨਾ। ਕਮਾਲ ਦੀ ਗੱਲ। ਤੇ ਐਸੀ ਟੈਕਨੋਲੋਜੀ ਨੂੰ ਬਣਾਉਣਾ, ਅਪਣਾਉਣਾ ਔਰ ਉਸ ਤੋਂ ਕੰਮ ਲੈਣਾ, ਇਹੀ ਸਾਡੀ ਸਾਇੰਸ ਹੈ। ਤੇ ਅੱਜ ਸਾਡੇ ਬੱਚੇ ਸਾਇੰਸ ਤੋਂ ਨਾ ਭੱਜਣ। ਸਾਇੰਸ ਬੜੀ ਆਸਾਨ ਹੈ, ਮੈਥਮੈਟਿਕਸ ਬੜਾ ਆਸਾਨ ਹੈ। ਸਾਡੇ ਟੀਚਰਸ ਨੂੰ ਜਰਾ ਧਿਆਨ ਨਾਲ ਸੁਣ ਕੇ ਤਾਂ ਦੇਖੋ, ਤੁਸੀਂ ਬੈਠੋ ਤਾਂ ਸਹੀ ਸਾਡੀ ਕਲਾਸ ਦੇ ਵਿੱਚ ਇੱਕ ਵਾਰੀ ਆ ਕੇ। ਤਾਂ ਇਸ ਦੇ ਨਾਲ ਹੀ ਮੈਂ ਜੋੜਦਾ ਹੋਇਆ ਤੁਹਾਨੂੰ ਐਕਸਪੈਰੀਮੈਂਟ ਦਿਖਾਉਣਾ ਚਾਹੁੰਦਾ ਕਿ ਇੱਕ ਸਿੰਪਲ ਯੂਜ਼ਡ ਜਿਹੜੀ ਹੈ ਇਹ ਸਰਿੰਜ, ਉਸ ਨੂੰ ਮੈਂ ਯੂਟੀਲਾਈਜ਼ ਕਰ ਰਿਹਾ। ਤਾਂ ਯੂਟੀਲਾਈਜ਼ ਕਿਸ ਤਰ੍ਹਾਂ ਕਰ ਰਿਹਾ ਕਿ ਇਸ ਦੇ ਵਿੱਚ ਇੱਕ ਪਿਸਟਨ ਹੁੰਦਾ। ਤਾਂ ਇਸ ਨੂੰ ਜਦੋਂ ਅਸੀਂ ਖਿੱਚਦੇ ਹਾਂ ਤਾਂ ਮੈਂ ਬੱਚਿਆਂ ਨੂੰ ਪੁੱਛਦਾ ਵੀ ਮੈਂ ਇਸ ਨੂੰ ਖਿੱਚਿਆ ਤੇ ਪਿਸਟਨ ਥੱਲੇ ਆ ਗਿਆ ਤੇ ਪਿਸਟਨ ਵਾਪਸ ਨਹੀਂ ਜਾ ਰਿਹਾ, ਤੇ ਇਹਦੇ ਵਿੱਚ ਕੀ ਹੈ? ਹੁਣ ਕੁਛ ਨਹੀਂ, ਬਸ ਹਵਾ ਆ ਗਈ। ਇਸ ਦੇ ਵਿੱਚ ਕੀ ਆ ਗਿਆ? ਹਵਾ। ਤਾਂ ਹੁਣ ਤੁਸੀਂ ਦੇਖੋ ਕਿ ਇਸ ਦੇ ਵਿੱਚ ਜੇ ਹਵਾ ਹੈ, ਪਰ ਇੱਕ ਕਿਤਾਬ ਦੇ ਵਿੱਚ ਨਾਲ ਹੀ ਹਵਾ ਜਿੱਥੇ ਲਿਖਿਆ ਹੁੰਦਾ ਉੱਥੇ ਲਿਖਿਆ ਹੁੰਦਾ ਕਿ ਵੈਕਿਊਮ ਵੀ ਹੈ, ਖਲਾਅ ਵੀ ਹੈ। ਤਾਂ ਉਹ ਵੈਕਿਊਮ ਕੀ ਹੈ ਸਾਡੇ ਕੋਲ, ਉਸ ਨੂੰ ਅਸੀਂ ਦੇਖਾਂਗੇ ਇਸ ਛੋਟੀ ਜਿਹੀ ਸਰਿੰਜ ਦੇ ਨਾਲ ਕਿ ਇਸ ਦੇ ਵਿੱਚ ਹੁਣ ਮੈਂ ਇੱਥੋਂ ਹਵਾ ਨੂੰ ਅੰਦਰ ਐਂਟਰ ਨਹੀਂ ਕਰਨ ਦਿਆਂਗਾ। ਹੁਣ ਜਿਹੜੀ ਹਵਾ ਹੈ ਜਿਹੜੀ ਇਹ ਅੰਦਰ ਨਹੀਂ ਜਾ ਰਹੀ, ਪਰ ਇਸ ਨੂੰ ਮੈਂ ਖਿੱਚ ਰਿਹਾ। ਹੁਣ ਜਦੋਂ ਇਸ ਨੂੰ ਮੈਂ ਖਿੱਚ ਲਿਆ ਹੋਇਆ, ਉੱਥੇ ਕੁਝ ਵੀ ਨਹੀਂ ਹੈ, ਈਵਨ ਹਵਾ ਵੀ ਨਹੀਂ ਹੈ। ਜੇ ਹਵਾ ਵੀ ਨਹੀਂ ਹੈ ਤਾਂ ਉੱਥੇ ਕੀ ਹੈ? ਫਿਰ ਜਿੱਥੇ ਹਵਾ ਵੀ ਨਹੀਂ ਹੁੰਦੀ ਉੱਥੇ ਹੁੰਦਾ ਵੈਕਿਊਮ, ਖਲਾਅ, ਰਾਈਟ। ਤੇ ਕਿਵੇਂ ਪ੍ਰੂਫ ਹੋਊਗਾ ਵੀ ਇਸ ਦੇ ਵਿੱਚ ਖਲਾਅ ਹੈ? ਕਿ ਜਦੋਂ ਮੈਂ ਇਸ ਨੂੰ ਪਿਸਟਨ ਨੂੰ ਛੱਡੂੰਗਾ ਇਹ ਵਾਪਸ ਜਾਏਗਾ। ਜਦੋਂ ਹੀ ਮੈਂ ਇਸ ਨੂੰ ਪਿਸਟਨ ਨੂੰ ਇੱਥੋਂ ਛੱਡੂੰਗਾ ਤੇ ਵਾਪਸ ਜਾਏਗਾ। ਆ ਦੇਖੋ, ਪਰ ਜਦੋਂ ਮੈਂ ਇਸ ਤਰ੍ਹਾਂ ਖਿੱਚਦਾ ਹੁਣ ਵਾਪਸ ਨਹੀਂ ਜਾਂਦਾ। ਤਾਂ ਇਸ ਦਾ ਮਤਲਬ ਮੈਂ ਤੁਹਾਨੂੰ ਦਿਖਾਉਣ ਦੇ ਵਿੱਚ ਕਾਮਯਾਬ ਹੋ ਗਿਆ ਕਿ ਇਸ ਦੇ ਵਿੱਚ ਪਹਿਲਾਂ ਹਵਾ ਹੈ, ਤੇ ਜੇ ਅਸੀਂ ਹਵਾ ਨੂੰ ਵੀ ਰੋਕਤਾ ਤਾਂ ਫਿਰ ਉੱਥੇ ਕੁਝ ਵੀ ਨਹੀਂ ਹੈ। ਜਿੱਥੇ ਹਵਾ ਵੀ ਨਹੀਂ ਹੈ ਉੱਥੇ ਵੈਕਿਊਮ ਹੈ, ਤੇ ਵੈਕਿਊਮ ਨੂੰ ਪ੍ਰੂਫ ਕਰ ਦਿੱਤਾ ਗਿਆ ਕਿ ਪਿਸਟਨ ਜਿਹੜਾ ਉਹ ਵਾਪਸ ਚਲਾ ਗਿਆ, ਰਾਈਟ। ਮਤਲਬ ਇਸ ਤਰ੍ਹਾਂ ਦੇ ਨਾਲ ਅਸੀਂ ਜੋ ਬੁੱਕ ਦੇ ਵਿੱਚ ਲਿਖਿਆ ਹੋਇਆ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਹ ਚੀਜ਼ਾਂ ਬਣਾਈਆਂ, ਮੈਂ ਬੁੱਕ ਲਿਖਣਾ, ਮੈਂ ਇਹ ਕਹਿੰਦਾ ਕਿ ਜੋ ਵਿਗਿਆਨ ਦੇ ਵਿੱਚ ਹੈ ਉਸ ਨੂੰ ਅਸੀਂ ਸਿੱਧ ਕਰਨ ਦੀ ਕੋਸ਼ਿਸ਼ ਕਰੀਏ। ਆਹ ਦੇਖੋ ਤੁਹਾਡੇ ਕੋਲ ਇਹ ਹਵਾ ਹੈ, ਹਵਾ ਨੂੰ ਦਬਾਇਆ ਜਾ ਸਕਦਾ। ਅਸੀਂ ਬਹੁਤ ਛੋਟੀਆਂ ਕਲਾਸਾਂ ਤੋਂ ਪੜ੍ਹਾਉਂਦੇ ਆ ਰਹੇ ਹਾਂ, ਉਹਨਾਂ ਨੂੰ ਇੱਕ ਸਰਿੰਜ ਦੇ ਦਿਓ ਤੇ ਉਹਨਾਂ ਨੂੰ ਪੜ੍ਹਾਓ ਕਿ ਹਵਾ ਨੂੰ ਦਬਾਇਆ ਜਾ ਸਕਦਾ। ਲੋ ਜੀ, ਅਸੀਂ ਹਵਾ ਨੂੰ ਦਬਾਉਣ ਦੇ ਵਿੱਚ ਕਾਮਯਾਬ ਹੋ ਗਏ। ਆਹ ਦੇਖੋ, ਇਸ ਦਾ ਇੱਥੇ ਵੋਲਿਊਮ 40 ਸੀਗਾ, 20 ਰਹਿ ਗਿਆ ਹੋਇਆ। ਤਾਂ ਇਸ ਨੂੰ 에ਅਰ ਕੈਨ ਬੀ ਕੰਪਰੈਸਡ, 에ਅਰ ਕੈਨ ਬੀ ਕੰਪਰੈਸਡ। ਤਾਂ ਇਹ 에ਅਰ ਸਪਰਿੰਗ ਬਣ ਗਿਆ ਹੋਇਆ। ਹੁਣ ਡੋਰ ਕਲੋਜ਼ਰ ਦੇ ਵਿੱਚ ਆਇਲ ਲੀਕ ਕਰ ਗਿਆ, ਉਸ ਦੀ ਜਗ੍ਹਾ ਅਸੀਂ ਹਵਾ ਵਾਲੇ ਜਿਹੜੇ ਹੈ ਡੋਰ ਕਲੋਜ਼ਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਕਿ ਬਸ ਸਿਰਫ ਹਵਾ ਜਦੋਂ ਨਿਕਲ ਜਾ ਕਰੇਗੀ, ਹਵਾ ਅੰਡਰ ਪ੍ਰੈਸ਼ਰ ਫੇਰ ਭਰ ਦਿਆ ਕਰਾਂਗੇ, ਤਾਂ ਉਹ ਡੋਰ ਕਲੋਜ਼ਰ ਹੈ ਜਿਹੜੇ ਸਾਡੇ ਖਰਾਬ ਹੀ ਨਹੀਂ ਹੋਣਗੇ ਕਦੇ। ਤਾਂ ਹੁਣ ਤੁਸੀਂ ਦੇਖ ਰਹੇ ਹੋ ਨਾ ਕਿ 에ਅਰ ਸਪਰਿੰਗ, 에ਅਰ ਤੋਂ 에ਅਰ ਸਪਰਿੰਗ ਦਾ ਕੰਮ ਕਰ ਰਹੇ ਹਾਂ ਅਸੀਂ, ਰਾਈਟ, ਦਿਸ ਵੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਹੁਣ ਇਸ ਦੇ ਵਿੱਚ ਸਾਊਂਡ, 에ਅਰ ਹੈ ਤਾਂ ਕਿੰਨੀ ਸਾਊਂਡ ਆਈ, ਦੇਖਿਆ ਤੁਸੀਂ? ਦੁਬਾਰਾ ਦੇਖ ਲਓ, ਇਹ ਸਾਊਂਡ ਆਈ। ਹੁਣ ਜੇ ਵੈਕਿਊਮ ਕਰ ਲਾਂਗੇ ਤਾਂ ਕੀ ਸਾਊਂਡ ਦੇ ਵਿੱਚ ਫਰਕ ਪਿਆ? ਵੱਜ ਜਾਏਗੀ। ਤਾਂ ਇਹ ਜਿਹੜੇ ਐਕਸਪੈਰੀਮੈਂਟ ਹੈ ਇਹ ਸਾਨੂੰ ਇਹ ਦੱਸਦੇ ਹੈ ਕਿ ਜੋ ਅਸੀਂ ਕਰ ਰਹੇ ਹਾਂ, ਹੱਥੀਂ ਕਰ ਰਹੇ ਹਾਂ, ਜਿਹੜਾ ਅੱਜ ਸਾਡਾ ਸਕਿਲਡ ਕੰਮ ਹੈ ਉਹ ਕਿਉਂ ਘਟਿਆ ਹੋਇਆ? ਕਿਉਂਕਿ ਅਸੀਂ ਹੱਥ ਨਾਲ ਤਾਂ ਪਾਣੀ ਦਾ ਗਲਾਸ ਨਹੀਂ ਚੱਕਦੇ ਹਾਂ, ਤੇ ਅਸੀਂ ਪਾਣੀ ਦੇ ਗਲਾਸ ਨੂੰ ਕਹਿੰਦੇ ਹਾਂ ਵੀ ਖਾਲੀ ਗਲਾਸ ਲਿਆ। ਉਹ ਨਹੀਂ 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 ਨਹੀਂ, ਖਾਲੀ ਨਹੀਂ ਹੁੰਦਾ ਕਦੇ ਵੀ, ਨਾ ਕੋਈ ਕੱਪ ਨਾ ਕੋਈ ਗਲਾਸ ਖਾਲੀ ਨਹੀਂ ਹੋਇਆ ਕਰਦੇ, ਇਹਨਾਂ ਦੇ ਵਿੱਚ ਹਵਾ ਹੋਇਆ ਕਰਦੀ ਹੈ। ਤਾਂ ਕਦੇ ਵੀ ਇਹ ਨਾ ਕਿਹਾ ਕਰੋ ਖਾਲੀ ਗਲਾਸ ਲਿਆ ਵੀ। ਹਾਂ, ਉਸ ਚੀਜ਼ ਤੋਂ ਖਾਲੀ ਹੋ ਸਕਦਾ। ਜੇ ਤੁਸੀਂ ਚਾਹ ਪੀ ਰਹੇ ਹੋ ਤਾਂ ਉਸ ਵਿੱਚ ਚਾਹ ਨਹੀਂ ਹੈ, ਇਸ ਲਈ ਅਸੀਂ ਕਹਿ ਦਿੰਦੇ ਹਾਂ ਵੀ ਖਾਲੀ ਲਿਆਈ, ਚਾਹ ਵਿੱਚ ਨਾ ਹੋਵੇ, ਹੈ ਨਾ। ਪਰ ਹਵਾ ਤਾਂ ਆਲਰੇਡੀ ਇੱਥੇ ਹੈ। ਪਰ ਸਾਡੀ ਸੋਚ ਕਿੱਥੇ ਜਾ ਰਹੀ ਹੈ? ਸੋਚ ਨੂੰ ਬਦਲਣਾ ਪਊਗਾ। ਕੌਣ ਬਦਲੂਗਾ? ਵਿਗਿਆਨ ਬਦਲੂਗਾ। ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਵਿਗਿਆਨ ਦੀਆਂ ਗੱਲਾਂ ਨੂੰ ਸਮਝੀਏ ਤੇ ਵਿਗਿਆਨ 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 ਹੀ ਹੋ ਜਾਏਗਾ ਸਭ ਪਾਸੇ, ਹੈ ਨਾ। ਹਾਂ, ਤਾਂ ਅਸੀਂ ਜਿੱਥੇ ਵਿਗਿਆਨ ਦਾ
ਆਨੰਦ ਲੈ ਰਹੇ ਹਾਂ, ਵਿਗਿਆਨ ਵਿਸ਼ੇ ਦਾ ਆਨੰਦ ਲੈ ਰਹੇ ਹਾਂ, ਵਿਗਿਆਨ ਬਾਰੇ ਗੱਲਾਂ ਕਰ ਰਹੇ ਹਾਂ, ਸਮਝ ਰਹੇ ਹਾਂ, ਸਿੱਖ ਰਹੇ ਹਾਂ। ਉੱਥੇ ਨਾਲ ਤੁਹਾਨੂੰ ਯਾਦ ਹੋਊਗਾ ਵੀ ਛੋਟੀਆਂ ਜਮਾਤਾਂ ਦੇ ਵਿੱਚ ਤੁਹਾਨੂੰ ਪੜ੍ਹਾ ਦਿੱਤਾ ਗਿਆ ਸੀ ਮਨੁੱਖੀ ਸਰੀਰ ਦੇ ਵਿੱਚ 206 ਹੱਡੀਆਂ ਹੁੰਦੀਆਂ। ਪੜ੍ਹਾਤਾ ਸੀ ਨਾ? ਤਾਂ ਆ ਜਾਓ ਫਿਰ ਗਿਣਾ ਤਾਂ ਦਿਓ ਮੈਨੂੰ। ਮੈਂ ਸਾਹਿਲ ਨੂੰ ਕਹੂੰਗਾ ਕਿ ਆ ਜਾ ਸਾਹਿਲ, ਤੂੰ ਮੈਨੂੰ 206 ਹੱਡੀਆਂ ਗਿਣਾ ਦੇ। ਤਾਂ ਤੁਸੀਂ ਮਨੁੱਖ ਹੋ, ਮੈਂ ਮਨੁੱਖ ਹਾਂ। ਆਪਾਂ ਨੂੰ ਪਤਾ ਵੀ ਸਾਡੇ ਸਰੀਰ 'ਚ 206 ਹੱਡੀਆਂ, ਕਿਤੇ ਨਾ ਕਿਤੇ ਪੜ੍ਹਿਆ, ਤੁਸੀਂ ਵੀ ਪੜ੍ਹਿਆ। ਤਾਂ 206 ਹੱਡੀਆਂ ਦੀ ਗਿਣਤੀ ਕਰਾਉਣੀ ਹੈ ਆਪਾਂ ਨੇ। ਤਾਂ ਕਿਵੇਂ ਆਮ ਬੰਦੇ ਨੂੰ ਜਿਹੜਾ ਸਕੂਲ ਵੀ ਨਹੀਂ ਗਿਆ ਉਸ ਨੂੰ ਗਿਣਾਉਣਾ ਵੀ 206 ਹੱਡੀਆਂ ਹੈਗੀਆਂ, ਤਾਂ ਕਿਵੇਂ ਗਿਣਾਓਗੇ? ਉਹ ਤਾਂ ਤੁਸੀਂ ਦੱਸੋਗੇ, ਉਹ ਸਰ ਦੱਸਣਗੇ। ਪਰ ਮੈਂ ਚਾਹੁੰਦਾ ਵੀ ਮੇਰਾ ਹਰ ਬੱਚਾ ਇਸ ਗੱਲ ਨੂੰ ਜਾਣੂ ਹੋਵੇ ਤੇ ਉਹ ਹੱਡੀਆਂ ਅੱਗੇ 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 ਗਿਣਾ ਗਿਣਾ ਕੇ ਘਰ ਦੇ ਵਿੱਚ ਪਹਿਲਾਂ ਤਾਂ ਜਾਣਸਾਰ ਮੇਰੇ ਤੋਂ ਸਿੱਖ ਕੇ ਜਾਵੇ ਤੇ ਜਾਣਸਾਰ ਆਪਣੇ ਬ੍ਰਦਰ ਸਿਸਟਰ ਮੰਮੀ ਪਾਪਾ ਆਂਢੀ ਗੁਆਂਢੀ ਸਭ ਨੂੰ। ਤਾਂ ਵਿਗਿਆਨ ਫੈਲ ਗਿਆ ਘਰਾਂ 'ਚ, ਬਸ ਹੋਰ ਕੀ ਹੈ। ਹੋਰ ਵਿਗਿਆਨ ਨੂੰ ਕਿਵੇਂ ਫੈਲਾਉਣਾ ਹੁੰਦਾ? ਤਾਂ ਵਿਗਿਆਨ ਦਾ ਜਿਹੜਾ ਪ੍ਰਚਾਰ ਕਰਨਾ ਬੜਾ ਆਸਾਨ ਹੈ। ਤਾਂ ਸਾਹਿਲ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਤੁਹਾਡਾ ਸਰੀਰ ਹੈ ਇਸ ਦੇ ਵਿੱਚ ਹੈ ਕੀ ਕੀ? ਪੈਰ ਹੈ, ਹੱਥ ਹੈ, ਬਾਂਹ ਹੈ, ਲੱਤਾਂ ਹੈ, ਆ ਵਿਚਲਾ ਢਾਂਚਾ ਹੋ ਗਿਆ, ਆ ਉੱਪਰਲਾ ਢਾਂਚਾ, ਬਸ ਇੰਨਾ ਕੀ ਕੰਮ ਹੈ। ਤਾਂ ਹੁਣ ਲੇਕਿਨ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਯਾਦ ਕੀਤਾ ਜਾਵੇ? 206 ਹੱਡੀਆਂ ਮੈਨੂੰ ਯਾਦ ਹੈ ਕਿ ਮੈਂ ਇੱਕ ਡਾਕਟਰ ਕੋਲ ਗਿਆ ਤੇ ਉਸ ਡਾਕਟਰ ਨੂੰ ਮੈਂ ਪੁੱਛਿਆ, ਉਹ ਕਹਿੰਦਾ ਵੀ ਅਸੀਂ ਤਾਂ ਬਸ ਗੋਡੇ ਮੋਢਿਆਂ ਬਾਰੇ ਜਾਣਦੇ ਹਾਂ, ਬਾਕੀ ਤਾਂ ਹੁਣ ਕਿਤਾਬਾਂ 'ਚ ਬਹੁਤ ਕੁਝ ਲਿਖਿਆ, ਸਾਰਾ ਕੁਝ ਥੋੜਾ ਜਾਣੀਦਾ। ਹੁਣ 206 ਹੱਡੀਆਂ ਕਿਸ ਤਰ੍ਹਾਂ ਬੱਚੇ ਨੂੰ ਪੜ੍ਹਾਈਆਂ ਜਾਣ, ਤੇ ਉਸ ਦੇ ਲਈ ਮੈਂ ਇੱਕ ਨੰਬਰ ਇਨੋਵੇਟ ਕੀਤਾ। ਤਾਂ ਉਸ ਇਨੋਵੇਸ਼ਨ ਦੇ ਵਿੱਚ ਮੇਰੇ ਕੋਲ ਆਇਆ 26, 27 ਤੇ 28 ਨੰਬਰ ਨਿਕਲ ਕੇ ਆਇਆ। ਬਸ ਤੁਸੀਂ ਇਹ ਨੰਬਰ ਯਾਦ ਰੱਖ ਲਓ, ਤੁਸੀਂ ਹੱਡੀਆਂ ਗਿਣਾ ਦਿੱਤੀਆਂ। ਤਾਂ ਸਾਹਿਬ ਤੁਹਾਡੇ ਜਿਹੜੇ ਪੈਰਾਂ ਦੇ ਵਿੱਚ ਹੈ 26 26, ਇੱਕ ਪੈਰ 'ਚ 26 ਹੱਡੀਆਂ ਹੋਇਆ ਕਰਦੀਆਂ, ਤਾਂ 26 26 ਤਾਂ ਇਹ ਦੋ ਪੈਰ ਹੋ ਗਏ ਤੁਹਾਡੇ। ਉਸ ਤੋਂ ਬਾਅਦ 27 27 ਇਹ ਤੁਹਾਡੇ ਦੋ ਹੱਥ ਹੋ ਗਏ। ਉਸ ਤੋਂ ਬਾਅਦ 28 ਇੱਕ ਵਾਰੀ, ਇਹ ਤੁਹਾਡਾ ਉੱਪਰਲਾ ਹਿੱਸਾ ਹੋ ਗਿਆ, ਨੈਕ ਹੋ ਗਈ। ਇਹ ਤੁਹਾਡੇ ਹੱਥ ਹੋ ਗਏ, ਇਹ ਬਾਹਾਂ ਹੈ, ਇਹ ਹੱਥਾਂ ਦੀਆਂ ਹੱਡੀਆਂ ਹੋ ਗਈਆਂ, ਇਹ ਤੁਹਾਡੀਆਂ ਲੱਤਾਂ ਹੋ ਗਈਆਂ, ਇਹ ਵਿਚਲਾ ਪੋਰਸ਼ਨ ਹੋ ਗਿਆ, ਇਹ ਲੱਤਾਂ ਹੋ ਗਈਆਂ, ਇਹ ਪੈਰ ਹੋ ਗਏ। ਠੀਕ ਹੈ ਜੀ? ਤਾਂ 26 26 ਪੈਰਾਂ ਦੇ ਵਿੱਚ 26 26, ਇੱਕ ਪੈਰ 'ਚ 26 ਹੱਡੀਆਂ ਹੋਇਆ ਕਰਦੀਆਂ, ਇੱਕ ਹੱਥ ਦੇ ਵਿੱਚ 27 ਹੋਇਆ ਕਰਦੀਆਂ ਤੇ ਉੱਪਰ 28 ਹੋਇਆ ਕਰਦੀਆਂ। ਤੁਸੀਂ ਕਹੋ ਜੀ ਇਹ 28 ਕਿਵੇਂ ਹੋ ਗਈਆਂ? 14 ਹੱਡੀਆਂ ਫੇਸ ਦੇ ਵਿੱਚ ਹੁੰਦੀਆਂ, 3 ਇਸ ਕੰਨ 'ਚ ਹੁੰਦੀਆਂ, 3 ਇਸ ਕੰਨ 'ਚ ਹੁੰਦੀਆਂ। 14 ਤੇ 3 17 ਤੇ 3 20 ਤੇ 8 ਇਸ ਉੱਪਰਲੇ ਹਿੱਸੇ 'ਚ ਹੋਇਆ ਕਰਦੀਆਂ। 14 ਤੇ 8 22, 3 25 ਤੇ 3 28 ਬਣ ਗਿਆ ਨਾ 28। ਇਸ ਤਰ੍ਹਾਂ ਇਹ 28 ਹੱਡੀਆਂ ਹੁੰਦੀਆਂ। ਹੁਣ ਦੇਖੋ ਬੈਲੈਂਸ ਕਰਨ ਦੇ ਲਈ 26 ਤੇ 26 52 ਹੋਇਆ ਕਰਦਾ, ਇੱਥੇ ਵੀ 52 ਹੁੰਦੀ। ਹੁਣ ਬਾਕੀ ਇਹ ਰਹਿ ਗਈਆਂ ਇੱਥੇ 5 ਮੈਂ ਇੱਥੇ ਤਾਂ ਗਿਣਦਾ ਕਿ ਇਸ ਨੂੰ ਇੱਥੇ ਪਿੱਛੇ ਜਿਹੜੇ ਜੋੜਾਂ ਦੇ ਨਾਲ ਜੋੜਿਆ ਜਾਂਦਾ। ਵੈਸੇ ਤਾਂ ਇੱਥੇ 3 ਹੁੰਦੀਆਂ, 2 ਤੇ 1 3, ਪਿਛਲੀ ਤੇ 2 ਹੱਡੀਆਂ ਇਹ ਵੀ ਜੋੜ ਲਈਏ ਤਾਂ 5 ਹੋ ਜਾਂਦੀਆਂ। ਇਸ ਲਈ ਇਸ ਨੂੰ ਪੈਟਰਨ ਦੇ ਵਿੱਚ ਲਿਆਉਣ ਦੇ ਲਈ 5 ਲੱਤਾਂ ਦੇ ਵਿੱਚ 5 ਬਾਹਾਂ ਦੇ ਵਿੱਚ। ਆਓ ਹੁਣ ਤੁਹਾਨੂੰ ਅਸੀਂ ਇਸ ਨੂੰ ਜੋੜ ਲਾ ਕੇ ਦਿਖਾਈਏ ਕਿ ਵਾਕਈ 206 ਹੋ ਗਈਆਂ। ਤਾਂ ਉੱਪਰੋਂ ਸ਼ੁਰੂ ਕਰਦੇ ਹਾਂ। 28 ਤੁਸੀਂ ਧਿਆਨ ਰੱਖਣਾ, 5 ਤੇ 5 10, 27 ਤੇ 27 54, ਵਿੱਚ ਵਾਲੀਆਂ 52, ਉਸ ਤੋਂ ਬਾਅਦ 5 ਤੇ 5 10, 26 ਤੇ 26 52। ਲੋ ਲਾਓ ਜੋ 2 ਤੇ 2 4 ਤੇ 4 8 ਤੇ 8 16 ਹਾਸਲ ਹੈ 1 2 ਤੇ 1 3 ਤੇ 4 ਤੇ 5 9 ਤੇ 5 14 15 ਤੇ 5। ਲੋ 206 ਹੱਡੀਆਂ ਮੈਂ ਗਿਣਾਉਣ ਦੇ ਵਿੱਚ ਸਫਲ ਹੋ ਗਿਆ। ਸਾਹਿਲ ਤੁਹਾਨੂੰ ਮੁਬਾਰਕਾਂ ਕਿ ਤੁਹਾਡੀਆਂ ਹੱਡੀਆਂ ਪੂਰੀਆਂ ਨਿਕਲੀਆਂ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਹੈ ਅਸੀਂ ਗਿਣਤੀ ਹੈ ਉਹ ਪੂਰੀ ਕਰ ਲੈਂਦੇ ਹਾਂ। ਠੀਕ ਹੈ? ਤੇ ਇਹੀ ਤਾਂ ਵਿਗਿਆਨ ਹੈ, ਵਿਗਿਆਨ ਦੇ ਨਾਲ ਗਣਿਤ ਜੁੜਿਆ ਹੋਇਆ। ਹਾਂ, ਤਾਂ ਅਸੀਂ ਹੁਣ ਹੱਡੀਆਂ ਗਿਣੀਆਂ 206 ਹੱਡੀਆਂ ਹੁੰਦੀਆਂ ਮਨੁੱਖੀ ਸਰੀਰ ਦੇ ਵਿੱਚ। ਤਾਂ ਹੁਣ ਅਸੀਂ ਤੁਹਾਨੂੰ ਇਹ ਨੈਕਸਟ ਐਕਸਪੈਰੀਮੈਂਟ ਕਰਵਾਵਾਂਗੇ ਕਿ ਸਾਡਾ ਜਿਹੜਾ ਇਹ ਮੋਢੇ ਦਾ ਜੋੜ ਕਿਵੇਂ ਕੰਮ ਕਰਦਾ। ਦੇਖੋ ਤੁਸੀਂ ਇਸ ਨੂੰ ਕਿਸੇ ਵੀ ਪਾਸੇ ਹਿਲਾਇਆ ਜੁਲਾਇਆ ਜਾ ਸਕਦਾ। ਤੋ ਇਸ ਨੂੰ ਕਰਾਉਣ ਦੇ ਲਈ ਇਸ ਨੂੰ ਕਹਿੰਦੇ ਬਾਲ ਐਂਡ ਸੌਕਟ ਜੁਆਇੰਟ। ਤਾਂ ਬਾਲ ਐਂਡ ਸੌਕਟ ਜੁਆਇੰਟ ਦੇ ਵਿੱਚ ਕੀ ਹੋਇਆ ਕਰਦਾ ਕਿ ਇੱਕ ਇਹ ਬਾਲ ਹੈ, ਇਹ ਸੌਕਟ ਦੇ ਵਿੱਚ ਫਸੀ ਵੀ ਹੁੰਦੀ ਹੈ ਇੱਥੇ ਮੋਢੇ ਤੇ। ਉਦੋਂ ਕੱਢ ਕੇ ਦੇਖਣ ਨਾ ਲੱਗ ਜਾਵੇ ਵੀ ਬਾਲ ਹੈ ਚਲ ਖੇਡਾਂਗੇ, ਨਹੀਂ, ਇਹ ਜਿਹੜੀ ਹੈ ਪੂਰੀ ਦੀ ਪੂਰੀ ਫਿਕਸ ਹੈ, ਉੱਥੇ ਪੂਰੀ ਤਰ੍ਹਾਂ ਜੁੜੀ ਹੋਈ ਹੈ। ਰਾਈਟ? ਤਾਂ ਇਹ ਇਸ ਤਰ੍ਹਾਂ ਦੇ ਨਾਲ ਵਰਕਿੰਗ ਹੁੰਦੀ ਹੈ ਇਸ ਦੀ। ਦਿਸ ਇਜ਼ ਕਾਲਡ ਬਾਲ ਐਂਡ ਸੌਕਟ ਜੁਆਇੰਟ। ਇਸ ਨੂੰ ਅਸੀਂ ਜਿਸ ਪਾਸੇ ਮਰਜ਼ੀ ਘੁਮਾ ਸਕਦੇ ਹਾਂ। ਪਰ ਜਿਹੜਾ ਇਹ ਸਾਡਾ ਗੋਡੇ ਦਾ ਜੁਆਇੰਟ ਹੈ, ਕੂਹਣੀ ਦਾ ਜੁਆਇੰਟ ਹੈ, ਹਿੰਜ ਜੁਆਇੰਟ ਜਿਸ ਨੂੰ ਅਸੀਂ ਕਹਿੰਦੇ ਹਾਂ, ਇਹ ਕਿਸ ਤਰ੍ਹਾਂ ਦੇ ਨਾਲ ਕੰਮ ਕਰਦਾ? ਇਹ ਗੱਤੇ ਦਾ ਮੈਂ ਬਣਾਇਆ ਕਿ ਇਹ ਇਸ ਤਰ੍ਹਾਂ ਦੀ ਮੂਵਮੈਂਟ ਹੁੰਦੀ ਹੈ ਇਸ ਦੀ, ਦਿਸ ਵੇ।
ਗੋਡਾ ਜਿਹੜਾ ਹੈ ਸਿਰਫ ਇਸ ਤਰ੍ਹਾਂ ਹੀ ਕੰਮ ਕਰ ਸਕਦਾ, ਇਹ ਹਰ ਪਾਸੇ ਨਹੀਂ ਘੁੰਮ ਸਕਦਾ, ਕਿਉਂਕਿ ਜੇ ਕਿਤੇ ਘੁੰਮ ਜਾਂਦਾ ਕਹਿੰਦੇ ਜੀ ਘੁੰਮ ਗਈ ਚੱਪਣੀ ਜਾਂ ਬਾਹਰ ਨਿਕਲ ਗਈ ਤੇ ਬਾਹਰ ਆ ਜਾਣਾ, ਇਸ ਨੂੰ ਫਿਰ ਉਸ ਦੇ ਵਿੱਚ ਆਪਣੀ ਜਗ੍ਹਾ ਦੇ ਵਿੱਚ ਅਸੀਂ ਫਿੱਟ ਕਰਨਾ ਪੈਣਾ ਸੀ, ਰਾਈਟ, ਜਿਸ ਵੇ। ਤਾਂ ਇਹ ਅਸੀਂ ਦੇਖ ਰਹੇ ਸੀਗੇ। ਹੁਣ ਗੱਲ ਆਉਂਦੀ ਹੈ ਕਿ ਇਸ ਉਂਗਲੀ ਨੂੰ ਮੈਂ ਛੋਟਾ ਕਰਨਾ ਹੈ, ਇਸ ਉਂਗਲੀ ਨੂੰ ਮੈਂ ਛੋਟਾ ਕਿਵੇਂ ਕਰ ਸਕਦਾ? ਲੋ ਬੜਾ ਹੀ ਆਸਾਨ ਸੀ, ਇੱਕ ਉਂਗਲੀ ਵੱਡੀ ਖੜੀ ਕਰ ਦੋ, ਛੋਟੀ ਹੋ ਗਈ। ਇਸ ਨੂੰ ਛੋਟਾ ਕਰਨਾ ਸੀ ਨਾ, ਤਾਂ ਇੱਕ ਬੱਚੇ ਨੇ ਪ੍ਰਸ਼ਨ ਕਰਤਾ, ਦੇਖੋ ਅਧਿਆਪਕ ਕਦੋਂ ਸਿੱਖਦਾ ਹੈ? ਜਦੋਂ ਜਮਾਤ ਦੇ ਵਿੱਚ ਪੜ੍ਹਾ ਰਿਹਾ ਹੁੰਦਾ। ਦੁਕਾਨਦਾਰ ਕਦੋਂ ਸਿੱਖਦਾ ਹੈ? ਜਦੋਂ ਗਾਹਕ ਆ ਕੇ ਉਸ ਤੋਂ ਗੱਲਾਂ ਕਰ ਰਿਹਾ ਹੁੰਦਾ। ਤਾਂ ਹਰ ਚੀਜ਼ ਨੂੰ ਸਿੱਖਣ ਦੇ ਲਈ ਸਾਨੂੰ ਕਨਵਰਸੇਸ਼ਨ ਦੀ ਲੋੜ ਹੈ, ਵਿਚਾਰ ਵਟਾਂਦਰਾ, ਤਾਂ ਹੀ ਕਿਹਾ ਜਾਂਦਾ ਵਿਚਾਰ ਵਟਾਂਦਰਾ, ਆਦਾਨ ਪ੍ਰਦਾਨ। ਤਾਂ ਇਹੀ ਵਿਗਿਆਨ ਹੈ। ਤਾਂ ਉਸ ਦੇ ਵਿੱਚ ਕੀ ਹੈ ਕਿ ਇਸ ਉਂਗਲੀ ਨੂੰ ਬੱਚਾ ਕਹਿੰਦਾ ਜੀ ਹੁਣ ਤੁਸੀਂ ਛੋਟੀ ਤਾਂ ਕਰਕੇ ਦਿਖਾਤਾ ਮੈਨੂੰ, ਆ ਛੋਟੀ ਹੋ ਗਈ ਮੈਂ ਮੰਨਦਾ, ਪਰ ਇਸ ਨੂੰ ਵੱਡਾ ਕਰਕੇ ਦਿਖਾਓ। ਇੱਕਦਮ ਉਹਦਾ ਕੁਐਸਚਨ ਆ ਗਿਆ ਜਦੋਂ ਅਧਿਆਪਕ ਦੇ ਕੋਲ, ਮੈਂ ਕਹਿ ਲੈ ਵੱਡੀ ਕਰ ਦਿੰਦਾ, ਮੈਂ ਕਹਿ ਲੈ ਵੱਡੀ ਹੋ ਗਈ। ਉਹ ਸਰ ਗ੍ਰੇਟ, ਸੱਚੀ ਵੱਡੀ ਲੱਗ ਰਹੀ ਹੈ ਹੁਣ ਮੈਨੂੰ। ਤਾਂ ਉਹੀ ਉਂਗਲੀ ਜਿਹੜੀ ਛੋਟੀ ਕਰਤੀ ਸੀ ਅਸੀਂ, ਉਹ ਹੁਣ ਵੱਡੀ ਹੋ ਗਈ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਵਿਗਿਆਨ ਇੱਕ ਖੇਡ ਦੇ ਵਿੱਚ ਸਿੱਖ ਜਾਂਦੇ ਹਾਂ। ਤੇ ਵਿਗਿਆਨ ਇੰਨਾ ਦਿਲਚਸਪ ਵਿਸ਼ਾ ਹੈ ਨਾ। ਤੇ ਹੱਥ ਦੇ ਵਿੱਚ ਮੈਂ ਤੁਹਾਨੂੰ ਮੋਰੀ ਦਿਖਾ ਸਕਦਾ ਕਿ ਮੇਰੇ ਹੱਥ 'ਚ ਮੋਰੀ ਹੋ ਗਈ। ਹਾਂ ਠੀਕ ਹੈ, ਤੁਹਾਨੂੰ ਮਹਿਸੂਸ ਹੋਏਗਾ, ਕੈਮਰੇ 'ਚ ਨਹੀਂ ਆਏਗੀ ਉਹ ਚੀਜ਼, ਲੇਕਿਨ ਤੁਹਾਡੇ ਹੱਥ ਦੇ ਵਿੱਚ ਮੋਰੀ ਕੀਤੀ ਜਾ ਸਕਦੀ ਹੈ। ਤਾਂ ਆਓ ਆਪਾਂ ਦੇਖੀਏ, ਆ ਵੀ ਕਿਹੜੇ ਸਟੂਡੈਂਟ ਦੇ ਹੱਥ 'ਚ ਮੋਰੀ ਕਰਨੀ ਹੈ। ਮੈਂ ਅਰਸ਼ ਆ ਜਾ, ਤੂੰ ਆ ਜਾ ਬਈ, ਅਰਸ਼ਦੀਪ ਸਿੰਘ, ਤੇਰੇ ਹੱਥ ਦੇ ਵਿੱਚ ਅਸੀਂ ਮੋਰੀ ਦਿਖਾਈਏ ਕਿ ਇਹ ਤੁਹਾਡਾ ਹੱਥ ਹੈ, ਇਸ ਦੇ ਵਿੱਚ ਅਸੀਂ ਮੋਰੀ ਦਿਖਾਉਣ ਜਾ ਰਹੇ ਹਾਂ। ਤੇ ਇਸ ਪਾਈਪ ਨੂੰ ਇੱਥੋਂ ਪਕੜ ਲਓ ਤੁਸੀਂ, ਇਹਨੂੰ ਅੱਖ ਦੇ ਉੱਤੇ ਲਗਾ ਲਓ, ਅੱਖ ਖੁੱਲੀ ਰੱਖਣੀ ਹੈ ਤੁਸੀਂ, ਠੀਕ ਹੈ? ਇੱਥੋਂ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ, ਓਕੇ। ਹੁਣ ਇਹ ਵਾਲੀ ਅੱਖ ਬੰਦ ਕਰ ਲਓ, ਇਸ ਹੱਥ ਨੂੰ ਇੱਥੇ ਰੱਖ ਲਓ, ਇਹ ਇੱਥੇ, ਇਹ ਅੱਖ ਬੰਦ ਰੱਖਣੀ ਹੈ ਤੁਸੀਂ, ਇਹ ਖੁੱਲੀ ਰੱਖਣੀ ਹੈ, ਪਾਈਪ ਨੂੰ ਹਟਾਉਣਾ ਨਹੀਂ ਹੈ। ਹੁਣ ਇਹ ਅੱਖ ਮੈਂ ਹੱਥ ਹਟਾਊਂਗਾ ਤੇ ਖੋਲ ਲੈਣੀ ਹੈ, ਦੋਨੋਂ ਅੱਖਾਂ ਖੁੱਲੀਆਂ ਹੋਣਗੀਆਂ, ਪਾਈਪ ਇੱਥੇ ਲੱਗੀ ਰਹੂਗੀ। ਹੱਥ ਦੇ ਵਿੱਚ ਦੇਖ ਕੇ ਤੁਸੀਂ ਦੱਸਣਾ ਵੀ ਕੀ ਨਜ਼ਰ ਆਇਆ ਤੁਹਾਨੂੰ। ਖੋਲ ਦਿਓ ਅੱਖ, ਮੋਰੀ ਹੋ ਗਈ। ਤਾਂ ਹੁਣ ਅਰਸ਼ਦੀਪ ਸਿੰਘ ਦੇ ਹੱਥ 'ਚ ਮੋਰੀ ਹੋ ਗਈ ਹੋਈ ਹੈ, ਦੇਖੋ ਉਹ ਖੁਦ ਕਹਿ ਰਿਹਾ ਕਿ ਮੇਰੇ ਹੱਥ 'ਚ ਮੋਰੀ ਹੈ। ਤਾਂ ਅਰਸ਼ਦੀਪ ਉਸ ਮੋਰੀ ਦੇ ਵਿੱਚ ਦੱਸਿਓ ਮੈਨੂੰ ਕੀ ਨਜ਼ਰ ਆ ਰਿਹਾ ਤੁਹਾਨੂੰ? ਪੈਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੈਨ ਤਾਂ ਮੈਂ ਇਸ ਮੋਰੀ 'ਚ ਦਿਖਾ ਰਿਹਾ, ਪਰ ਉਹਨਾਂ ਨੂੰ ਇਸ ਮੋਰੀ ਦੇ ਵਿੱਚ ਨਜ਼ਰ ਆ, ਸਾਨੂੰ ਉਹ ਮੋਰੀ ਨਹੀਂ ਨਜ਼ਰ ਆ ਰਹੀ, ਸਿਰਫ ਅਰਸ਼ਦੀਪ ਸਿੰਘ ਨੂੰ ਉਹ ਮੋਰੀ ਨਜ਼ਰ ਆ ਰਹੀ। ਤਾਂ ਹੈ ਨਾ, ਇਹ ਵਿਗਿਆਨ ਹੈ, ਇਹ ਹੈ ਵਿਗਿਆਨ ਦੀ ਦਿਲਚਸਪੀ ਕਿ ਆਨੰਦ ਲਈਏ, ਅਸੀਂ ਲੁਤਫ ਲਈਏ ਵਿਗਿਆਨ ਦਾ, ਤਾਂ ਸਾਨੂੰ ਤਾਂ ਹੀ ਸਮਝ ਆਏਗੀ। ਹੁਣ ਇਹ ਜਿਹੜਾ ਵਿਗਿਆਨ ਹੈ ਸਾਡੇ ਕੋਲ ਇੰਨਾ ਜ਼ਿਆਦਾ ਇੰਟਰਸਟਿੰਗ ਹੈ ਕਿ ਮੇਰੇ ਖਿਆਲ 'ਤੇ ਅਸੀਂ ਸਾਰਾ ਦਿਨ ਇਹਦੀਆਂ ਗੱਲਾਂ ਕਰਦੇ ਰਹੇ ਤਾਂ ਮੁੱਕਣੀਆਂ ਨਹੀਂ ਹੈਗੀਆਂ, ਕਿਉਂਕਿ ਵਿਗਿਆਨ ਦਿਲਚਸਪੀ ਦਾ ਵਿਸ਼ਾ ਹੈ। ਵਿਗਿਆਨ ਵਿਸ਼ਾ ਇਸ ਤਰ੍ਹਾਂ ਦਾ ਹੈ ਕਿ ਅਸੀਂ ਬੱਚੇ ਨੂੰ ਜਦੋਂ ਪੜ੍ਹਾਉਂਦੇ ਹਾਂ ਨਾ ਵਿਗਿਆਨ, ਤਾਂ ਨਾ ਬੱਚਾ ਪ੍ਰਸ਼ਨ ਪੁੱਛਦਾ ਹੈ ਤੇ ਨਾ ਹੀ ਉੱਥੋਂ ਤੱਕ ਉੱਤਰ ਤੱਕ ਪਹੁੰਚ ਸਕਦੇ ਹਾਂ ਅਸੀਂ। ਤਾਂ ਉਹਦਾ ਕਾਰਨ ਕੀ ਹੁੰਦਾ, ਦੇਖੋ ਇਹ ਤੁਹਾਨੂੰ ਦਿਖਾਇਆ ਜਾਊਗਾ ਇੱਥੇ ਕਿ ਅਧਿਆਪਕ ਆਏ ਜਮਾਤ ਦੇ ਵਿੱਚ, ਅਧਿਆਪਕ ਨੇ ਕੀ ਕੀਤਾ, ਬੱਚਿਓ ਇਹ ਉੱਤਰ ਲੈਂਸ ਹੁੰਦਾ ਹੈ, ਬੱਚਿਓ ਇਹ ਅਵਤਲ ਲੈਂਸ ਹੋਇਆ ਕਰਦਾ ਹੈ। ਬੱਚੇ ਕਹਿੰਦੇ ਹਾਂਜੀ ਹੁੰਦਾ ਜੀ, ਪਰ ਨਾ ਕਦੇ ਬੱਚੇ ਨੇ ਪੁੱਛਿਆ ਕਿ ਮੈਡਮ ਸਰ ਇਹ ਉੱਤਲ ਲੈਂਸ ਹੈ, ਇਹ ਅਵਤਲ ਲੈਂਸ ਹੈ, ਇਹ ਇਦਾਂ ਦੇ ਕਿਉਂ ਹੈ, ਇਹਨਾਂ ਦੀ ਸ਼ੇਪ ਇਦਾਂ ਦੀ ਕਿਉਂ ਹੈ, ਪੁੱਛਿਆ ਨਹੀਂ ਬੱਚੇ ਨੇ। ਅੱਜ ਤੁਹਾਨੂੰ ਦਿਖਾਇਆ ਜਾਊਗਾ ਵੀ ਇਸ ਤਰ੍ਹਾਂ ਦੇ ਕਿਉਂ ਹੁੰਦੇ। ਦੇਖੋ ਦਿਖਾਉਣ ਲੱਗਿਆ ਤਾਂ ਅਸੀਂ ਉਹਨਾਂ ਨੂੰ ਦਿਖਾਉਂਦੇ ਹਾਂ ਕਿ ਇਹ ਲੈਂਸ ਹੈ ਜਿਹੜਾ ਸਾਡੇ ਕੋਲ ਇਸ ਤਰ੍ਹਾਂ ਦਾ, ਵੀ ਇਹ ਜਿਹੜਾ ਹੈਗਾ ਮਹਿਸੂਸ ਕਰਾਇਆ ਜਾਂਦਾ ਵੀ ਇਹ ਵਿੱਚੋਂ ਪਤਲਾ ਜੀ, ਸਾਈਡਾਂ ਤੋਂ ਮੋਟਾ ਹੈ ਜੀ, ਇਹ ਵਿੱਚੋਂ ਮੋਟਾ ਹੈ, ਸਾਈਡਾਂ ਤੋਂ ਪਤਲਾ। ਲਓ ਜੀ ਪਛਾਣ ਹੋ ਗਈ, ਹਾਂ ਇਹ ਵਿੱਚੋਂ ਮੋਟਾ ਹੈ, ਵਿੱਚੋਂ ਪਤਲਾ ਹੈ, ਪਛਾਣ ਹੋ ਗਈ। ਲੇਕਿਨ ਵਿਦਿਆਰਥੀ ਮੰਨ ਜਾਂਦੇ ਆ, ਪਰ ਪ੍ਰੈਕਟੀਕਲੀ ਉਸ ਨੂੰ ਦੇਖਣ ਦੇ ਲਈ ਅਸੀਂ ਕੀ ਕੀਤਾ, ਤੁਹਾਡੇ ਸਾਹਮਣੇ ਹੁਣ ਲੈ ਕੇ ਆਏ ਉਹੀ ਦੋਨੋਂ ਲੈਂਸਾਂ ਨੂੰ ਮੈਂ ਕੱਟ ਲਿਆ ਹੋਇਆ। ਦੇਖੋ ਤੁਹਾਨੂੰ ਸ਼ੇਪ ਨਜ਼ਰ ਆ ਰਹੀ ਹੋਏਗੀ ਕਿ ਇਹ ਲੈਂਸ ਕਿਹੜਾ ਹੁਣ, ਇਹ ਉੱਤਲ ਹੈ, ਇਹ ਅਵਤਲ ਹੋ ਗਿਆ ਹੈ। ਸਿਰਫ ਉਹੀ ਦੋ ਲੈਂਸ ਹੈ, ਉਹਨਾਂ ਨੂੰ ਅੱਧਾ ਅੱਧਾ ਕੱਟ ਲਿਆ ਹੋਇਆ ਸੀ। ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਕਿ ਉੱਤਲ ਕਿਹੜਾ ਤੇ ਅਵਤਲ ਕਿਹੜਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਜੇ ਅਸੀਂ ਪੜ੍ਹਾਈ ਕਰਾਂਗੇ ਨਾ, ਤਾਂ ਵਿਗਿਆਨ ਵਾਕਈ ਹੀ ਇੱਕ ਦਿਲਚਸਪ ਵਿਸ਼ਾ ਬਣ ਜੂਗਾ ਤੇ ਉਸ ਨੂੰ ਅਸੀਂ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਕਿ ਕਿਹੜਾ ਉੱਤਲ ਹੈ, ਕਿਹੜਾ ਅਵਤਲ ਹੈ, ਤੇ ਟੀਚਰ ਨੇ ਜਿਹੜਾ ਹੈ ਬੋਰਡ ਦੇ ਉੱਤੇ ਇਸ ਤਰ੍ਹਾਂ ਦਾ ਕਿਉਂ ਬਣਾਇਆ ਸੀ, ਉਹਦੇ ਪਿੱਛੇ ਕਾਰਨ ਕੀ ਸੀ। ਠੀਕ ਹੈ।
ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਵੇਵਸ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਲੌਂਗੀਟਿਊਡਨਲ ਵੇਵਸ, ਇੱਕ ਟਰਾਂਸਵਰਸ ਵੇਵਸ। ਤਾਂ ਕਰਨਵੀਰ ਸਿੰਘ ਮੈਂ ਤੁਹਾਨੂੰ ਬੁਲਾਊਂਗਾ, ਤੁਸੀਂ ਇੱਥੇ ਆਓ ਮੇਰੇ ਕੋਲ, ਇਸ ਨੂੰ ਪਕੜਿਓ। ਇਹ ਸਾਡੇ ਕੋਲ ਇੱਕ ਸੈਟਅਪ ਬਣਾਇਆ ਗਿਆ ਜਿਸ ਦੇ ਵਿੱਚ ਸਟ੍ਰੋਜ਼ ਲਗਾਏ ਮੈਂ ਇੱਕ ਟੇਪ ਦੇ ਉੱਤੇ। ਬੜਾ ਸਿੰਪਲ ਹੈ, ਤੁਸੀਂ ਇੱਕ ਟੇਪ ਲਓ, ਉਸ ਦੇ ਉੱਤੇ ਸਟ੍ਰੋਜ਼ ਲਗਾਓ ਤੇ ਸਟ੍ਰੋਜ਼ ਚਿਪਕ ਜਾਣਗੇ। ਤਾਂ ਹੁਣ ਖਿੱਚ ਕੇ ਰੱਖਣਾ ਜੀ ਥੋੜਾ ਜਿਹਾ। ਤਾਂ ਇਸ ਦੇ ਵਿੱਚ ਪੂਰੀ ਅਸੀਂ ਮਤਲਬ ਵੀ ਟੈਂਸ਼ਨ ਕ੍ਰੀਏਟ ਕਰਤੀ ਹੋਈ ਹੈ, ਖਿੱਚ ਪਾਤੀ ਹੋਈ ਹੈ। ਤਾਂ ਮੈਂ ਪਹਿਲੇ ਜਿਹੜੇ ਪਾਰਟੀਕਲ, ਇਹ ਪਾਰਟੀਕਲਸ ਇੱਕ ਤਰ੍ਹਾਂ ਦੇ, ਪਹਿਲੇ ਪਾਰਟੀਕਲ ਨੂੰ ਡਿਸਟਰਬ ਕਰੂੰਗਾ ਤੇ ਇਸ ਦੀ ਜਿਹੜੀ ਡਿਸਟਰਬੈਂਸ ਹੈ ਦੂਜੇ ਕੋਲ ਜਾਏਗੀ, ਦੂਜਾ ਤੀਜੇ ਨੂੰ, ਤੀਜਾ ਨੈਕਸਟ 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 ਅਖੀਰ ਤੱਕ ਚਲੀ ਜਾਏਗੀ। ਤਾਂ ਤੁਸੀਂ ਦੇਖਣਾ ਮੈਂ ਸਿਰਫ ਡਿਸਟਰਬੈਂਸ ਹੈ ਜਿਹੜੀ ਪਹਿਲੇ ਨੂੰ ਦੇ ਰਿਹਾ। ਦੇਖਿਆ ਤੁਸੀਂ? ਆ ਦੇਖੋ, ਆ ਦੇਖੋ ਸਾਰੀ ਵਾਈਬ੍ਰੇਟ ਕਰਨ ਲੱਗ ਗਏ। ਕੀਤਾ ਇੱਕ ਨੂੰ ਸੀਗਾ ਪਰ ਸਾਰੇ ਦੇ ਸਾਰੇ ਵਾਈਬ੍ਰੇਟ ਕਰਨ ਲੱਗ ਗਏ ਹੋਏ, ਆਪਣੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ, ਪਰ ਉਹਨਾਂ ਨੇ ਕੀ ਅੱਗੇ ਦਿੱਤਾ, એનર્ਜੀ ਟ੍ਰਾਂਸਫਰ ਕੀਤੀ ਹੈ। ਤਾਂ એનર્ਜੀ ਟ੍ਰਾਂਸਫਰ ਹੋਈ ਹੈ। ਹੁਣ ਥੋੜਾ ਜਿਹਾ ਹੋਰ ਆਬਜ਼ਰਵੇਸ਼ਨ ਨਾਲ ਦੇਖਿਓ ਕਿ ਜਿਹੜੀ એનર્ਜੀ ਟ੍ਰਾਂਸਫਰ ਹੋਈ ਹੈ ਉਹੀ એનર્ਜੀ ਹੈ ਜਿਹੜੀ ਫਿਰ ਉਹ ਵਾਪਸ ਵੀ ਆ ਰਹੀ ਹੈ, ਜਿਸ ਨੂੰ ਅਸੀਂ ਰਿਫਲੈਕਸ਼ਨ ਆਫ ਵੇਵ ਕਹਿੰਦੇ ਹਾਂ। ਦੇਖਿਓ, ਹਾਂਜੀ ਸਰ। ਹਾਂ, ਤਾਂ ਤੁਸੀਂ ਦੇਖ ਰਹੇ ਸੀ ਕਿ ਇਹ ਜਿਹੜੀ ਵੇਵ ਗਈ ਉਹ ਵਾਪਸ ਵੀ ਆਈ, ਰਿਫਲੈਕਸ਼ਨ ਆਫ ਵੇਵ ਇਸ ਨੂੰ ਕਿਹਾ ਜਾਂਦਾ। ਤਾਂ ਇਸੇ ਸੈਟਅਪ ਦੇ ਨਾਲ ਅਸੀਂ ਦਿਖਾ ਦਾਂਗੇ ਤੁਹਾਨੂੰ ਕਿ ਟਰਾਂਸਵਰਸ ਵੇਵਸ ਕਿਸ ਤਰ੍ਹਾਂ ਬਣਦੀਆਂ, ਕ੍ਰੈਸਟ ਟ੍ਰੈਪ ਦੀ ਫਾਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਤੇ ਉਹਦੇ ਕ੍ਰੈਸਟ ਦੇ ਦੋ ਕ੍ਰੈਸਟ ਦੇ ਵਿਚਕਾਰ ਜਿਹੜਾ ਡਿਫਰੈਂਸ ਹੈ, ਡਿਸਟੈਂਸ ਹੈ, ਉਸ ਨੂੰ ਅਸੀਂ ਲੈਮਡਾ ਦੇ ਨਾਲ ਦੱਸ ਦਿੰਦੇ ਹਾਂ। ਲੈਮਡਾ ਇਜ਼ ਦਾ ਵੇਵ ਲੈਂਥ। ਤਾਂ ਇਹ ਜਿਹੜੀ ਚੀਜ਼ ਹੈ ਹੁਣ ਤੁਸੀਂ ਦੇਖਿਓ ਕਿ ਪੂਰਾ ਅਸੀਂ ਖਿੱਚ ਪਾ ਕੇ ਰੱਖਾਂਗੇ, ਪੂਰਾ ਖਿੱਚ ਕੇ ਰੱਖਿਓ। ਤਾਂ ਹੁਣ ਜੇ એનર્ਜੀ ਦਿੰਦੇ ਆ ਤਾਂ એનર્ਜੀ ਟਰੈਵਲਸ ਫਾਸਟਰ, ਇਹ ਦੇਖੋ। ਲੇਕਿਨ ਜੇ ਅਸੀਂ ਇਸ ਨੂੰ ਢਿੱਲਾ ਰੱਖਦੇ ਹਾਂ ਦੈਨ એનર્ਜੀ ਟ੍ਰਾਂਸਫਰ ਬਟ ਸਲੋ ਮੋਸ਼ਨ, ਸਲੋ ਹੋ ਗਈ। ਖਿੱਚ ਕੇ ਬਸ ਬੱਚਿਓ, ਤਾਂ ਹੀ ਤਾਂ ਅਧਿਆਪਕ ਤੁਹਾਨੂੰ ਖਿੱਚ ਕੇ ਰੱਖਦੇ ਆ ਵੀ ਤੁਸੀਂ ਤੇਜ਼ ਹੀ ਰਹੋ, ਯਾਦ ਰੱਖਿਓ। ਇਹ ਇੱਕ ਸਾਡੇ ਕੋਲ ਸਿੰਪਲ ਰੋਡ ਹੈ। ਤਾਂ ਇਸ ਰੋਡ ਦੇ ਵਿੱਚ, ਐਲੂਮੀਨੀਅਮ ਰੋਡ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਕੀ ਹੈ ਕਿ ਇਸ ਨੂੰ ਅਸੀਂ ਬੈਲੈਂਸ ਕਰ ਰਹੇ। ਤੁਹਾਨੂੰ ਦਿਖਾਇਆ ਸੀ ਨਾ ਸਕੁਅਰ, ਲੌਜਿਕ ਸਕੁਅਰ, ਜਿਸ ਦੇ ਵਿੱਚ ਬੈਲੈਂਸ ਸੀ ਤੇ ਫਿਰ 34 ਹੀ ਆ ਰਿਹਾ ਸੀ। ਇਸੇ ਤਰ੍ਹਾਂ ਸਾਇੰਸ ਦੇ ਵਿੱਚ ਵੀ ਇਹ ਚੀਜ਼ਾਂ ਦੀ ਬਹੁਤ ਇੰਪੋਰਟੈਂਸ ਹੈ। ਦੇਖੋ ਮੈਂ ਇਸ ਨੂੰ ਬੈਲੈਂਸ ਕੀਤਾ ਤੇ ਇੱਥੋਂ ਪਕੜਿਆ ਤੇ ਇੱਥੋਂ ਹੀ ਮੈਂ ਪਕੜ ਲੈਣਾ ਜਿੱਥੇ ਮੈਂ ਬੈਲੈਂਸ ਕੀਤਾ। ਤਾਂ ਹੁਣ ਇਸ ਰੋਡ ਦੇ ਵਿੱਚੋਂ ਮੈਂ ਤੁਹਾਨੂੰ ਸਾਊਂਡ ਪ੍ਰੋਡਿਊਸ ਕਰਕੇ ਦਿਖਾਵਾਂਗਾ ਸਿੰਪਲੀ ਬਾਈ ਰਬਿੰਗ ਦਿਸ ਰੋਡ। ਮੈਂ ਇਸ ਨੂੰ ਰੱਬ ਕਰਦਾ ਜਾਵਾਂਗਾ, ਉਸ ਦੇ ਵਿੱਚੋਂ ਸਾਊਂਡ ਪ੍ਰੋਡਿਊਸ। ਲੇਕਿਨ ਇਹਦੇ ਪਿੱਛੇ ਸਿਧਾਂਤ ਸਮਝਣਾ ਪਏਗਾ। ਸਿਧਾਂਤ ਕੀ ਹੈ ਕਿ ਜਦੋਂ ਵਸਤੂਆਂ ਵਾਈਬ੍ਰੇਟ ਕਰਦੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਇੱਧਰ ਉੱਧਰ ਜਾਂਦੀਆਂ, ਤਾਂ ਉਹਨਾਂ ਦੇ ਵਿੱਚੋਂ ਸਾਊਂਡ ਪ੍ਰੋਡਿਊਸ ਹੁੰਦੀ। ਤਾਂ ਇਸ ਦੇ ਵਿੱਚ ਸਾਊਂਡ ਪ੍ਰੋਡਿਊਸ ਕਰਨ ਦੇ ਲਈ ਮੈਂ ਇੱਕ ਪਾਊਡਰ ਯੂਜ਼ ਕਰਦਾ। ਇਹ ਪਾਊਡਰ ਦੇ ਨਾਲ ਮੈਂ ਇਸ ਨੂੰ है ना विज्ञान। फिर तुसी कहना जादू करता, सर ने हथ से कुछ लगाया सी पाउडर जा। ਉਹ ਨਹੀਂ ਬਈ, ਇਹ ਕੋਈ ਜਾਦੂ ਨਹੀਂ ਹੈ, ਇਹ ਸਿੰਪਲ ਸਾਬਣ ਨੂੰ ਸੁਕਾ ਕੇ ਕੁੱਟਿਆ ਹੋਇਆ ਬਸ। ਸਾਬਣ ਨੂੰ ਕਿਉਂ ਸੁਕਾਇਆ? ਕਿਉਂਕਿ ਇਸ ਦੇ ਵਿੱਚ ਖੁਰਦਰਾਪਨ ਹੁੰਦਾ। ਉਸ ਖੁਰਦਰੇਪਨ ਦੇ ਕਰਕੇ ਇਹ ਕੀ ਹੈ, ਸਾਨੂੰ ਜ਼ਿਆਦਾ ਫ੍ਰਿਕਸ਼ਨ ਦੇ ਦਿੰਦਾ। ਫ੍ਰਿਕਸ਼ਨ ਦੇ ਨਾਲ ਵਾਈਬ੍ਰੇਸ਼ਨ ਹੈ, ਵਾਈਬ੍ਰੇਸ਼ਨ ਦੇ ਨਾਲ ਸਾਊਂਡ ਹੈ। ਔਰ ਇਹ ਸਾਊਂਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਹੋਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਜੇ ਮੈਂ ਇੱਥੋਂ ਫੜ ਲਾਂ ਤੇ ਇਹਨੂੰ ਬੈਲੈਂਸ ਨਾ ਕਰਾਂ ਤੇ ਫੇਰ ਕੀ ਸਾਊਂਡ ਆਏਗੀ। ਲੋ ਤੁਹਾਡੇ ਸਾਹਮਣੇ ਮੈਂ ਇਸ ਨੂੰ ਯੂਜ਼ ਵੀ ਕਰ ਰਿਹਾ। ਨੋ ਸਾਊਂਡ ਵਿਲ ਪ੍ਰੋਡਿਊਸਡ। ਤਾਂ ਇੱਥੇ ਕਨਸੈਪਟ ਆਉਂਦਾ ਹੈ ਕਿ ਬੈਲੈਂਸ ਕਰਨ ਦਾ ਮਤਲਬ ਕੀ ਹੈ ਕਿ ਅਸੀਂ ਨੋਡਸ ਤੇ ਐਂਟੀ ਨੋਡਸ ਦੀ ਫਾਰਮੇਸ਼ਨ ਜਿਹੜੀ ਹੈ ਉਹ ਬਣਾਉਣ ਦੇ ਵਿੱਚ ਸਫਲ ਹੋ ਜਾਂਦੇ ਹਾਂ। ਤੇ ਉਹ ਜਿਹੜੀ ਫਾਰਮੇਸ਼ਨ ਹੈ ਉਹ ਕਿਸ ਤਰ੍ਹਾਂ ਦੇ ਨਾਲ ਹੁੰਦੀ ਹੈ, ਇਹ ਦੋ ਨੋਡਸ ਬਣਾ ਲਏ ਸੀ। ਫਿਰ ਇੱਥੇ ਐਂਪਲੀਟਿਊਡ ਇਹਦਾ ਵੱਧ ਗਿਆ ਹੋਇਆ, ਇਹ ਐਂਟੀ ਨੋਡਸ ਬਣ ਗਏ। ਨੋਡਸ ਤੇ ਐਂਟੀ ਨੋਡਸ ਦੀ ਫਾਰਮੇਸ਼ਨ ਕਰਕੇ ਸਾਊਂਡ ਪ੍ਰੋਡਿਊਸ ਕੀਤੀ ਜਾ ਸਕਦੀ ਹੈ। ਨਿਰਜੀਵ ਚੀਜ਼ਾਂ ਆਵਾਜ਼ਾਂ ਕੱਢ ਰਹੀਆਂ ਤੁਹਾਡੇ ਸਾਹਮਣੇ, ਇਹ ਹੈ ਵਿਗਿਆਨ। ਸਾਹਿਲ ਮੇਰੀ ਮਦਦ ਕਰਿਓ। ਇਹ ਤੁਹਾਨੂੰ ਵਰਡ ਦੀ ਇੱਕ
ਡਾਈਂਗ ਮਸ਼ੀਨ ਦਿਖਾਉਣ ਜਾ ਰਹੇ ਹਾਂ, ਸਭ ਤੋਂ ਛੋਟੀ ਡਾਈਂਗ ਮਸ਼ੀਨ। ਡਾਈਂਗ ਦਾ ਕੰਮ ਕੀ ਹੁੰਦਾ ਕਿ ਰੰਗ ਬਦਲਣਾ ਹੈ। ਇਹ ਦੇਖੋ ਬਸ ਇਸ ਤਰ੍ਹਾਂ ਪਕੜ ਲਓ ਤਾਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕਿਹੜਾ ਕਲਰ ਹੈ, ਲਾਈਟ, नीचे डार्क, ऐसा मान लें आप, लाइट ब्राउन डार्क है ना, पिंक कह लो या ब्राउन कह लो। तो हुण इस कलर को मैं विद द मैच बॉक्स चेंज कर दूंगा, विद इन फ्रैक्शन ऑफ सेकंड चेंज कर दूंगा। बस मैं एक मैच बॉक्स को घुमाना है, इसलिए मैं इसको कहता हूं ना कि यह स्मॉलेस्ट डाइंग मशीन है। आ देखो द कलर चेंजेस। ओ सर तुसी इन्ने जादू करी जाओ। नहीं भाई जादू नहीं है, नहीं है, नहीं है, विज्ञान है। आओ पढ़ो तो सही, किताब खोलो, सीखो। ये हुण साहिल भी कर सकता है। साहिल इत्थे उंगली रखो, हुण ऊपर लाइट हो जाएगा, थले डार्क रह गया। देखो हाँ, कुछ बच्चों ने इसनूं कैच कर लिया है। यस करैक्ट। तो की सीगा इहदे पिछे, की सीगा तुसी देखो, ये भेत। बस जदों इसकी पढ़ाई होगी तो पता लग जाएगा साहिल। ओहो ये की है, क्रॉस है। एक क्रॉस लगाया। हाँ साहिल नूं याद आया कि जब मैं पढ़ता सी तो टीचर ने भी क्रॉस लगाता सी मेरी कॉपी ते। यस टीचर ने क्रॉस लगाया तो मैनूं गुस्सा चढ़ गया सी। मैनूं गुस्सा चढ़िया कि टीचर राती लाइट भी नहीं सी, मैं काम भी करके आया, पर तुसी मेरी कॉपी ते देखिया नहीं, करिया नहीं, ते तुसी ले जाके जी काटा लाता। तो काटे का मतलब की है, ਤੁਹਾਡੇ ਸਾਹਮਣੇ मैं प्रैक्टिकली दिखाया ਤੁਹਾਨੂੰ। काटे का मतलब की है, ਤੁਸੀਂ समझ नहीं पाए अपने काटा क्यों मारिया सीगा, काटा की सानू दस रहा सीगा। मैं भी गल कहना भी क्लास ਦੇ ਵਿੱਚ ਜਦੋਂ ਆਉਂਗੇ ਨਾ ਤਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦਿਓਗੇ ਨਾ ਤਾਂ ਤੁਸੀਂ ਜੁੜ ਜਾਓਗੇ ਜਮਾਤ ਦੇ ਵਿੱਚ। ਇਹ ਕਾਟੇ ਦਾ ਮਤਲਬ ਬੜਾ ਡੂੰਘਾ ਸੀ। ਇਸ ਮੈਚ ਬਾਕਸ ਦੇ ਵਿੱਚ ਅਸੀਂ ਕਾਟਾ ਲਗਾਇਆ ਸੀ ਤਾਂ ਰੰਗ ਹੈ ਜਿਹੜਾ ਥੱਲੇ ਵਾਲਾ ਉੱਪਰ ਚਲਾ ਗਿਆ ਸੀ ਔਰ ਉੱਪਰ ਵਾਲਾ ਥੱਲੇ ਆ ਗਿਆ ਸੀ। ਤਾਂ ਕਾਟਾ ਜਦੋਂ ਅਧਿਆਪਕ ਕਰਦੇ ਆ ਜਮਾਤ ਦੇ ਵਿੱਚ ਤੁਹਾਡੀ ਕਾਪੀ ਦੇ ਉੱਤੇ ਲਗਾਉਂਦੇ ਆ ਤਾਂ ਅਧਿਆਪਕ ਕਹਿ ਰਹੇ ਹੁੰਦੇ ਆ ਮਨੋਮਨੀ, ਪਰ ਤੁਸੀਂ ਉਸ ਨੂੰ ਸਿੱਖਿਆ ਨਹੀਂ ਕਿ ਕਾਕਾ ਉਹ ਬੱਚੇ ਤੂੰ ਹੇਠਾਂ ਆ ਗਿਆ ਹੋਇਆ ਹੈ, ਪਰ ਫਿਕਰ ਨਾ ਕਰੀ, ਤੇਰਾ ਅਧਿਆਪਕ ਤੇਰੇ ਨਾਲ ਹੈ, ਮੈਂ ਤੈਨੂੰ ਉੱਪਰ ਲੈ ਕੇ ਜਾਊਂਗਾ। ਦੇਖਿਆ ਤੁਸੀਂ, ਇਸ ਨੂੰ ਵਿਗਿਆਨ ਦੇ ਵਿੱਚ ਵਰਤੋ, ਆਪਣੀ ਆਮ ਜ਼ਿੰਦਗੀ ਦੇ ਵਿੱਚ ਵਰਤੋ। ਤਾਂ ਇੱਕ ਟੀਚਰ ਦਾ ਮੈਨੂੰ ਸਵਾਲ ਆਇਆ ਇਹ ਕਰਨ ਤੋਂ ਬਾਅਦ ਕਿ ਸਰ ਇੱਕ ਮਿੰਟ, क्योंकि ठीक है तर्क आना चाहिए, तो वो कहता जी जे तुसी इसनूं इस तरह लगाया कि ਇਹਦਾ मतलब मैं थल्ले आ रहा तू मैनूं ਉੱਪਰ ले जा रहा, पर मैं तो कहता जी इस तरह ही मार दिना काटा। तो हुण दसो, मैं कह लिया तो बड़ा आसान करता तू काम, तू ये दसता कि काके तू तो थल्ले आया सी, नाल मैनूं भी लैके उड़ेगा, मैनूं भी थल्ले लै गया होया तू। बस इस तरह साडी काटियां दी डिस्कशन हुंदी रही ते अद्धा घंटा असीं डिस्कशन च लगाया। तो इस डिस्कशन को कागज़ के उत्ते ले आइए, उसनूं कहते रिसर्च पेपर। वो साडा अगे लिखा जाऊगा, रिसर्च पेपर, पेपर पढ़ लोगे तुसीं विज्ञानी बन गए। बस इन्ना क काम सी साडे कोल अज, है ना। तो इस तरह के नाल असीं सफल हो जाते हैं। कुछ कुछ गल्लां जिहड़ियां हैगियां विज्ञान की छोटी जी पढ़ाई करके, है ना, मोटियां किताबां होणगियां पर बरीकियां जिहड़ियां तुहानूं समझ आउणगियां कि इन्ना आनंददायक विज्ञान है साडे कोल। तो उस विज्ञान दे विच एक जिहड़े घर दे विच चमचा पिया, इस चमचे दे नाल विज्ञान नूं पढ़ाउणा, इस कड़छी दे नाल विज्ञान नूं पढ़ाउणा। हाँ सर की करन लग गए हो तुसीं, ये कड़छियां चमचे भी नाल चक्की फिरदे हो। भाई ज्ञान है, तुहाडी माता जी विज्ञानी है, तुसीं लभे ही नहीं कदे। हाँ सर माई मदर इज हाउस वाइफ, वो तो घर का काम देखते हैं, लेकिन तुसीं कहंदे हो विज्ञानी है। यस सर सिद्ध करो भी विज्ञानी। लो अज सिद्ध करते हैं असीं कि मेरे माता जी विज्ञानी है, तेरे माता जी विज्ञानी है, तेरे सब दे माता जी विज्ञानी है, आओ सिद्ध करते हैं। तो ममा की कर रहे होंगे सवेर वेले, पहला प्रयोग कर रहे होंगे अग बाल रहे होंगे। अग का बालना, इग्निशन टैंपरेचर का आना, अग तां ही चलती है जो इग्निशन टैंपरेचर आ जाएगा। गैस है, गैस तां ही जलूगी जो टैंपरेचर आएगा, ठीक है। तो उसनूं अग लगती है, लाइटर के विचों चिंगारी निकलती है। तो जे स्टडी करते हो तो विज्ञान है, नहीं करते तो बस चाह बन गई पीओ। तो इसके पिछे की होया कि दूसरा प्रयोग मम्मा ने की किया कि उसके उत्ते पतीला रखा, पतीले च पानी पा लिया, थोड़ी देर बाद पानी उबलन लग गया, है ना। दूसरा प्रयोग करता होया। तो विज्ञान प्रयोगशाला दे विच असीं की करते हैं भी हुण इस थर्मामीटर पा के देखो पानी किन्ने डिग्री ते उबलना शुरू होएगा। घर दे विच मम्मा दे चुल्हे दे उत्ते पतीले दे विच पानी उबल रहा सी 100 डिग्री सैल्सीअस। अरे वाह,
ਇਹ ਤਾਂ ਪ੍ਰਯੋਗ ਹੋ ਗਿਆ ਦੂਸਰਾ। ਤੀਸਰਾ ਪ੍ਰਯੋਗ ਜੀ, ਤੀਸਰਾ ਪ੍ਰਯੋਗ ਕੀਤਾ ਉਹਨਾਂ ਨੇ ਜਦੋਂ ਚੀਨੀ ਮਿਲਾਈ ਉਸ ਦੇ ਵਿੱਚ। ਜਦੋਂ ਚੀਨੀ ਮਿਲਾਈ, ਚੀਨੀ ਘੁਲ ਗਈ ਤਾਂ ਸੈਚੂਰੇਟਡ ਅਨਸੈਚੂਰੇਟਡ ਸਾਨੂੰ ਪਤਾ ਲੱਗ ਗਿਆ ਕਿ ਉਹ ਚੀਨੀ ਹੋਰ ਪਾਓਗੇ ਹੋਰ ਘੁਲ ਜੂਗੀ, ਹੋਰ ਪਾਓਗੇ ਹੋਰ। ਪਰ ਇੱਕ ਸਮਾਂ ਐਸਾ ਆ ਜਾਏਗਾ ਕਿ ਹੋਰ ਚੀਨੀ ਪਾਓਗੇ ਪਰ ਹੋਰ ਚੀਨੀ ਨਹੀਂ ਘੁਲੇਗੀ। ਇਹੀ ਤਾਂ ਵਿਗਿਆਨ ਦੀ ਕਿਤਾਬ 'ਚ ਲਿਖਿਆ, ਪੜ੍ਹ ਲਿਓ ਜਾ ਕੇ। ਤੇ ਸਰ ਅਗਲਾ ਪ੍ਰਯੋਗ ਕੀ ਕਰਦੇ ਆ ਮੰਮਾ? ਚਾਹ ਪੱਤੀ ਪਾਤੀ, ਫਿਰ ਉਸ ਤੋਂ ਬਾਅਦ ਵਾਈਟ ਕਲਰ ਦਾ ਮਿਲਕ ਹੈ ਜਿਹੜਾ ਉਹ ਪਾਉਂਦੇ ਆ ਨਾ, ਤਾਂ ਮਿਲਕ ਦਾ ਕਲਰ ਚੇਂਜ ਹੋ ਜਾਂਦਾ ਹੈ ਐਂਡ ਦਾ ਕਲਰ ਚੇਂਜਿਸ ਐਂਡ ਟੀ ਇਜ਼ ਰੈਡੀ। ਅਰੇ ਕੀ ਬਾਤ, ਚਾਹ ਬਣ ਗਈ। ਲੇਕਿਨ ਉਹ ਬਣੀ ਤਾਂ ਚਾਹ ਹੈ ਸਾਡੇ ਲਈ, ਲੇਕਿਨ ਮੰਮਾ ਪ੍ਰਯੋਗ ਕਰ ਰਹੇ ਸੀਗੇ। ਤਾਂ ਉਸ ਪ੍ਰਯੋਗ ਦੇ ਵਿੱਚੋਂ ਨਿਕਲ ਕੇ ਕੀ ਬਾਹਰ ਆਇਆ ਕਿ ਮੇਰੀ ਕੈਮਿਸਟਰੀ ਲੈਬ ਦੇ ਵਿੱਚ ਅੱਜ ਸਟਾਰਚ ਦੇ ਲਈ ਟੈਸਟ ਕੀਤਾ ਜਾ ਰਿਹਾ ਹੈ। ਇੱਕ ਟੈਸਟ ਟਿਊਬ ਲੈ ਕੇ ਉਸ ਦੇ ਵਿੱਚ ਪੋਟੈਟੋ ਪੀਸਿਸ ਪਾਏ ਜਾਂਦੇ, ਆਇਓਡੀਨ ਸੋਲੂਸ਼ਨ ਪਾਇਆ ਜਾਂਦਾ, ਤਾਂ ਕਲਰ ਚੇਂਜਿਸ, ਕਲਰ ਚੇਂਜਿਸ। ਤਾਂ ਸਵੇਰੇ ਕੀ ਹੋਇਆ ਸੀ ਚਾਹ ਬਣਾਉਂਦਾ, ਕਲਰ ਚੇਂਜਿਸ, ਚਾਹ ਬਣ ਗਈ ਸੀ ਤਾਂ ਕਲਰ ਚੇਂਜਿਸ। ਵਿਗਿਆਨ ਦੇ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਹੋ ਗਿਆ ਸੀ ਤੇ ਮੈਂ ਸਿੱਧ ਕਰਨ 'ਚ ਸਫਲ ਹੋ ਗਿਆ ਕਿ ਮੇਰੇ ਮਾਤਾ ਜੀ ਵਿਗਿਆਨੀ ਹੈ, ਤੁਹਾਡੇ ਮਾਤਾ ਜੀ ਵਿਗਿਆਨੀ ਹੈ, ਹਰ ਇੱਕ ਦੇ ਮਾਤਾ ਜੀ ਵਿਗਿਆਨੀ ਹੈ, ਪਰ ਅਸੀਂ ਲੱਭੇ ਹੀ ਨਹੀਂ ਉਹਨਾਂ ਨੂੰ ਕਦੇ। ਤਾਂ ਅੱਜ ਜਾ ਕੇ ਇੱਕ ਹੋਰ ਪ੍ਰਯੋਗ ਸਿੱਖ ਲਿਓ, ਘਰੇ ਜਾ ਕੇ ਪੁੱਛਿਓ। ਜਿੱਥੇ ਮਾਤਾ ਜੀ ਵਿਗਿਆਨੀ ਹੈ ਉੱਥੇ ਪਿਤਾ ਜੀ ਗਣਿਤ ਸ਼ਾਸਤਰੀ ਹੈ। ਸਾਹਿਲ ਭੁੱਲਿਓ ਨਾ ਇਸ ਗੱਲ ਨੂੰ, ਪਿਤਾ ਜੀ ਗਣਿਤ ਸ਼ਾਸਤਰੀ ਹੈ। ਕਿਵੇਂ? ਮੰਗ ਲਿਆ ਜਾ ਕੇ 100 ਰੁਪਇਆ, ਦੱਸ ਦੇਣਗੇ ਪਤਾ। ਪਿਛਲਾ ਹਿਸਾਬ ਕਿਤਾਬ ਸਾਰਾ ਆ ਜਾਊਗਾ ਵੀ ਲੈ ਉਦਣ 50 ਲੈ ਗਿਆ ਸੀ, ਉਹਦਾ ਹਿਸਾਬ ਕਿਤਾਬ ਕਿੱਥੇ ਕਰਕੇ, ਉਦਣ ਉਹਨੂੰ ਇੱਥੇ ਦਿੱਤੇ ਸੀ, ਆਹ ਦਿੱਤੇ ਸੀ। ਤਾਂ ਗਣਿਤ ਵਾਲਿਆਂ ਦਾ ਕੰਮ ਹੀ ਇਹ ਹੁੰਦਾ ਗਣਨਾ ਕਰਨਾ, ਤਾਂ ਉਹਨਾਂ ਨੇ ਗਣਨਾ ਕਰ ਦੇਣੀ ਹੈ। ਤੇ ਇਸ ਲਈ ਗਣਿਤ ਸ਼ਾਸਤਰੀ ਘਰੇ ਬੈਠਾ ਹੈ, ਵਿਗਿਆਨੀ ਘਰੇ ਬੈਠੇ ਹੈ, ਪਰ ਮੈਂ ਲੈਣੀ ਆਰਟਸ ਹੈ। ਨਾ ਵੀ ਨਾ ਭੱਜੀ ਨਾ ਵਿਗਿਆਨ ਤੋਂ, ਅਸੀਂ ਪੜ੍ਹਾਵਾਂਗੇ ਤੈਨੂੰ ਸੌਖੇ ਢੰਗ ਨਾਲ ਪੜ੍ਹਾਵਾਂਗੇ। ਆਹ ਜਿਹੜੇ ਚਮਚੇ ਤੇ ਕੜਛੀਆਂ, ਇਹਨਾਂ ਦੇ ਨਾਲ ਅਸੀਂ ਥਾਲੀਆਂ ਨਹੀਂ ਖੜਕਾਣੀਆਂ। ਅਸੀਂ ਕੀ ਕਰਨਾ ਹੈ, ਅਸੀਂ ਦੇਖਣਾ ਵੀ ਇਮੇਜ ਫਾਰਮੇਸ਼ਨ ਕਿਵੇਂ ਹੋ ਰਹੀ ਹੈ। ਆਹ ਦੇਖੋ, ਤਾਂ ਇਮੇਜ ਫਾਰਮੇਸ਼ਨ ਕੀ ਹੋ ਰਹੀ ਹੈ, ਇਸ ਦੇ ਵਿੱਚ ਮੈਨੂੰ ਉਲਟਾ ਦਿਸ ਰਿਹਾ ਮੇਰਾ ਇਮੇਜ, ਅੱਛਾ, ਤੇ ਦੂਜੇ ਪਾਸੇ ਸਿੱਧਾ ਦਿਸ ਰਿਹਾ। ਤਾਂ ਮਿਰਰ ਦਾ ਕੰਸੈਪਟ ਆ ਗਿਆ, ਇੱਕ ਪਾਸੇ ਕਨਕੇਵ ਮਿਰਰ ਹੈ, ਇੱਕ ਪਾਸੇ ਕਨਵੈਕਸ ਮਿਰਰ ਹੈ। ਕਨਵੈਕਸ ਮਿਰਰ, ਕਨਕੇਵ ਮਿਰਰ, ਦੇਖੋ। ਤਾਂ ਉਹਦੀ ਸ਼ੇਪ ਤੋਂ ਅਸੀਂ ਮਿਰਰ ਜਿਹੜੇ ਆ ਉਹ ਪੜ੍ਹਾ ਸਕਦੇ ਹਾਂ। ਤੇ ਘਰ ਦੀਆਂ ਚੀਜ਼ਾਂ ਦੇ ਨਾਲ, ਘਰ ਦੇ ਇਨਸਾਨਾਂ ਦੇ ਨਾਲ ਜਿਹੜੀ ਹੈ ਵਿਗਿਆਨ ਨੂੰ ਪੜ੍ਹਾਉਣਾ ਹੁਣ ਬੜਾ ਆਸਾਨ ਹੋ ਗਿਆ ਹੋਇਆ। ਤਾਂ ਇਸ ਲਈ ਡਰੋ ਨਾ ਵਿਗਿਆਨ ਤੋਂ, ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਤੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਪ੍ਰਯੋਗ ਚਲਦੇ ਚਲਦੇ ਦੱਸ ਕੇ ਜਾਣਾ ਕਿ ਗੱਲ ਹੁੰਦੀ ਹੈ ਵੀ ਗ੍ਰੈਵਿਟੇਸ਼ਨਲ ਫੋਰਸ ਸਟਰੋਂਗਰ ਹੈ ਜਾਂ ਇਲੈਕਟ੍ਰੋਸਟੈਟਿਕ ਫੋਰਸ ਸਟਰੋਂਗਰ ਹੈ। ਉਹਦਾ ਇੱਕ ਸਿੰਪਲ ਜਿਹਾ ਪ੍ਰਯੋਗ ਤੁਸੀਂ ਛੋਟੇ ਹੁੰਦਿਆਂ ਤੋਂ ਕਰਦੇ ਆਉਂਦੇ ਹੋ। ਛੋਟੇ ਛੋਟੇ ਕਾਗਜ਼ ਦੇ ਟੁਕੜੇ ਲਏ, ਦੇਖਿਆ ਵੀ ਟੀਚਰ ਪੜ੍ਹਾ ਰਿਹਾ, ਤੁਸੀਂ ਉਸ ਨੂੰ ਸਕੇਲ ਨੂੰ ਰੱਬ ਕੀਤਾ, ਉਹਨੂੰ ਚੱਕ ਕੇ ਦੇਖਿਆ ਕਿ ਇਹ ਟੁਕੜੇ ਚੁੱਕੇ ਜਾ ਰਹੇ ਉੱਪਰ, ਵਾਹ ਬੜਾ ਮਜ਼ਾ ਆ ਰਿਹਾ, ਪ੍ਰਯੋਗ ਕਰ ਰਹੇ ਹੋ ਤੁਸੀਂ। ਲੇਕਿਨ ਉਹਦੇ ਪਿੱਛੇ ਰਾਜ ਕੀ ਸੀ, ਆਪ ਦਿਖਾਉਂਦੇ ਹਾਂ ਤੁਹਾਨੂੰ। ਆਇਓ ਸਾਹਿਬ, ਇਹ ਤੁਹਾਡੇ ਹੱਥ ਦੇ ਉੱਤੇ ਨਾ ਅਸੀਂ ਕਾਗਜ਼ ਦੇ ਟੁਕੜੇ ਰੱਖਾਂਗੇ, ਦੇਖਿਆ ਤੁਸੀਂ। ਤਾਂ ਹੁਣ ਇਹ ਅਨਚਾਰਜ ਹੈ ਕਿਉਂਕਿ ਇਹਨਾਂ ਨੂੰ ਆਪਾਂ ਨੇ ਕੋਈ ਰੱਬ ਨਹੀਂ ਕੀਤਾ, ਬਸ ਇਸ ਤਰ੍ਹਾਂ ਕਰਕੇ ਸਪ੍ਰਿੰਕਲ ਕਰਤੇ। ਇੱਕ ਤਾਂ ਇਸ ਦੇ ਨਾਲ ਪ੍ਰਯੋਗ ਹੋਊਗਾ ਕਿ ਵਸਤੂਆਂ ਨੂੰ ਰੱਬ ਕਰੀਏ ਤਾਂ ਉਹਨਾਂ ਤੇ ਚਾਰਜ ਆਉਂਦਾ ਹੈ, ਔਰ ਜਿਹੜੀਆਂ ਅਨਚਾਰਜ ਵਸਤੂਆਂ ਹੈਗੀਆਂ ਉਹਨਾਂ ਨੂੰ ਅਸੀਂ ਅਟਰੈਕਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਉਹ ਹਮੇਸ਼ਾ ਹੀ ਅਟਰੈਕਟ ਹੋਣਗੀਆਂ, ਰਿਪੈਲ ਨਹੀਂ ਹੋਣਗੀਆਂ ਕਦੇ ਵੀ। ਕੁਝ ਬੱਚੇ ਕਹਿੰਦੇ ਸਰ ਚੁੰਬਕ ਬਣ ਗਿਆ, ਉਹ ਨਹੀਂ ਨਹੀਂ ਨਹੀਂ, ਇਹ ਚੁੰਬਕ ਤਾਂ ਲੋਹੇ ਤੇ ਕੰਮ ਕਰਦਾ ਹੁੰਦਾ ਹੈ ਨਾ, ਲੋਹੇ ਦੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ। ਪਰ ਇੱਥੇ ਕਿਹੜੀ ਫੋਰਸ ਲੱਗੀ ਹੈ, ਇਲੈਕਟ੍ਰੋਸਟੈਟਿਕ ਫੋਰਸ ਲੱਗੀ ਹੈ। ਜੋ ਮੈਂ ਤੁਹਾਨੂੰ ਪੜ੍ਹਾਉਣਾ ਚਾਹ ਰਿਹਾ ਉਹ ਇਹ ਹੈ ਕਿ ਇਲੈਕਟ੍ਰੋਸਟੈਟਿਕ ਫੋਰਸ ਦੇ ਨਾਲ ਇਹ ਕਾਗਜ਼ ਦੇ ਟੁਕੜੇ ਉੱਪਰ ਨੂੰ ਆ ਰਹੇ ਹਨ। ਦੇਖੋ ਹਾਲੇ ਵੀ ਵਿੱਚ ਕੁਝ ਆ ਰਿਹਾ, ਦੇਖੋ ਆ ਰਿਹਾ ਨਜ਼ਰ। ਹੁਣ ਇਹ ਜਿਹੜੇ ਟੁਕੜੇ ਉੱਪਰ ਨੂੰ ਆ ਰਹੇ ਹਨ, ਪਰ ਧਰਤੀ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। ਧਰਤੀ ਨੇ ਖਿੱਚਣਾ ਤਾਂ ਆਪਣੇ ਵੱਲ ਸੀ, ਪਰ ਇਹ ਚੀਜ਼ਾਂ ਜਿਹੜੀਆਂ ਉੱਪਰ ਨੂੰ ਆ ਗਈਆਂ। ਤਾਂ ਇਹਦਾ ਮਤਲਬ ਇਹ ਵਾਲੀ ਫੋਰਸ ਹੈ ਜਿਹੜੀ ਸਟਰੋਂਗ ਹੈ ਤੇ ਇਹ ਵਾਲੀ ਫੋਰਸ ਹੈ ਜਿਹੜੀ ਉਹ ਵੀਕ ਹੈ। ਤਾਂ ਸਿੱਧ ਹੋ ਗਿਆ ਕਿ ਇਲੈਕਟ੍ਰੋਸਟੈਟਿਕ ਫੋਰਸ ਇਜ਼ ਸਟਰੋਂਗਰ ਦੈਨ ਗ੍ਰੈਵਿਟੇਸ਼ਨਲ ਫੋਰਸ ਐਂਡ ਗ੍ਰੈਵਿਟੇਸ਼ਨਲ ਫੋਰਸ ਇਜ਼ ਅ ਵੀਕ ਫੋਰਸ। ਇੰਨਾ ਆਸਾਨ ਹੈ ਵਿਗਿਆਨ। ਆਓ ਵਿਗਿਆਨ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਵਿਗਿਆਨ ਦੀਆਂ ਇੰਨੀਆਂ ਦੇਖੀਆਂ, ਅਸੀਂ ਸਿੱਖਿਆਵਾਂ ਲਈਆਂ, ਪ੍ਰਯੋਗ ਕੀਤੇ, ਬਹੁਤ ਕੁਝ ਸਿੱਖਿਆ। ਇਸ ਦੇ ਨਾਲ ਹੀ ਵਿਗਿਆਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਮਤਲਬ ਕਿ ਕੋਈ ਅੰਤ ਵੱਲ ਨਹੀਂ ਅਸੀਂ ਸਮਝ ਸਕਦੇ। ਆਹ ਦੇਖੋ ਤੁਹਾਡੇ ਕੋਲ ਮੈਂ ਇੱਕ ਡਿਵਾਈਸ ਦਿਖਾ ਰਿਹਾ ਮੇਰੇ ਕੋਲ, ਤਾਂ ਇਸ ਦੇ ਵਿੱਚ ਲਿਕੁਇਡ ਪਾਇਆ ਹੋਇਆ ਸੀ। ਤਾਂ ਹੁਣ ਇਸ ਲਿਕੁਇਡ ਨੂੰ ਜਦੋਂ ਅਸੀਂ ਹੀਟ ਦੇਵਾਂਗੇ ਤਾਂ ਹੀਟ ਕਿੱਥੋਂ ਲਿਆਵਾਂਗੇ,
the energy can neither be created nor destroyed but it can be transformed from one form to the other form। किस तरह ये मेरी बॉडी है, मैं रोटी खाधी है, चाह पीती है, पीता है ना, तो वो एनर्जी मेरे शरीर ਦੇ ਵਿੱਚ ਹੈਗੀ है। तो हुण उस एनर्जी ਨੂੰ ਜਦੋਂ मैं ट्रांसफर करदा, हैंड्स ਨੂੰ रब करदा, गर्म हो गया हत्थ मेरे, तो वो गर्मी है ਜਿਹੜੀ बाहर निकली है, मीनस ट्रांसफर हुई है। ये किसी मैकेनिकल एनर्जी सीगी। मैकेनिकल एनर्जी इज द कॉम्बिनेशन ऑफ पोटेंशियल एनर्जी एंड काइनेटिक एनर्जी। पोटेंशियल स्टोर्ड एनर्जी, काइनेटिक मूवमेंट मोशन चाहिए जो चीज़, तो दोनों के कंबीनेशन तो असी की बना ली मैकेनिकल एनर्जी। तो हुण इस मैकेनिकल एनर्जी की कन्वर्जन किस च हुई है, ट्रांसफॉर्मेशन किस च हुई है, हीट एनर्जी। हीट बाहर आ गई, तो उस हीट में जो असी यूटिलाइज कर लें तो की होगा, असी देखते हैं कि जिहड़े लिक्विड्स है उन्होंने हीटअप करती है तो उन्होंने जी एक्सपेंशन आती है कि नहीं आती। लेट अस सी, मैं हत्थां नूं गर्म किया, हत्थां नूं गर्म करके मैं इस लिक्विड नूं इत्थों पकड़ना, देखो लिक्विड राइज होना शुरू हो जाए। देखो तुहानूं वॉल्यूम तो ही पता लग रहा होगा कि वॉल्यूम जिहड़ा इंक्रीज होना शुरू हो गया है। ये देखो देखा तुसीं, तो होर इस दे विच कोई इस तरह की मतलब भी मोटर नहीं लगी है जिहड़ी ने पानी उत्ते चढ़ाता, वो हीट दे नाल ही है जिहड़ा लिक्विड है एक्सपैंड किया ते वो उपर नूं चला, राइट। सो दिस वे हुण पहले समय दे विच समय नूं किस तरह मापन की गणना करने की कोशिश की जाती सी। ये साडे कोल देखो, इहनूं सैंड क्लॉक कहते हैं, रेता पाया है तो इसनूं सैट किया जाता है कि जदों सारे का सारा इसका सैंड है जिहड़ा वो दूसरे पासे आ जाएगा, मैं इसनूं इन्वर्ट करांगा तो दूसरे पासे शिफ्ट हो जाएगा, तो उस वेले 1 मिनट का हो जाएगा। ये सानूं मिलते हैं 1 मिनट का सैंड क्लॉक, 2 मिनट का, 3 मिनट का, तो इस तरह जो 60 मिनट तो तुसीं समझ सकते हो। तो हुण इस दे विच तुसीं देख रहे हो कि ये सैंड है जिहड़ी इस होल दे विचों नीचे आनी शुरू हो गई हुई, तो पूरे 1 मिनट बाद तुसीं देखोगे कि सारी की सारी सैंड है जिहड़ी वो थल्ले ड्रॉप कर जाएगी, राइट। तो दिस वे पहले समय दे विच जिहड़ी गणना की जाती सी, उदों क्लॉक नहीं सी, है ना। फिर उस तो बाद सोलर डायल्स बनाए असी ने, सूरजी जिहड़ियां घड़ियां बनाईयां, है ना। उस तो बाद अजकल हुण डिजिटल ते आगे हुए असी बाइनरी कोड्स दे नाल। तो इस तरह ये जिहड़ियां चीज़ां है विज्ञान पढ़न तो बाद उन्होंने करके देखण ते ज़्यादा सिक्ख्या जांदा। तो हुण तुसीं देखो कि न्यूटन ने दस्सिया सीगा प्रकाश 7 रंगां दा मिल के बनदा है। सफेद प्रकाश, सूरज तो किरणां आईयां धरती ते, असी सूरज साडे तो 15 करोड़ किलोमीटर दूर, उत्थों चली हुई किरण 8 मिनट दे विच धरती ते पहुंचदी है। ते हुण वो प्रकाश जिहड़ा कि सफेद नज़र आ रहा है पर उस दे विच अलग अलग रंग नज़र आ रहे हैं, तो तुसीं देखोगे कि इत्थे उसने न्यूटन ने जिहड़ी डिस्क तैयार की सी, इस दे विच 7 रंग दिखाए गए सी। किहड़े-किहड़े रंग देखते हैं आपां, वायलेट, इंडिगो, ब्लू, ग्रीन, येलो, ऑरेंज एंड रेड। ये 7 कलर है, ये 7 कलर मिक्सअप होकर वाइट बनता है। उसने प्रिज्म नाल कीता, फिर उसने न्यूटन डिस्क बनाई। देखते हैं असी कई बार ये चीज़ां कैमरा दे विच कैच नहीं होंदियां कि वाइट नहीं नज़र आया, तुहानूं तुसीं देखना कोशिश करते हैं असी। फिर 7 रंग वापस आ गए, हुण 7 रंग फिर तेज तेज घूमते हैं, मिक्सिंग हो रही है कलर्स की। तो मिक्सिंग होकर की बन रहा है, साढ़े को वाइट कलर बन रहे हैं। The white light is made up of different 7 colors and those 7 colors के speed of light पता तुहानूं कितनी है, 3 लाख किलोमीटर पर सेकेंड। यू कांट इमेजिन इवन 1 सेकेंड दे विच 3 लाख किलोमीटर दा जिहड़ा पेंड है वो तय कर लैंदी है साडी जिहड़ी प्रकाश है। तां ही 15 करोड़ किलोमीटर दूर है, तो उन्होंने तुसीं कैलकुलेशनस कर लो, मैथमेटिकल कैलकुलेशनस है, तो 8 मिनट तुहाडा आंसर आ जाएगा, राइट। तो इस तरीके दे नाल ये हुण उस तो बाद गल आ जाती है कि अजकल की गल कि जिहड़ियां साडे कोल फ्यूल खत्म हो रहा है, हुण असीं की करांगे, असीं अपनियां पैट्रोल ते चलदियां कारां, फिर डीजल है ना जी, फिर असीं CNG कर ली, फिर उसनूं असीं किस ते कर लिया होया हुण, है ना, बिजली दी इलैक्ट्रिसिटी आ गई। हुण गल है भी सारा कुछ मुक्कन ते आ रहा है, तो ये मैगनेट काम करनगे उत्थे साडे कोल। ते तुसीं देखो कि मैगनेट दे 2 पोल हुंदे हैं, इसलिए इसनूं डाईपोल कहा जाता है। एक नॉर्थ एक साउथ, ये नॉर्थ है ये साउथ, नॉर्थ ते साउथ, राइट। तो हुण इस दे विच असीं देख रहे हैं कि अट्रैक्शन हो रही है, क्यों, क्योंकि इत्थे साउथ वाला नॉर्थ वाले नूं अट्रैक्ट कर रहा है। लाइक पोल्स रिपेल ईच अदर, अनलाइक पोल्स
अट्रैक्ट टीचर। हुण मैं इसका दूसरा पोल करदा, इत्थे रेड है ना, नॉर्थ है, तो इत्थे भी ये कर दिंदे आ। तो हुण तुसीं देखो, नो दिस इज फ्लोटिंग, देख लिया। हुण नहीं उस दे नालों स्टिक कर रहे। तो ये हुण आने वाले टाइम दे विच जिहड़े शॉकर हैं साडीआं कारां दे या वाहीकल्स, कोई भी वाहीकल्स जिस दे विच शॉकर लगने हैं, तो शॉकर मैगनैटिक शॉकर बन के आएंगे। ये देखो, राइट। तो इस तरह के नाल ये चीज़ां विज्ञान दियां नूं असीं अप्लाई करके टैक्नोलॉजी बना लैंदे हैं। हुण बुलेट ट्रेन है, जर्मनी ने बनाती, 603 किलोमीटर पर आवर जा रही है। तो किवें बनी है ये देखो। उसी तरह ये मैगनेट्स फिक्स किए हुए हैं, उस मैगनेट्स नूं असीं इस तरह रखता तो अट्रैक्शन हो गई, लाइक पोल्स रिपेल, अनलाइक पोल्स अट्रैक्ट हो गए। हुण लाइक वाला पासा कर दिंदे हैं असीं, ये आ देखो, तो हुण रिपल्शन हो गई। तो रिपल्शन हो गई, थोड़ी जी मूवमेंट मिलने के नाल की है, ये थोड़ी ट्रेन है जी है मूव करना शुरू कर देंगे दिस वे, राइट। आई होप सो कि अज तुसीं विज्ञान का खूब आनंद लिया होगा, तो इस तरह ही आनंद लेंदे रहो, विज्ञान पढ़ते रहो, विज्ञान सीखो, विज्ञान की मदद लो और अपना जीवन करो सुखाला। धन्यवाद। हाँ, तो तुहानूं मैं दिखाण रहा कि ये एक टैक्नोलॉजी पार्क असीं गवर्नमेंट सीनियर सैकेंडरी स्मार्ट स्कूल कल्याण दे विच जिहड़ा स्थापित किया। उस टैक्नोलॉजी पार्क का मंतव है साडा कि बच्चों को टैक्नोलॉजी बारे पता लगे, साइंस दीयां एप्लीकेशनस की हैं, साइंस किवें काम करती है, ये गणित किवें काम करता है, साइंस ते गणित दा आपस में सुमेल की है, तो इन्हां चीज़ों के नाल असीं उन्हां नूं प्रभाषित करते हैं। तो छोटे छोटे प्रयोग दिखाने जिहड़े कि उन्होंने किताबां 'च पढ़े तो होंदे हैं, पर उन्होंने कदे अपने हत्थी करके नहीं देखे होंगे। तो इत्थे सैटअप लगाने की मैं कोशिश की। आओ तुहानूं नाल नाल मैं दिखाना कि इस दे विच साडे टैक्नोलॉजी पार्क दे विच की असीं लगाया। तो तुसीं देख रहे हो सामने एक PSLV पोलर सैटेलाइट लॉन्च वाहीकल है, जिहड़ा असीं ओह इत्थे लॉन्च कीता होया। ते इसका कारण की है कि बच्चों नूं इत्थे बैठिया ही स्कूल दे विच ही पता लग जाए भी ये किस तरह का हुंदा है, इसकी शेप किदां दी हुंदी है, इसको इस तरह तिखा जिहा क्यों बनाया गया, उपरों बनाने का की मतलब है, स्टेजिस किहड़ियां साइडां ते लगाए हुए जिहड़े बूस्टर्स है, इन्हां दा की काम है, लिक्विड सॉलिड फ्यूल की हुंदे हैं, ये सारियां चीज़ां उन्हां नूं इत्थे नज़र आ जाएगियां। उन्होंने मतलब दूसरी स्टेट च नहीं जाना पेगा, दूसरे कंट्री च नहीं जाना पेगा। जो उन्होंने इत्थे सारा कुछ समझ आ जाएगा तो अगे रिसर्च वर्क अपना शुरू कर सकते हैं। तो किस तरह के नाल थल्लों जिहड़ियां हैगियां एग्जॉस्ट लई असीं ये लगाया हैगा। एग्जॉस्ट हुंदा न्यूटन्स थर्ड लॉ ऑफ मोशन किवें काम करता है कि टू एवरी एक्शन देयर इज इक्वल बट अपोजिट रिएक्शन। गैसां थल्ले नूं दबाव पाਉਂਦੀਆਂ, लेकिन जिहड़ा साडा ये PSLV है लॉन्च व्हीकल दे ਉਹਦਾ ਉੱਪਰ ਲੈ ਕੇ सैटेलाइट्स ਨੂੰ चला ਜਾਂਦਾ है। ਜਿਹੜਾ ਉੱਪਰ वाला ਰੈੱਡ पोर्शन है उस दे विच ਅਸੀਂ दिखाने कि सैटेलाइट्स है ਜਿਹੜੇ ਉਸ ਦੇ ਵਿੱਚ ਹੁੰਦੇ ਆ, ਤੇ ਉਹ ਜਿਹੜੇ सैटेलाइट्स है ਉੱਪਰ ਜਾ ਕੇ ਉਹ ਖੁੱਲ ਜਾਂਦਾ ਜਦੋਂ ਤਾਂ सैटेलाइट है ਜਿਹੜੇ ऑर्बिट ਦੇ ਵਿੱਚ मूव करना शुरू कर ਦਿੰਦੇ। ਤਾਂ इस तरह ਦੇ ਨਾਲ ਇੱਥੇ ਨਾਲ ਹੀ मैं ग्लोब रखिया दिखाने ਦੇ ਲਈ कि इसका नाम PSLV क्यों है, पोलर सैटेलाइट लॉन्च व्हीकल क्यों है, क्योंकि नॉर्थ ते साउथ दो पोल्स हैं साढ़े को। अर्थ ग्लोब दे असीं दिखा रहे हैं कि अर्थ है और इस दे विच ये नॉर्थ पोल है, ये साउथ पोल है, दो पोल्स हैं। तो ये पोल्स के आले दुआले ही इर्द गिर्द घूमता है। जिहड़ा PSLV है, जिहड़ा पोलर सैटेलाइट क्यों कहा गया, क्योंकि पोल्स के आले दुआले मूवमेंट लैंदा है, इसलिए इनू पोलर सैटेलाइट कहा जाता। एक हुंदा साडे कोल जियो स्टेशनरी सैटेलाइट लॉन्च व्हीकल GSLV जिसनूं कहंदे हैं, वो इधर इधर गेड़े लाएगा अर्थ दे इर्द गिर्द इक्वेटर दे नाल। तो इस तरह के नाल ये चीज़ां जिहड़ियां ये उन्होंने इत्थे समझाइयां जा सकदियां। उन्होंने ये आइडिया दिता जाता है कि किस तरह ये सैटअप किया जाता है, किस तरह इन्हों आकाश दे विच। एक मैं तुहानूं प्रोटोटाइप साडा तैयार किया होया है भी किस तरह के नाल न्यूटन्स थर्ड लॉ ऑफ मोशन असीं हवा भरदे हां ते वो हवा दे नाल बॉटल है जिहड़ी उपर चली जाती है, उस तरह ही ये रॉकेट है जिहड़ा ये उपर नूं सैटेलाइट्स नूं लैके चला जाता। आओ तुहानूं होर इत्थे दिखाने असीं एक कैनन जिहड़े पुराने टाइम दे विच असीं किस तरह के नाल उसनूं यूज़ करते सी, किस तरह की उसदी मूवमेंट हुंदी सी, किस तरह वो एक जगह तो दूजी जगह असीं ले जा सकते सीगे, उस दे विच किस तरह बारूद पाया जाता सीगा ते वो बारूद किवें जिहड़ा हैगा वो बस्ट करदा। इस तरह इसका एक छोटा जिहा मॉडल असीं इत्थे भी तैयार करके रखा होया, ये मैं तुहानूं दिखाउण की कोशिश करदा कि इस दे विच ये जे बारूद पाया होया सी तां इत्थों जदों असीं इसनूं लॉन्च करांगे मूव करांगे तो तुसीं देखना कि की होएगा।
ਇੱਥੋਂ ਅਸੀਂ ਪਿਸਟਨ ਦੱਬਾਂਗੇ, ਪਿਸਟਨ ਦੱਬਣ ਦੇ ਨਾਲ ਇਹ ਬਾਰੂਦ ਹੈ ਜਿਹੜਾ ਇਹ ਬਾਹਰ ਜਾਏਗਾ। ਦੇਖੋ ਰਾਈਟ। ਤਾਂ ਕੈਨਨ ਦਾ ਪ੍ਰਿੰਸੀਪਲ ਕੀ ਹੈ, ਕਿਸ ਤਰ੍ਹਾਂ ਇਹ ਵਰਕ ਕਰਦੀ ਹੈ, ਕੀ ਇਹਦੇ ਯੂਜ਼ਿਸ ਹੈ, ਠੀਕ ਹੈ। ਜਿੱਥੇ ਸਾਇੰਸ ਦੇ ਯੂਜ਼ਿਸ ਆ ਉੱਥੇ ਅਬਿਊਜ਼ਿਸ ਵੀ ਹੈ। ਜੇ ਇਸ ਨੂੰ ਅਸੀਂ ਠੀਕ ਢੰਗ ਨਾਲ ਨਹੀਂ ਵਰਤਾਂਗੇ ਤਾਂ ਅਬਿਊਜ਼ਿਸ ਬਣ ਜਾਂਦੇ, ਲੇਕਿਨ ਜੇ ਠੀਕ ਢੰਗ ਨਾਲ ਇਹਨੂੰ ਕੰਟਰੋਲਡ ਵੇ 'ਚ ਅਸੀਂ ਯੂਜ਼ ਕਰ ਰਹੇ ਹਾਂ ਉਹ ਯੂਜ਼ਿਸ ਹੁੰਦੇ ਆ ਸਾਡੇ ਕੋਲ, ਠੀਕ ਹੈ। ਤਾਂ ਇਹ ਟੈਕਨੋਲੋਜੀ ਪਾਰਕ ਬਣਾਉਣ ਦਾ ਸਾਡਾ ਮੇਨ ਏਮ ਇਹਦੇ ਪਿੱਛੇ ਇਹੀ ਸੀਗਾ ਕਿ ਬੱਚਿਆਂ ਨੂੰ ਨੌਲੇਜ ਆ ਜੇ ਹਰ ਚੀਜ਼ ਦੀ ਕਿ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ। ਸੋਲਰ ਡਾਇਲ ਅਸੀਂ ਇੱਥੇ ਫਿੱਟ ਕੀਤਾ, ਸੋਲਰ ਕੁੱਕਰ ਦਾ ਜਿਹੜਾ ਪ੍ਰਿੰਸੀਪਲ ਆ ਉਹ ਦੱਸਿਆ ਹੋਇਆ ਹੈ ਨਾ। ਜਿੱਥੇ ਇਹ ਚੀਜ਼ਾਂ ਦੱਸੀਆਂ ਉੱਥੇ ਅਸੀਂ ਇਹ ਫਲੈਕਸਿਸ ਲਗਾਈਆਂ। ਹਾਊ ਮੈਨੀ ਐਨੀਮਲਸ ਕੈਨ ਯੂ ਸੀ। ਆਂਦੇ ਹੀ ਬੱਚਾ ਦੇਖਦਾ ਤੇ ਕਿਉਰਿਓਸਿਟੀ ਦੇ ਨਾਲ ਉਹ ਕਹਿੰਦਾ ਓ ਐਲੀਫੈਂਟ ਇਜ਼ ਦੇਅਰ, ਐਸ ਇਜ਼ ਦੇਅਰ, ਦੈਨ ਡੌਗ, ਦੈਨ ਕੈਟ, ਦੈਨ ਮਾਊਸ, ਦੈਨ ਓ ਸਨੇਕ ਸਰ, ਸਨੇਕ, ਡੋਲਫਿਨ, ਦੈਨ ਟੋਰਟਵਾਈਜ਼। ਮਤਲਬ ਇੱਕ ਐਨੀਮਲ ਦੇ ਵਿੱਚ ਜਿਵੇਂ ਕਿਹਾ ਜਾਂਦਾ ਸੀ ਨਾ ਕਿ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਾ ਇੱਥੇ ਪਾਰਕ ਦੇ ਵਿੱਚ ਲਰਨ ਕਰਦਾ। ਹਾਂ, ਪਰ ਇੱਥੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੀਚਰ ਦਾ ਕੰਮ ਕੀ ਹੈ, ਟੀਚ ਕਰਨਾ, ਪਰ ਟੀਚ ਦੇ ਨਾਲ ਲਰਨਿੰਗ ਬਹੁਤ ਜ਼ਰੂਰੀ ਹੈ, ਸਿੱਖਣਾ ਬਹੁਤ ਜ਼ਰੂਰੀ ਹੈ। ਉਹ ਦੇਖੋ ਦੂਸਰੇ ਫਲੈਕਸ ਦੇ ਉੱਤੇ ਦਿਖਾਇਆ ਗਿਆ ਟੀਚ, ਤੇ ਉਹਦੀ ਸ਼ੈਡੋ ਜਿਹੜੀ ਬਣ ਰਹੀ ਹੈ ਉਹ ਲਰਨ ਦੱਸ ਰਹੀ ਹੈ ਵੀ ਲਰਨ ਕਰੋ ਦੈਨ ਟੀਚ ਕਰੋ, ਰਾਈਟ। ਇਹ ਸੋਲਰ ਟਾਇਲ ਸਿਸਟਮ ਹੈ ਸਾਡੇ ਕੋਲ, ਸੋਲਰ ਕੁੱਕਰ ਹੈ। ਕਿਸ ਤਰ੍ਹਾਂ ਦੇ ਨਾਲ ਇਹ ਵਰਕ ਕਰਦਾ, ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਇਹ ਮਾਰਕਿੰਗ ਕੀਤੀ ਹੋਈ ਹੈ। ਇਸ ਮਾਰਕਿੰਗ ਦੇ ਵਿੱਚ ਜਿਹੜਾ ਹੈਗਾ ਉਹ ਸ਼ੈਡੋ ਬਣਦੀ ਹੈ, ਉਹ ਸ਼ੈਡੋ ਦੇ ਆਉਣ ਦੇ ਨਾਲ ਹੀ ਉਹ ਜਿਹੜਾ ਟਾਈਮ ਸਾਨੂੰ ਨਜ਼ਰ ਆ ਜਾਂਦਾ ਵੀ ਇਸ ਵੇਲੇ ਕਿੰਨੇ ਵਜੇ ਹੋਏ। ਸੋਲਰ ਕੁੱਕਰ, ਸੋਲਰ ਜਿਹੜੀ ਐਨਰਜੀ ਕਿਸ ਤਰ੍ਹਾਂ ਯੂਟੀਲਾਈਜ਼ ਕਰਨੀ ਹੈ। ਇਹ ਨੰਬਰ ਆਫ ਬੋਨਸ ਇੱਥੇ ਪੜ੍ਹਾਈਆਂ ਜਾਂਦੀਆਂ ਇਸ ਪਾਰਕ ਦੇ ਵਿੱਚ ਕਿ ਤਾਂ ਕਿ ਤੁਹਾਡੇ ਬਾਡੀ ਦੇ ਵਿੱਚ 206 ਬੋਨਸ ਹੈ, ਕਿੱਥੇ ਕਿੱਥੇ ਸਕੈਲੇਟਨ ਤੋਂ ਛੇਤੀ ਨਜ਼ਰ ਆ ਜਾਂਦਾ ਵੀ ਅੱਛਾ ਇਹ ਸਾਰਾ ਢਾਂਚਾ ਜਿਹਾ ਬਣਿਆ ਹੋਇਆ, ਇਸ ਦੇ ਜਿਹੜਾ ਬਾਹਰ ਹੈ ਫਲੈਸ਼ ਹੈ ਸਾਡਾ ਜਿਹੜਾ ਮਾਸ ਚੜਿਆ ਹੋਇਆ। ਨੈਕਸਟ ਅਸੀਂ ਆ ਜਾਂਦੇ ਹਾਂ ਕਿ ਇਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਫਲੈਕਸ ਦੇ ਵਿੱਚ ਕਿ ਇਹ ਰੈਬਿਟ ਹੈ ਜਾਂ ਡੱਕ ਹੈ। ਇੱਕ ਸਾਈਡ ਦੇ ਉੱਤੇ ਫੋਕਸ ਕਰੋਗੇ ਤਾਂ ਤੁਹਾਨੂੰ ਰੈਬਿਟ ਨਜ਼ਰ ਆਏਗਾ, ਔਰ ਦੂਸਰੀ ਸਾਈਡ ਤੇ ਫੋਕਸ ਕਰੋਗੇ ਤਾਂ ਤੁਹਾਨੂੰ ਡੱਕ ਦੀ ਸ਼ੇਪ ਲੱਗੇਗੀ। ਤਾਂ ਕੰਸਨਟ੍ਰੇਸ਼ਨ, ਫਿਰ ਬੱਚਾ ਕਹਿੰਦਾ ਸਰ ਵਾਓ, ਉਹ ਇਹ ਪਾਰਕ ਦੇ ਵਿੱਚੋਂ ਜਾਣ ਦਾ ਨਾਮ ਹੀ ਨਹੀਂ ਲੈਂਦਾ ਜਦੋਂ ਆ ਜਾਂਦਾ। ਤੇ ਇਸ ਦੇ ਨਾਲ ਹੀ ਫਿਜ਼ਿਕਸ ਦੇ ਸਿਧਾਂਤ, ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਮੋਮੈਂਟਮ ਕੀ ਹੈ? ਮਾਸ ਇਨਟੂ ਵੈਲੋਸਿਟੀ। ਮਾਸ ਇਨਟੂ ਵੈਲੋਸਿਟੀ ਇਹਦਾ ਮਾਸ ਹੈ, ਇਸ ਨੂੰ ਜਦੋਂ ਅਸੀਂ ਵੈਲੋਸਿਟੀ ਦਿੰਦੇ ਹਾਂ ਤਾਂ ਵੈਲੋਸਿਟੀ ਦੇਣ ਦੇ ਨਾਲ ਕੀ ਹੈ ਕਿ ਇਹ ਆਪਣੀ ਵੈਲੋਸਿਟੀ ਨੈਕਸਟ ਨੂੰ ਦੇ ਦਿੰਦਾ, ਨੈਕਸਟ ਨੂੰ ਦੇ ਦਿੰਦਾ। ਇਸ ਤਰ੍ਹਾਂ ਦੇ ਨਾਲ ਇਹ ਵੈਲੋਸਿਟੀ ਹੈ ਜਿਹੜੀ ਅੱਗੇ ਦੀ ਅੱਗੇ ਟਰਾਂਸਫਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਦਿਖਾਇਆ ਜਾਂਦਾ ਵਰਨੀਅਰ ਕੈਲੀਪਰ ਹੈ, ਸਕਰੂ ਗਾਜ਼ ਹੈ, ਇਹਦੀਆਂ ਮੇਜਰਮੈਂਟਸ ਹੈ, ਇਹ ਸਾਰੀਆਂ ਇੱਥੇ ਦਿਖਾਈਆਂ ਜਾਂਦੀਆਂ। ਇਹ ਲਾਈਨਸ ਹੈ ਜਿਹੜੀਆਂ ਪੈਰਲਲ ਨਹੀਂ ਲੱਗ ਰਹੀਆਂ, ਲੇਕਿਨ ਹੈ ਇਹ ਬਿਲਕੁਲ ਪੈਰਲਲ ਹੈ। ਜਦੋਂ ਇਸ ਦੀ ਮੇਜਰਮੈਂਟ ਕਰਦੇ ਹਾਂ ਦੋਨੋਂ ਪਾਸੇ ਤੇ ਬਰਾਬਰ ਨਜ਼ਰ ਆਉਣਗੀਆਂ। ਤਾਂ ਇਦਾਂ ਦੇ ਇਲੂਜਨਸ ਹੁੰਦੇ ਆ ਜਿਹੜੇ ਸਾਡੇ ਕੋਲ ਕ੍ਰੀਏਟ ਹੋ ਜਾਂਦੇ। ਇਹ ਦੇਖੋ ਸਾਹਮਣੇ ਅਸੀਂ ਇੱਕ ਟਰੀ ਲਗਾਇਆ ਹੋਇਆ ਹੈ, ਤਾਂ ਇਸ ਟਰੀ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਸਪੈਸ਼ਲਿਟੀ ਹੈ ਇਸ ਦੀ ਟਰੀ ਦੀ। ਟਰੀ ਦੇ ਮਤਲਬ ਜੋ ਅਸੀਂ ਇੱਕ ਫਲੈਕਸ ਲਗਾਇਆ, ਟਰੀ ਦੇ ਉੱਪਰ ਹੀ ਇੱਕ ਟਰੀ ਦਾ ਫਲੈਕਸ ਲਗਾਇਆ ਹੋਇਆ। ਤਾਂ ਇਸ ਦੇ ਵਿੱਚ ਲੀਡਰਸ ਹੈ ਜਿਹੜੇ ਤੁਹਾਨੂੰ ਨਜ਼ਰ ਆਉਣਗੇ, ਔਰ ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਸਟੂਡੈਂਟਸ ਆ ਕੇ ਦੇਖਦੇ ਓ ਸਰ ਵਨ ਇਜ਼ ਦੇਅਰ, ਓ ਯੈਸ ਸਰ ਆਈ ਗॉट ਇਟ, ਯੈਸ ਸਰ ਦਿਸ ਵਨ ਇਜ਼ ਦੇਅਰ। ਮਤਲਬ ਉਹਨਾਂ ਨੂੰ ਕੰਸਨਟ੍ਰੇਸ਼ਨ ਦਾ ਪਤਾ ਲੱਗਦਾ ਕਿ ਹਾਂ ਧਿਆਨ ਕਿਵੇਂ ਲਗਾਇਆ ਜਾਂਦਾ ਹੈ। ਜਿਹੜੀ ਅਸੀਂ ਧਿਆਨ ਦੀ ਗੱਲ ਕਰਦੇ ਹਾਂ ਨਾ ਵੀ ਧਿਆਨ ਨਾਲ ਲਿਖ, ਧਿਆਨ ਨਾਲ ਪੜ੍ਹ, ਧਿਆਨ ਨਾਲ ਕੰਮ ਕਰ, ਧਿਆਨ ਕੀ ਚੀਜ਼ ਹੈ, ਕੰਸਨਟ੍ਰੇਸ਼ਨ ਕਿਵੇਂ ਬਣਾਉਣੀ ਹੈ ਉਸ ਵਿਦਿਆਰਥੀ ਨੇ, ਤਾਂ ਉਸ ਨੂੰ ਇਸ ਪਾਰਕ ਦੇ ਵਿੱਚ ਆ ਕੇ ਬੜਾ ਹੀ ਸੋਹਣਾ ਮੌਕਾ ਮਿਲਦਾ। ਕੰਸਨਟ੍ਰੇਸ਼ਨ ਕੀ ਹੈ, ਇਸੇ ਕੰਸਨਟ੍ਰੇਸ਼ਨ ਦੇ ਨਾਲ ਲਿੰਕਡ ਹੈ ਸਾਡੇ ਕੋਲ। ਉਹ ਸਾਹਮਣੇ ਦੇਖੋ, ਕਿਸੇ ਨੂੰ ਤਾਂ ਨਜ਼ਰ ਆਏਗਾ ਈਵਿਲ, ਕਿਸੇ ਨੂੰ ਨਜ਼ਰ ਆਏਗਾ ਗੁੱਡ ਲਿਖਿਆ ਹੋਇਆ, ਠੀਕ ਹੈ ਨਾ। ਇਹ ਡਿਪੈਂਡ ਕਰਦਾ ਵੀ ਤੁਸੀਂ ਵਾਈਟ ਤੇ ਫੋਕਸ ਕਰ ਰਹੇ ਹੋ ਜਾਂ ਬਲੈਕ ਤੇ ਫੋਕਸ ਕਰ ਰਹੇ ਹੋ। ਗੁੱਡ ਦੇ ਵਿੱਚ ਹੀ ਈਵਿਲ ਹੈ, ਮੋਰ ਓਵਰ ਹਰ ਗੁੱਡ ਦੇ ਪਿੱਛੇ ਇੱਕ ਈਵਿਲ ਛੁਪਿਆ ਹੋਇਆ, ਚੰਗਿਆਈ ਦੇ ਨਾਲ ਬੁਰਾਈ ਜੁੜੀ ਹੋਈ ਹੈ। ਹੁਣ ਇਹ ਵਾਲਾ ਫਲੈਕਸ ਤੁਹਾਨੂੰ ਦਿਖਾ ਰਿਹਾ ਕਿ 3D ਹੈ, 2D ਹੈ ਸਾਰਾ। ਇਸ ਦੇ ਉੱਤੇ ਕਿਸੇ ਬਾਕਸ ਜਿਹੜਾ ਹੈ ਬਣਾ ਕੇ ਨਹੀਂ ਰੱਖਿਆ ਹੋਇਆ, ਬਟ ਤੁਸੀਂ ਦੇਖੋ ਕਿ ਇਹ ਬਾਕਸ ਤੁਹਾਨੂੰ 3D ਲੱਗੇਗਾ ਕਿ ਉੱਪਰ ਰੱਖਿਆ ਹੋਇਆ, ਲੇਕਿਨ ਇਹ ਬਿਲਕੁਲ ਪਲੇਨ ਹੈ। ਤੋ ਇਦਾਂ ਦੀਆਂ ਅੱਜ ਕੱਲ੍ਹ ਪੇਂਟਿੰਗਸ ਹੈ ਜਿਹੜੀਆਂ ਉਹ ਬੜੀਆਂ ਪਪੂਲਰ ਹੋਈਆਂ। ਇਹਨੂੰ ਬਣਾਉਣ ਦਾ ਸਟਾਈਲ ਹੈ ਕਿ ਉਹ ਜਿਹੜੀਆਂ ਲਾਈਨਸ ਆ ਰਹੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਉੱਥੋਂ ਬੈਂਡਿੰਗ ਦਿੱਤੀ ਹੋਈ ਹੈ, ਬਸ ਉਸ ਦੇ ਨਾਲ ਹੀ 3D ਹੈ ਜਿਹੜਾ ਉਹ ਕ੍ਰੀਏਟ ਹੋ ਜਾਂਦਾ। ਤੇ ਇਹ ਦੇਖੋ ਇਸ ਫਲੈਕਸ ਦੇ ਵਿੱਚ ਤੁਹਾਨੂੰ ਦਿਖਾਈਏ ਕਿ ਗ੍ਰੇ ਕਲਰ ਹੈ, ਵਾਈਟ ਹੈ, ਬਲੈਕ ਹੈ। ਬਲੈਕ ਗ੍ਰੇ ਮਿਲ ਕੇ ਵਾਈਟ ਦੇ ਉੱਤੇ ਇੱਕ ਐਸਾ ਐਕਸਪ੍ਰੈਸ਼ਨ ਦਿੰਦੇ ਆ ਜਿਸ ਨੂੰ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਹਾਂ ਉੱਥੇ ਬਲੈਕ ਡਾਟਸ ਹਰ ਜਗ੍ਹਾ ਆਉਣੇ ਸ਼ੁਰੂ ਹੋ ਜਾਂਦੇ ਆ। ਜਿੱਥੇ ਤੁਸੀਂ ਛੱਡੋਗੇ ਨਾ ਉੱਥੇ ਬਲੈਕ ਡਾਟ ਹੋ ਜਾਏਗਾ, ਜਿੱਥੇ ਦੇਖੋਗੇ ਵਾਈਟ ਹੋ ਜਾਏਗਾ, ਹੈ ਨਾ ਮਜ਼ੇਦਾਰ। ਇਹ ਦੇਖੋ
ਇਸ ਤਰ੍ਹਾਂ ਦੇ ਨਾਲ ਜਿੱਥੇ ਮੈਥਮੈਟਿਕਸ ਦੀਆਂ ਅਸੀਂ ਗੱਲਾਂ ਕਰਦੇ ਆਏ ਹਾਂ, ਉਹ ਮੈਥਮੈਟਿਕਸ ਦੇ ਵਿੱਚ ਅਸੀਂ ਬਣਾਇਆ ਹੇਅਰ ਇਜ਼ ਦਾ ਆਨਸਰ ਵਾਈ 1 ਇਜ਼ ਕਾਲਿੰਗ 1 ਐਂਡ 2 ਇਜ਼ ਕਾਲਡ 2। 1 ਨੂੰ 1 ਕਿਉਂ ਕਿਹਾ ਜਾਂਦਾ, 2 ਨੂੰ 2 ਕਿਉਂ? ਦੇਖੋ ਇੱਥੇ ਦਿਖਾਇਆ ਗਿਆ ਇਸ ਫਲੈਕਸ ਦੇ ਵਿੱਚ ਕਿ ਇਹਦੇ ਵਿੱਚ 1 ਐਂਗਲ ਹੈ, ਇੱਕ ਐਂਗਲ ਹੈ। ਇੱਕ ਲਿਖਿਆ ਤਾਂ ਇੱਕ ਐਂਗਲ ਬਣੂਗਾ, ਜੇ 2 ਲਿਖਾਂਗੇ ਤਾਂ 2 ਐਂਗਲ ਹੋਣਗੇ, ਜੇ 3 ਲਿਖਾਂਗੇ ਤਾਂ 3 ਐਂਗਲ 1 2 3। 4 ਦੇ ਵਿੱਚ 4 ਮਿਲਣਗੇ, 5 ਦੇ ਵਿੱਚ ਤੇ ਬੱਚਾ 0 ਦੇ ਵਿੱਚ ਨੋ ਐਂਗਲ, 0 ਐਂਗਲ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਨਾਲ ਮੈਥਮੈਟਿਕਸ ਸਹਿਜੇ ਹੀ ਬੱਚਾ ਪੜ੍ਹ ਜਾਂਦਾ। ਹੁਣ ਬੁੱਕਸ ਦੇ ਵਿੱਚ ਲਿਖਿਆ ਕਿ ਸਮਾਲ ਜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ, ਜਿਸ ਦੇ ਨਾਲ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਕਿ ਉਸ ਦੀ ਵੈਲਿਊ 9.8 ਮੀਟਰ ਪਰ ਸੈਕਿੰਡ ਸਕੁਅਰ ਹੈ। ਤਾਂ ਉਸ ਨੂੰ ਕਰਨ ਦੇ ਲਈ ਉਹ ਇੱਥੇ ਆ ਕੇ ਕੈਲਕੂਲੇਸ਼ਨਸ ਕਰਕੇ ਜਾ ਸਕਦਾ ਹੈ। ਇਹ ਪੈਂਡੂਲਮ ਅਸੀਂ ਲਗਾਇਆ, ਤਾਂ ਜਦੋਂ ਇਹ ਆਸੀਲੇਟ ਕਰਦਾ ਹੈ, ਇੱਧਰ ਉੱਧਰ ਜਾਂਦਾ ਹੈ, ਟੂ ਐਂਡ ਫਰੋ ਮੋਸ਼ਨ 'ਚ ਆ ਜਾਂਦਾ ਹੈ, ਤਾਂ ਉਸ ਵਕਤ ਅਸੀਂ ਇਸ ਦਾ ਟਾਈਮ ਪੀਰੀਅਡ ਕੱਢ ਲੈਂਦੇ। ਜਦੋਂ ਟਾਈਮ ਪੀਰੀਅਡ ਪਤਾ ਲੱਗ ਜਾਂਦਾ ਤਾਂ ਅਸੀਂ ਇੱਕ ਫਾਰਮੂਲਾ ਸਾਡੇ ਕੋਲ ਵਿਗਿਆਨੀਆਂ ਨੇ ਦਿੱਤਾ ਹੋਇਆ T = 2 ਪਾਈ L/G ਦਾ ਅੰਡਰ ਰੂਟ। ਤਾਂ ਉੱਥੋਂ ਅਸੀਂ G ਦੀ ਵੈਲਿਊ ਕੈਲਕੂਲੇਟ ਕਰ ਲੈਂਦੇ ਹਾਂ। ਅਸੀਂ ਇੱਥੇ ਐਕਸਪੈਰੀਮੈਂਟਲੀ ਕੈਲਕੂਲੇਟ ਕੀਤੀ ਹੈ, ਜੋ ਕਿ 9.8 ਮੀਟਰ ਪਰ ਸੈਕਿੰਡ ਸਕੁਅਰ ਬੁੱਕਸ ਦੇ ਵਿੱਚ ਲਿਖੀ ਹੈ, ਤੇ ਸਾਡੇ ਕੋਲ ਕੈਲਕੂਲੇਟ ਕਰਕੇ ਉਸ ਦੀ ਵੈਲਿਊ ਆਈ ਹੈ 9.77 ਮੀਟਰ ਪਰ ਸੈਕਿੰਡ ਸਕੁਅਰ। ਤਾਂ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਹਾਂ ਸਰ, ਇਹ ਜੋ ਬੁੱਕਸ ਦੇ ਵਿੱਚ ਅਸੀਂ ਪੜ੍ਹਿਆ ਸੀ ਨਾ, ਵਾਕਈ ਇੱਥੇ ਅਸੀਂ ਪ੍ਰੂਫ ਕਰ ਲਿਆ ਅੱਜ। ਆਓ ਤਾਂ ਨੈਕਸਟ ਹੈ ਸਾਡੇ ਕੋਲ ਵੀ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਹੀ ਕਿ ਬਈ ਹੁਣ ਲੈਂਡਿੰਗ ਹੈ, ਉਸ ਦੀ ਜਿਹੜੀ ਹੈਗੀ ਹੈ, ਕਿਸ ਤਰ੍ਹਾਂ ਦੇ ਨਾਲ ਜਹਾਜ਼ ਹੈ ਜਿਹੜੇ ਉਹ ਚੜ੍ਹਦੇ ਹੈ ਤੇ ਚੱਲਦੇ ਹੈ, ਇਹ ਤੁਹਾਨੂੰ ਦਿਖਾਇਆ ਜਾਊਗਾ ਇੱਥੇ ਕਿ ਪੈਰਾਬੋਲਿਕ ਪਾਥ ਕੀ ਹੁੰਦਾ, ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਐਰੋਪਲੇਨ ਜਾਂ ਇੱਕ ਮਾਡਲ ਬਣਾਇਆ ਹੋਇਆ ਉਹ ਕਿਸ ਤਰ੍ਹਾਂ ਦੇ ਨਾਲ ਜਾਏਗਾ ਔਰ ਜਾਂਦੇ ਜਾਂਦੇ ਕਿਸ ਤਰ੍ਹਾਂ ਦੇ ਨਾਲ ਥੱਲੇ ਆਏਗਾ, ਇਹ ਆਪਾਂ ਨੇ ਦੇਖਣਾ। ਤਾਂ ਤੁਸੀਂ ਕਹੋ ਜੀ ਇਹਦਾ ਜਹਾਜ਼ ਇਸ ਤਰ੍ਹਾਂ ਥੋੜ੍ਹਾ ਉੱਤਰਦੇ, ਉਹ ਤਾਂ ਲੈਂਡ ਕਰਦੇ ਆ ਪ੍ਰੋਪਰਲੀ, ਲੇਕਿਨ ਇਹ ਤਾਂ ਥੱਲੇ ਆ ਕੇ ਵੱਜਿਆ। ਲੇਕਿਨ ਉਸ ਦੇ ਪਿੱਛੇ ਕੀ ਸਿਧਾਂਤ ਹੈ, ਉਹ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਆਹਿਸਤਾ ਆਹਿਸਤਾ ਲੈਂਡਿੰਗ ਕਰਾਈ ਜਾਂਦੇ ਆ। ਉਸ ਦੇ ਜਿਹੜੇ ਟਾਇਰ ਹੈ, ਉਸ ਦੇ ਵਿੱਚ ਜਦੋਂ ਉਹ ਘਿਸਰਦੇ ਆ, ਟਾਇਰਾਂ ਦੇ ਵਿੱਚ ਜਿਹੜਾ ਹੈ ਚਾਰਜ ਪੈਦਾ ਹੁੰਦਾ, ਉਸ ਚਾਰਜ ਨੂੰ ਦੂਰ ਕਰਨ ਦੇ ਲਈ ਫਿਰ ਉਸ ਨੂੰ ਕਿਸ ਮਤਲਬ ਇਹ ਸਾਰੀ ਦੀ ਸਾਰੀ ਵਿਗਿਆਨ ਹੈ। ਵਿਗਿਆਨ ਦੇ ਵਿੱਚ ਆਓ, ਤੁਸੀਂ ਕਲਾਸ ਦੇ ਵਿੱਚ ਸਮਝੋ ਔਰ ਟੀਚਰ ਨੂੰ ਕੁਐਸਚਨ ਕਰਿਆ ਕਰੋ ਕਿ ਟੀਚਰ ਇਹ ਇਸ ਤਰ੍ਹਾਂ ਕਿਉਂ ਹੋਇਆ। ਆਹ ਦੇਖੋ, ਦੇਖਣ ਨੂੰ ਤਾਂ ਇੱਕ ਕੈਲੰਡਰ ਹੈ, ਲੇਕਿਨ ਇਸ ਕੈਲੰਡਰ ਦੇ ਵਿੱਚ ਬੜੇ ਰਾਜ਼ ਛੁਪੇ ਹੋਏ ਆ। ਹੈ ਤਾਂ ਡੇਟਸ ਹੀ ਹੈ, ਰੋਜ਼ ਪੜ੍ਹ ਕੇ ਅਸੀਂ ਛੱਡ ਦਿੰਦੇ ਹਾਂ, ਪਰ ਇਹਨਾਂ ਡੇਟਸ ਦੇ ਵਿੱਚ ਦੇਖੋ ਕਿ 4 ਤੇ 12 ਨੂੰ ਜੋੜੋ 16 ਬਣ ਗਿਆ। ਇਹਦਾ ਦੂਸਰਾ ਕ੍ਰਾਸ ਲੈ ਲਓ, 5 ਤੇ 11 16 ਬਣ ਗਿਆ, 19 ਤੇ 11 30 ਬਣ ਗਿਆ, 18 ਤੇ 12 30 ਬਣ ਗਿਆ। ਇਸ ਤਰ੍ਹਾਂ ਹੀ 20 ਤੇ 12 32 ਹੈ, 19 ਤੇ 13 32 ਹੈ, 14 ਤੇ 22 36 ਹੈ, 15 ਤੇ 21 36 ਹੈ। ਮਤਲਬ ਇਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲੂਗਾ। ਔਰ ਜੇ 3 ਲਾਈਨਾਂ ਦਾ ਜੋੜ ਲਾਓਗੇ 3 ਦਾ ਡਿਫਰੈਂਸ, 4 ਦਾ ਲਾਓਗੇ 4 ਦਾ ਡਿਫਰੈਂਸ ਹੈ। ਤਾਂ ਮੈਥਮੈਟਿਕਸ ਸਿੱਖ ਲਓ ਤੁਸੀਂ ਇੱਥੇ ਬੈਠੇ ਬੈਠੇ। ਆਓ ਤੁਹਾਨੂੰ ਇੱਕ ਜੀ ਮੈਥਮੈਟਿਕਸ 'ਚ ਮਾਡਲ ਨਹੀਂ ਹੁੰਦੇ, ਮਾਡਲ ਬਣਾ ਲਓ। ਆਪ ਹੀ ਸੋਚ ਕੇ ਆਪ ਹੀ ਡਿਵੈਲਪ ਕੀਤਾ ਹੋਇਆ ਮਾਡਲ ਹੈ ਕਿ ਇੱਕ 10 ਸਟ੍ਰਿਪਸ ਲਗਾਈਆਂ ਹੋਈਆਂ, ਇਸ ਦੇ ਵਿੱਚੋਂ ਕੋਈ ਵੀ ਸਟ੍ਰਿਪ ਪਕੜਦੇ ਹਾਂ, ਉਸ ਸਟ੍ਰਿਪ ਨੂੰ ਪਕੜਨ ਦੇ ਨਾਲ ਹੀ 9 ਦਾ ਜਿਹੜਾ ਟੇਬਲ ਹੈ ਉਹਦਾ ਆਨਸਰ ਆ ਜਾਂਦਾ। ਜਿਵੇਂ ਅਸੀਂ ਦੇਖਣਾ ਚਾਹੁੰਦੇ ਹਾਂ 9 × 8, ਤਾਂ 9 8 ਵਾਲੀ ਸਟ੍ਰਿਪ ਪਕੜ ਲਾਂਗੇ। ਜਦੋਂ 8 ਵਾਲੀ ਸਟ੍ਰਿਪ ਪਕੜ ਲਾਂਗੇ ਤਾਂ ਇੱਧਰ ਸਾਡੇ ਕੋਲ ਕਿੰਨੇ ਰਹਿ ਗਏ, 7 ਸਟ੍ਰਿਪਸ ਰਹਿ ਗਈਆਂ। ਇੱਧਰ ਰਹਿ ਗਈਆਂ 2, 7 ਲਿਖੇਗਾ ਬੱਚਾ, 2 ਲਿਖੇਗਾ, 72, 9 8 ਦਾ 72। ਦੇਖੋ 4 ਵਾਲਾ ਦੇਖ ਲਓ, 3 ਇੱਧਰ ਰਹਿ ਗਈਆਂ, 6 ਉੱਧਰ ਰਹਿ ਗਈਆਂ, 1 2 3 4 5 6, 3 6 36, 9 4 ਦਾ 36। ਸਿੰਪਲ ਮਾਡਲ ਇਜ਼ ਰੈਡੀ। ਤੋ ਹੁਣ ਇਹਨਾਂ ਦੇ ਵਿੱਚ ਪੁੱਛੀਦਾ ਹੈ ਕਿ ਕਿਹੜੀ ਲਾਈਨ ਹੈ ਜਿਹੜੀ ਉਹ ਲੰਬੀ ਹੈ, ਤਾਂ ਬੱਚਾ ਅਕਸਰ ਕਹਿੰਦਾ ਉੱਪਰ ਵਾਲੀ ਇਹ ਲਾਈਨ ਇਜ਼ ਲੌਂਗਰ ਦੈਨ ਬੀ। ਉਹ ਨੋ, ਨਾਟ ਐਟ ਆਲ, ਲੇਕਿਨ ਦੋਨੋਂ ਬਰਾਬਰ ਹੈ। ਮੇਜਰ ਕਰਕੇ ਦੇਖ ਲਓ, ਇਸ ਨੂੰ ਕਹਿੰਦੇ ਇਲੂਜ਼ਨ। ਤਾਂ ਸਾਡੀਆਂ ਅੱਖਾਂ ਨੂੰ ਭੁਲੇਖਾ ਲੱਗਦਾ ਹੈ ਕਿ ਇਹ ਸ਼ਾਇਦ ਛੋਟੀਆਂ ਵੱਡੀਆਂ, ਨਹੀਂ, ਪਰ ਐਸਾ ਨਹੀਂ। ਕਲੌਕ, ਇਹ ਅਸੀਂ ਇੱਕ ਕਲੌਕ ਤਿਆਰ ਕੀਤਾ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ 12 1 2 ਇਹ ਤਾਂ ਆਣਗੇ, ਪਰ ਉਹ ਕਿਸ ਤਰ੍ਹਾਂ ਆਣਗੇ। ਬੱਚਾ ਕੈਲਕੂਲੇਸ਼ਨ ਕਰੇਗਾ ਤਾਂ 12 ਬਣੇਗਾ, ਬੱਚਾ ਕੈਲਕੂਲੇਸ਼ਨ ਕਰੇਗਾ ਤਾਂ 1 ਬਣੇਗਾ, 2 ਬਣੇਗਾ, 3 ਬਣੇਗਾ, 4 ਨਾਲ ਉਸ ਨੂੰ 12 ਫਾਰਮੂਲਾਜ਼ ਲਰਨ ਹੋ ਜਾਣਗੇ ਉਸਦੇ, ਕਿ ਉਸਨੇ ਮੈਥਮੈਟੀਕਲ ਫਾਰਮੂਲਾਜ਼ ਜਿਹੜੇ ਲਰਨ ਕਰ ਲਏ ਹੋਏ। ਇਸ ਤਰ੍ਹਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ, ਇੱਕ ਟੈਕਨੋਲੋਜੀਕਲ ਪਾਰਕ ਬਣਾਇਆ, ਜਿੱਥੇ ਮੈਥਮੈਟੀਕਲ ਪਾਰਕ ਹੁੰਦੇ ਆ, ਸਾਇੰਸ ਪਾਰਕ ਹੁੰਦੇ ਆ, ਐਜੂਕੇਸ਼ਨਲ ਪਾਰਕ ਬਣਨੇ। ਉੱਥੇ ਟੈਕਨੋਲੋਜੀ ਦੇ ਵਿੱਚ ਬੱਚੇ ਆਉਣ, ਉਹਨਾਂ ਨੂੰ ਪਤਾ ਲੱਗੇ ਕਿ ਐਪਲੀਕੇਸ਼ਨਸ ਕੀ ਹੈ, ਸਾਇੰਸ ਕਿਵੇਂ ਕੰਮ ਕਰਦੀ ਹੈ, ਉਹਦੇ ਮੈਥਮੈਟਿਕਸ ਨੂੰ ਕਿਵੇਂ ਈਜ਼ੀਲੀ ਸਿੱਖਿਆ ਜਾ ਸਕਦਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਵਿਅਕਤੀ, ਚਾਹੇ ਉਹ ਪੜ੍ਹੇ ਲਿਖੇ ਹੈ, ਚਾਹੇ ਉਹ ਘੱਟ ਪੜ੍ਹੇ ਹੈ, ਉਹ ਇੱਥੇ ਵਿਜ਼ਿਟ ਕਰਦੇ ਹੈ ਔਰ ਇੰਜੋਏ ਕਰਦੇ ਹੈ ਇਸ ਪਾਰਕ ਨੂੰ ਕਿ ਹਾਂ ਸਰ ਅਸੀਂ ਵੀ ਕੁਛ ਇੱਥੋਂ ਸਿੱਖ ਕੇ ਜਾ ਰਹੇ ਹਾਂ। ਤਾਂ ਮੈਂ ਸਨਸ਼ਾਈਨ ਯੂਥ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ
ਖਾਲਸਾ ਏਡ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਜਿਹੜਾ ਹੈ ਉਪਰਾਲਾ ਕੀਤਾ ਤੇ ਇਸ ਟੈਕਨੋਲੋਜੀ ਪਾਰਕ ਨੂੰ ਘਰ ਘਰ ਤੱਕ ਪਹੁੰਚਾਉਣਗੇ। ਵਿਗਿਆਨ ਸਾਇੰਸ ਘਰ ਘਰ ਤੱਕ ਪਹੁੰਚੇਗਾ, ਜਿਸ ਦੇ ਪਹੁੰਚਣ ਦੇ ਨਾਲ ਕੀ ਹੋਏਗਾ ਕਿ ਹਰ ਜਗ੍ਹਾ ਤੇ ਇਹ ਰੈਪਲੀਕੇਸ਼ਨਸ ਹੋਣਗੀਆਂ ਤੇ ਉਸ ਦੇ ਨਾਲ ਜਿਹੜਾ ਹੈ ਸਾਡੇ ਬੱਚੇ ਸਾਇੰਸ ਮੈਥਮੈਟਿਕਸ 'ਚ ਅੱਗੇ ਆਉਣਗੇ। ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਫਿਜ਼ਿਕਸ ਦੇ ਲੈਕਚਰਰ ਸਰਦਾਰ ਜਸਵਿੰਦਰ ਸਿੰਘ ਜੀ, ਜੋ ਕਿ ਨੈਸ਼ਨਲ ਅਵਾਰਡੀ ਵੀ ਹਨ, ਉਹਨਾਂ ਵੱਲੋਂ ਜਿਹੜਾ ਹੈ ਸਾਇੰਸ ਨੂੰ ਕਿੰਨੀ ਈਜ਼ੀ ਵੇ ਨਾਲ ਆਪਾਂ ਜਿਹੜਾ ਹੈ ਸਟੂਡੈਂਟਸ ਨੂੰ ਸਮਝਾ ਸਕਦੇ ਹਾਂ, ਉਹਨੂੰ ਐਕਸਪੈਰੀਮੈਂਟਲ ਵੇ ਨਾਲ ਜਿਹੜਾ ਐਕਸਪਲੇਨ ਕਰਦੇ ਨੇ, ਉਹ ਬਹੁਤ ਹੀ ਲਾਜਵਾਬ ਹੈ। ਇਸ ਦਾ ਸਾਡੇ ਪੂਰੇ ਪੰਜਾਬ, ਮੈਂ ਤਾਂ ਇਹ ਵੀ ਕਹਾਂਗਾ ਪੂਰੇ ਇੰਡੀਆ ਦੇ ਵਿੱਚ ਵੀ ਕੋਈ ਸਾਨੀ ਨਹੀਂ ਹੈ। ਅਤੇ ਮੈਂ ਇਹਨਾਂ ਨੂੰ ਇਸ ਗੱਲ ਦੇ ਲਈ ਵੀ ਕੰਗ੍ਰੈਚੁਲੇਟ ਕਰਦਾ ਕਿ ਇਹ ਇੰਨੀ ਵਧੀਆ ਐਫਰਟ ਕਰਕੇ ਸਾਡੇ ਸਟੂਡੈਂਟਸ ਨੂੰ ਆਪਣੇ ਐਕਸਪੈਰੀਮੈਂਟੇਸ਼ਨ ਵੇ ਦੇ ਨਾਲ ਜਿਹੜਾ ਐਕਸਪਲੇਨ ਕਰਦੇ ਨੇ, ਤਾਂ ਜੋ ਸਟੂਡੈਂਟਸ ਜਿਹੜੇ ਸਾਇੰਸ ਨੂੰ ਬਹੁਤ ਹੀ ਈਜ਼ੀ ਵੇ ਨਾਲ ਜਿਹੜਾ ਹੈ ਉਹ ਡੀਲ ਕਰਦੇ ਹੈ ਅਤੇ ਉਹਨਾਂ ਨੂੰ ਸਾਇੰਸ ਬਹੁਤ ਈਜ਼ੀ ਲੱਗਦੀ ਹੈ। ਅਤੇ ਇਸ ਸੰਸਥਾ ਦੇ ਪ੍ਰਿੰਸੀਪਲ ਮੈਮ ਜਿਹੜੇ ਹੈ ਰਮਨਦੀਪ ਜੀ, ਇਹਨਾਂ ਨੇ ਉੱਪਰ ਸਰ ਦੀ ਹੈਲਪ ਦੇ ਨਾਲ ਹੀ ATL ਜਿਹੜੀ ਲੈਬ ਹੈ ਉਹ ਵੀ ਬਣਾਈ ਹੈ। ਉਸ ਦੀ ਵੀ ਜਿਹੜੀ ਪੰਜਾਬ ਦੇ ਵਿੱਚ ਸਾਡੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਦੂਜੀ ਲੈਬ ਹੈ, ਇੱਕ ਮਲਟੀਪਰਪਜ਼ ਸਕੂਲ 'ਚ ਹੈ, ਦੂਜੀ ਕਲਿਆਣ ਸਕੂਲ 'ਚ ਹੈ। ਉੱਥੇ ਵੀ ਬੱਚੇ ਜਿਹੜੇ ਸਾਇੰਸ ਨੂੰ ਜਿਹੜੇ ਹਨ ਮਾਡਰਨ ਵੇ ਦੇ ਨਾਲ ਰੋਬੋਟਿਕ ਜਿਹੜੀਆਂ ਚੀਜ਼ਾਂ ਨੇ ਉਹ ਵੀ ਇੱਥੇ ਬਣਾ ਰਹੇ ਨੇ। ਅਤੇ ਬਹੁਤ ਵੱਡੀ ਜਿਹੜੀ ਦੇਣ ਹੈ ਸਾਡੀ ਨੀਤੀ ਆਯੋਗ ਵੱਲੋਂ, ਵੀ ਤਾਂ ਜੋ ਬੱਚੇ ਪਿੰਡ ਵਾਲੇ ਵੀ ਆਪਣਾ ਜਿਹੜਾ ਹੁਨਰ ਹੈ ਉਸ ਨੂੰ ਅੱਗੇ ਭਵਿੱਖ ਦੇ ਵਿੱਚ ਜਿਹੜਾ ਹੈ ਸ਼ੋਅ ਕਰ ਸਕਣ। ਅਤੇ ਮੈਂ ਦੁਬਾਰਾ ਤੋਂ ਸਾਡੇ ਜਸਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਇਹ ਇੰਨੀ ਵਧੀਆ ਐਫਰਟ ਜਿਹੜੀ ਹੈ ਇਸ ਯੂਨੀਵਰਸ ਦੇ ਵਿੱਚ ਜਾਂ ਇਸ ਸੰਸਾਰ ਦੇ ਵਿੱਚ ਕਰ ਰਹੇ ਨੇ, ਤਾਂ ਜੋ ਆਉਂਦੇ ਵਾਲਾ ਜਿਹੜਾ ਸਮਾਂ ਹੈ ਉਹ ਇਸ ਦਾ ਲਾਹਾ ਲੈਂਦਾ ਹੋਏ ਅਤੇ ਬੱਚੇ ਵੀ ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਸਾਇੰਸ ਨੂੰ ਜਿਹੜਾ ਈਜ਼ੀ ਵੇ ਨਾਲ ਅੰਡਰਸਟੈਂਡ ਕਰ ਸਕਣ। ਥੈਂਕ ਯੂ। ਥੈਂਕ ਯੂ ਸਰ। ਫੀਲ ਕਰਦੀ ਹਾਂ ਕਿ ਸਰਦਾਰ ਜਸਵਿੰਦਰ ਸਿੰਘ ਫਿਜ਼ਿਕਸ ਲੈਕਚਰਰ ਸਾਡੇ ਸਕੂਲ ਦੇ ਸੰਸਥਾ ਦੇ ਪਾਰਟ ਨੇ, ਕਿਉਂਕਿ ਮੈਂ ਵੀ ਰਹੀ ਹਾਂ ਸਾਇੰਸ ਲੈਕਚਰਰ ਹੀ। ਅਸੀਂ ਸਾਰੇ ਤਾਂ ਸਿੰਪਲ ਜਿਹੇ ਐਵਰੇਜ ਜਿਹੇ ਲੈਕਚਰਰਸ ਰਹੇ ਹਾਂ। ਸਰ ਨਾਲ ਜਦੋਂ ਤੋਂ ਕੰਮ ਕਰਨਾ ਸ਼ੁਰੂ ਕੀਤਾ ਸਾਇੰਸ ਨੂੰ ਇੱਕ ਨਵੀਂ ਡਾਇਰੈਕਸ਼ਨ 'ਚ ਅਸੀਂ ਦੇਖ ਰਹੇ ਹਾਂ, ਔਰ ਸਾਨੂੰ ਇਹ ਲੱਗਦਾ ਹੈ ਕਿ ਜੇ ਸਾਨੂੰ ਇਹੋ ਜਿਹੇ ਟੀਚਰ ਮਿਲੇ ਹੁੰਦੇ ਤਾਂ ਮੇ ਬੀ ਇੱਕ ਜਸਵਿੰਦਰ ਸਿੰਘ ਜੀ ਨਹੀਂ, ਸਾਡੇ ਕੋਲ ਸ਼ਾਇਦ 2-3 ਜਸਵਿੰਦਰ ਸਿੰਘ ਜਾਂ ਜਸਵਿੰਦਰ ਕੌਰ ਹੁੰਦੀਆਂ। ਸੋ ਆਈ ਐਮ ਵੈਰੀ ਪ੍ਰਾਊਡ ਕਿ ਸਰ ਇਸ ਇੰਸਟੀਚਿਊਟ ਦਾ ਪਾਰਟ ਹੈ ਅਤੇ ਸਾਡੇ ਸਕੂਲ ਦੀ ਬਹੁਤ ਜ਼ਿਆਦਾ ਬਿਹਤਰੀ ਲਈ ਇਹ ਕੰਮ ਕਰ ਰਹੇ ਹੈ, ਔਰ ਹੋਪਫੁਲੀ ਪ੍ਰਮਾਤਮਾ ਇਹਨਾਂ ਨੂੰ ਸਿਹਤ ਬਖਸ਼ੇ ਅਤੇ ਇਸ ਤਰ੍ਹਾਂ ਹੀ ਕਰਦੇ ਰਹਿਣਗੇ। ਥੈਂਕਸ। ਕਬੱਡੀ ਉਹ ਵੀ ਜੁੜੇ ਹੋਏ, ਉਹਨਾਂ ਨੇ ਬਹੁਤ ਸੋਹਣਾ ਸਕੂਲ ਬਣਾਇਆ ਹੋਇਆ, ਲਾਜਵਾਬ ਸਕੂਲ, ਭੜੀ ਪਨੇਚਾ ਸਕੂਲ ਤੋਂ, ਅਤੇ ਉਹਨਾਂ ਨੂੰ ਵੀ 2 ਮਿੰਟ ਲਈ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੇ ਵਿਚਾਰ बहुत ही रिस्पेक्टेड डिप्टी DO साहब सुखविंदर कौर खोसला जी, इस संस्था के प्रिंसीपल मैडम दमन जी, इस संस्था के स्टेट अवार्डी, नैशनल अवार्डी और जिहड़े भी कोई साइंस का अवार्ड है जिहड़ा कि सरदार जसविंदर सिंह जी नूं नहीं मिलिया, सारे ही अवार्ड जो भी भारत सरकार वालों दिते जाते हैं साइंस के प्रति वो इन्हों मिले हुए हैं। असी भी इन्हों तो सीख के ही अपने स्कूल के कुछ ना कुछ करना चाहते हैं, तो इन्हों बेनती करते हैं भी एक तो साडे स्कूल में भी सहयोग देन ते जिहड़ा इन्हां दा काम है होर परमात्मा इन्हों होर भी बुलंदियां तक पहुंचावे। असीं इन्हां दे मगर मगर चल के कोशिश करांगे भी इन्हां दी सहायता दे नाल असीं भी अपने स्कूल के पेंडू बच्चों को मदद करिए। धन्यवाद।